आवाज आ रही है सारे में मेरी? बोर्ड विजिबल है ना? Yes, sir. Good morning, sir. कल ਆਪਾਂ शुरू करनी थी स्क्रॉडिंगर वेव इक्वेशन। ਤਾਂ ਇਹ ਕੀ ਹੁੰਦੀ ਹੈ ਸਭ ਤੋਂ ਪਹਿਲਾਂ? ਅਗਰ ਦੇਖੀਏ ਆਪਾਂ ਟਾਈਮ इंडिपेंडेंट वन डायमेंशनल स्क्रॉडिंगर वेव इक्वेशन अगर लिखिए ਆਪਾਂ ਤਾਂ ਉਹ ਹੋਊਗੀ ਇੱਥੇ h psi which is a function of x is equal to e psi which is a function of x। h ਕੀ ਹੈ ਇੱਥੇ ਸਾਡੇ ਕੋਲੇ? हैमिल्टन h ਸਾਡੇ ਕੋਲੇ ਕੀ ਹੈ? हैमिल्टोनियन या फिर ਇਹਦੇ ਉੱਪਰ ਕੈਪ ਹੈ एनर्जी ऑपरेटर। साई की है ਸਾਡੇ ਕੋਲ वेव फंक्शन। ई की है ਸਾਡੇ ਕੋਲ एनर्जी आइगन वैल्यू। ਇੱਥੇ h ਇਕੁਅਲ ਹੁੰਦਾ t ਕੈਪ ਪਲੱਸ v ਕੈਪ। t ਕੈਪ ਹੁੰਦਾ ਸਾਡੇ ਕੋਲੇ ਕਾਈਨੈਟਿਕ એનર્ਜੀ ਆਪਰੇਟਰ। v ਕੈਪ ਹੁੰਦਾ ਸਾਡੇ ਕੋਲੇ ਪੋਟੈਂਸ਼ੀਅਲ એનર્ਜੀ ਆਪਰੇਟਰ। ਇਹ ਚੀਜ਼ਾਂ ਨੋਟ ਕਰ ਲਓ। ਹੁਣ ਅਗਰ ਦੇਖੀਏ ਆਪਾਂ ਇਸ ਇਕੁਏਸ਼ਨ ਨੂੰ, ਇਹ ਇਕੁਏਸ਼ਨ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਹੈ। Schrödinger wave equation is a differential एक डिफरेंशियल इक्वेशन है। ठीक है, अगर ਅਸੀਂ ਇੱਥੇ ਅਸੀਂ ਲਿਖਿਆ ਸੀ h cap psi x is equal to e psi x, ਇੱਥੇ t ਤੇ v ਦੀ ਮੈਂ ਵੈਲਿਊ ਪੁੱਟ ਕਰਾਂ t plus v psi x is equal to e psi x। t ਹੁੰਦਾ ਸਾਡੇ ਕੋਲ ਕਾਈਨੈਟਿਕ એનર્ਜੀ ਆਪਰੇਟਰ। ਇਹਦੀ ਵੈਲਿਊ ਨੋਟ ਕਰੋ ਕਿੰਨੀ ਹੁੰਦੀ ਆ। ਇਹਦੀ ਵੈਲਿਊ ਹੁੰਦੀ ਹੈ ਸਾਡੇ ਕੋਲ -h cut square by 2m ਕਰਲੀ ਸਕੁਅਰ by ਕਰਲੀ x ਸਕੁਅਰ। ਇਹ ਹੁੰਦਾ ਸਾਡੇ ਕੋਲ ਕਾਈਨੈਟਿਕ એનર્ਜੀ ਆਪਰੇਟਰ। पोटेंशियल एनर्जी ऑपरेटर ਦੀ ਵੈਲਿਊ ਹੋਗੀ v। ਠੀਕ ਹੈ, ਇਹ ਕੋਈ ਵੀ ਪੋਟੈਂਸ਼ੀਅਲ ਹੈ ਉਸ ਏਰੀਆ ਦੇ ਵਿੱਚ। ਤਾਂ ਇੱਥੇ ਅਸੀਂ ਪੁੱਟ ਕਰਾਂਗੇ -h cut square by 2m ਕਰਲੀ ਸਕੁਅਰ by ਕਰਲੀ x ਸਕੁਅਰ
प्लस v कैप ही रखेंगे मुझे साई एक्स इज इक्वल टू ई साई। ਹੁਣ ਇਸ ਤੋਂ ਬਾਅਦ ਇੱਥੇ ਅਗਰ ਅਸੀਂ ਇਹਨੂੰ ਆਪਰੇਟ ਕਰਵਾਈਏ ਜਿੱਤੇ ਓਪਨ ਕਰੀਏ ਇਹਨੂੰ ਬੈਕ ਤਾਂ ਸਾਡੇ ਕੋਲ ਇੱਥੇ ਆਊਗਾ h ਕੱਟ ਸਕੁਅਰ ਬਾਈ 2m ਕਰਲੀ ਸਕੁਅਰ ਕਰਲੀ x ਸਕੁਅਰ ਸਾਈ x ਪਲੱਸ ਇੱਥੇ ਆ ਸਾਡੇ ਕੋਲੇ v ਆਪਰੇਟਰ ਜਦ ਆਪਰੇਟ ਹੋਊਗਾ ਸਾਈ ਫੰਕਸ਼ਨ ਤੇ ਤਾਂ ਸਾਨੂੰ ਪੋਟੈਂਸ਼ੀਅਲ ਦਊਗਾ ਨਾਲੇ ਉਹ ਫੰਕਸ਼ਨ ਆ ਜੂ ਇੱਥੇ ਆ ਗਿਆ ਸਾਡੇ ਕੋਲੇ e ਸਾਈ x ਇਹ ਇਕੁਏਸ਼ਨ ਆ ਇਸੇ ਇਕੁਏਸ਼ਨ ਨੂੰ ਆਪਾਂ ਇੱਥੇ ਖੋਲ ਕੇ ਲਿਖਣਾ ਓਪਨ ਕਰਕੇ ਹੁਣ ਇਸ ਕੋਆਰਡੀਨੇਟ ਵੀ ਇਕੁਏਸ਼ਨਸ ਦੋਨੋਂ ਆ ਖੋਲ ਕੇ ਲਿਖਤਾ ਇਹਨੂੰ ਓਪਨ ਕਰਕੇ ਲਿਖਤਾ ਆਪਾਂ ਹੁਣ ਇਹ ਡਿਫਰੈਂਸ਼ੀਅਲ ਇਕੁਏਸ਼ਨ ਆ ਸੈਕੰਡ ਆਰਡਰ ਡਿਫਰੈਂਸ਼ੀਅਲ ਇਕੁਏਸ਼ਨ ਇਹਦੇ ਚ ਕੀ ਕਰਾਂਗੇ ਹੁਣ ਅਸੀਂ ਕਿਉਂਕਿ ਆਪਾਂ ਗੱਲ ਪੜਿਆ ਸੀ ਕਿ ਮੈਟਰ ਦਾ ਡਿਊਲ ਨੇਚਰ ਹੁੰਦਾ ਡਿਊਲ ਨੇਚਰ ਯਾਨੀ ਕਿ ਪਾਰਟੀਕਲ ਨੇਚਰ ਪਾਰਟੀਕਲ ਪਲੱਸ ਵੇਵ ਨੇਚਰ ਤਾਂ ਸਾਨੂੰ ਪਾਰਟੀਕਲ ਨੂੰ ਜਾਂ ਉਹਦੀ ਵੇਵ ਨੂੰ ਡਿਸਕ੍ਰਾਈਬ ਕਰਨ ਲਈ ਜਾਂ ਫੰਕਸ਼ਨ ਚਾਹੀਦਾ ਸੀ ਜਿਹੜਾ ਦੋਨੇ ਚੀਜ਼ਾਂ ਨੂੰ ਡਿਸਕ੍ਰਾਈਬ ਕਰਦੇ ਉਹਦੇ ਵੇਵ ਨੇਚਰ ਨੂੰ ਵੀ ਡਿਸਕ੍ਰਾਈਬ ਕਰਦੇ ਤੇ ਪਾਰਟੀਕਲ ਨੇਚਰ ਨੂੰ ਵੀ ਡਿਸਕ੍ਰਾਈਬ ਕਰਦੇ ਇੱਕੋ ਵਾਰ ਡਿਊਲ ਨੇਚਰ ਨੂੰ ਜਿਹੜਾ ਡਿਸਕ੍ਰਾਈਬ ਕਰਦਾ ਹੋਵੇ ਜਾਂ ਸਾਨੂੰ ਇੱਕ ਵੇਵ ਫੰਕਸ਼ਨ ਚਾਹੀਦਾ ਸੀ ਤਾਂ ਪਹਿਲਾਂ ਜੇ ਕਾਫੀ ਮਾਡਲ ਵੇਵ ਫੰਕਸ਼ਨ ਹੈਗੇ ਸੀ ਸਾਡੇ ਕੋਲੇ ਜਿਵੇਂ ਕਿ ਸਾਡੇ ਕੋਲ ਇੱਕ ਫੰਕਸ਼ਨ ਸੀ sin a sin ਕੀ ਹੈ ਪਹਿਲਾਂ ਸੋਚਿਆ ਗਿਆ ਕਿ ਇਹਦੇ ਨਾਲ ਰਿਪਰੈਜ਼ੈਂਟ ਕਰ ਦਿੰਦੇ ਆ ਕਿਸੇ ਪਾਰਟੀਕਲ ਨੂੰ ਇਹਦੇ ਨਾਲ ਰਿਪਰੈਜ਼ੈਂਟ ਕਰ ਦਿੰਦੇ ਆ ਕਿਉਂਕਿ ਇਹ ਵੇਵ ਮਕੈਨਿਕਸ ਚ ਯੂਜ਼ ਕੀਤਾ ਜਾਂਦਾ ਲੇਕਿਨ ਇਹਦੀ ਇੱਕ ਪ੍ਰੋਬਲਮ ਸੀ ਇਹਦੀ ਪ੍ਰੋਬਲਮ ਇਹ ਸੀ ਕਿ ਇਹ ਜਿਹੜਾ ਵੇਵ ਫੰਕਸ਼ਨ ਆ ਇਹ ਮਾਈਨਸ ਇਨਫਾਈਨਾਈਟ ਤੋਂ ਲੈ ਕੇ ਪਲੱਸ ਇਨਫਾਈਨਾਈਟ ਤੱਕ ਫੈਲਿਆ ਹੁੰਦਾ ਇਹ ਪਲੇਨ ਵੇਵ ਹੈ ਇੱਕ ਤਰ੍ਹਾਂ ਦੀ ਸਾਈਨੋਸਾਈਡਲ ਵੇਵ ਤੁਸੀਂ ਹਾਰਮੋਨਿਕ ਆਸਿਲੇਟਰ ਦੇ ਵਿੱਚ ਪੜਿਆ ਹੋਊਗਾ ਪੜਾਉਂਦੇ ਹੋਵੋਗੇ ਤੁਸੀਂ ਬੱਚਿਆਂ ਨੂੰ ਇਹ ਜਿਹੜਾ ਫੰਕਸ਼ਨ ਹੈ ਮਾਈਨਸ ਇਨਫਾਈਨਾਈਟ ਤੋਂ ਲੈ ਕੇ ਪਲੱਸ ਇਨਫਾਈਨਾਈਟ ਤੱਕ ਫੈਲਿਆ ਹੁੰਦਾ ਸਾਈਨੋਸਾਈਡਲ ਵੇਵ ਫੰਕਸ਼ਨ ਠੀਕ ਹੈ ਲੇਕਿਨ ਪਾਰਟੀਕਲ ਹੈ ਜਿਹੜਾ ਉਹ ਮਾਈਨਸ ਇਨਫਾਈਨਾਈਟ ਤੋਂ ਲੈ ਕੇ ਪਲੱਸ ਇਨਫਾਈਨਾਈਟ ਤੱਕ ਨਹੀਂ ਫੈਲਿਆ ਹੁੰਦਾ ਉਹ ਤਾਂ ਇੱਕ ਖਾਸ ਏਰੀਆ 'ਚ ਲੋਕਲਾਈਜ਼ਡ ਹੁੰਦਾ ਤਾਂ ਆਪਾਂ ਇਹ ਵੇਵ ਫੰਕਸ਼ਨ ਯੂਜ਼ ਨਹੀਂ ਕਰ ਸਕਦੇ ਫਿਰ ਇਹ ਸੋਚਿਆ ਗਿਆ ਕਿ ਚਲੋ ਆਪਾਂ ਇੱਕ ਹੋਰ ਵੇਵ ਫੰਕਸ਼ਨ ਯੂਜ਼ ਕਰਦੇ ਹਾਂ ਉਹ ਕਿਹੜਾ ਵੇਵ ਫੰਕਸ਼ਨ ਸੀ ਇਹ ਵਾਲਾ x minus x naught ਡਾਇਰੈਕਟ ਡੈਲਟਾ ਫੰਕਸ਼ਨ ਇਹ ਖਾਸੀਅਤ ਹੈ ਕਿ ਇੱਕ ਜਗ੍ਹਾ ਤੇ ਆ ਇਹ ਇੱਕ ਪੁਆਇੰਟ ਤੇ ਇਹ ਪੀਕ ਲੈ ਰਿਹਾ x naught ਪੁਆਇੰਟ ਤੇ ਯਾਨੀ ਕਿ ਇਹ ਐਗਜ਼ੈਕਟ ਪੋਜੀਸ਼ਨ ਦੱਸ ਰਿਹਾ ਪਾਰਟੀਕਲ ਲੇਕਿਨ ਇਹ ਚ ਆਪਾਂ ਨੂੰ ਕਿਤੇ ਵੇਵਲੈਂਥ ਨਹੀਂ ਦਿਖ ਰਹੀ ਵੇਵ ਨਹੀਂ ਦਿਖ ਰਹੀ ਇਹ ਤਾਂ ਇੱਕ ਪੀਕ ਹੈ ਇੱਕ ਜਗ੍ਹਾ ਤੇ ਤਾਂ ਇਹ ਪਾਰਟੀਕਲ ਨੇਚਰ ਬਾਰੇ ਕੁਝ ਨਹੀਂ ਦੱਸ ਰਿਹਾ ਉਹਦਾ ਇੱਕ ਇਹੋ ਜਿਹਾ ਵੇਵ ਫੰਕਸ਼ਨ ਚਾਹੀਦਾ ਸੀ ਜਿਹੜਾ ਦੋਨਾਂ ਬਾਰੇ ਦੱਸਿਆ ਦੇਖੋ ਇਹ ਵੇਵ ਨੇਚਰ ਬਾਰੇ ਦੱਸ ਰਿਹਾ ਬਟ ਇਹ ਪਾਰਟੀਕਲ ਨੇਚਰ ਬਾਰੇ ਨਹੀਂ ਦੱਸ ਰਿਹਾ ਇਹ ਪਾਰਟੀਕਲ ਨੇਚਰ ਬਾਰੇ ਦੱਸ ਰਿਹਾ ਇਹ ਵੇਵ ਨੇਚਰ ਬਾਰੇ ਨਹੀਂ ਦੱਸ ਇਹਦੇ ਚ ਵੇਵ ਲੈਂਥ ਵਗੈਰਾ ਕਿਤੇ ਨਹੀਂ ਦਿਖ ਰਹੀ ਤੁਹਾਨੂੰ ਇਹਦੇ ਚ ਵੇਵ ਲੈਂਥ ਹੈਗੀ ਆ ਦੇਖੋ ਇੱਥੋਂ ਦੇ ਤੱਕ ਦੀ ਵੇਵ ਲੈਂਥ ਬਟ ਇਹ ਕਿਉਂਕਿ ਇਨਫਾਈਨਾਈਟ ਮਾਈਨਸ ਇਨਫਾਈਨਾਈਟ ਤੋਂ ਲੈ ਕੇ ਪਲੱਸ ਇਨਫਾਈਨਾਈਟ ਤੱਕ ਫੈਲਿਆ ਹੋਇਆ ਇਸ ਲਈ ਇਹ ਪਾਰਟੀਕਲ ਬਾਰੇ ਨਹੀਂ ਦੱਸ ਸਕਦਾ ਪਾਰਟੀਕਲ ਲੋਕਲਾਈਜ਼ਡ ਨੀਚੇ ਵਾਲਾ ਡਾਇਰੈਕਟ ਡੈਲਟਾ ਫੰਕਸ਼ਨ ਪੂਰੀ ਤਰ੍ਹਾਂ ਲੋਕਲਾਈਜ਼ਡ ਆ ਲੇਕਿਨ ਇਹ ਵੇਵ ਬਾਰੇ ਨਹੀਂ ਦੱਸ ਹੁਣ ਦੋਨੇ ਵੇਵ ਫੰਕਸ਼ਨ ਨਹੀਂ ਲੈ ਸਕਦੇ ਠੀਕ ਹੈ ਲੇਕਿਨ
ਇਹਨਾਂ ਦੇ ਕੰਬੀਨੇਸ਼ਨ ਤੋਂ ਆਪਾਂ ਬਣਾ ਸਕਦੇ ਹਾਂ ਕੁਝ ਚੀਜ਼ਾਂ ਉਹਨਾਂ ਦੇ। ਆਪਾਂ ਇਹਦੀ ਵੀ ਨਹੀਂ ਰੱਖਦੇ, ਇਹਦੀ ਵੀ ਨਹੀਂ ਰੱਖਦੇ, ਇਹਦਾ ਵਿਚਾਲਣ ਵਾਲਾ ਜਾਂ ਮੇਲ ਲੈ ਲੈਂਦੇ ਆਪਾਂ ਇੱਥੇ ਕੀ ਕਰਾਂਗੇ ਕਿ ਇਹ ਜਿਹੜੀ ਸਾਡੇ ਕੋਲੇ ਪਲੇਨ ਵੇਵ ਹੈ, ਇਹ 'ਚ ਫਾਈਨਾਈਟ ਨੰਬਰ ਆਫ ਵੇਵਸ ਮਿਲਾਵਾਂਗੇ, ਡਿਫਰੈਂਟ ਫ੍ਰੀਕੁਐਂਸੀ ਦੀਆਂ, ਡਿਫਰੈਂਟ ਐਂਪਲੀਟਿਊਡ ਦੀਆਂ, ਡਿਫਰੈਂਟ ਫ੍ਰੀਕੁਐਂਸੀਜ਼ ਦੀਆਂ, ਡਿਫਰੈਂਟ ਐਂਪਲੀਟਿਊਡ ਦੀਆਂ ਇਸ ਪਲੇਨ ਵੇਵ ਦੇ ਵਿੱਚ। finite waves of different amplitude and different frequency। जब ये ਆਪਾਂ ਮਿਕਸ ਕਰਦੇ ਹਾਂ ਤਾਂ ਇਹ ਵੇਵ ਫੰਕਸ਼ਨ ਜਿਹੜਾ ਟ੍ਰਾਂਸਫਾਰਮ ਹੋ ਜਾਂਦਾ ਐਜ਼ ਏ ਵੇਵ ਪੈਕੇਟ ਦੇ ਵਿੱਚ। ਇਹ ਜਿਹੜੀਆਂ ਸਾਰੀਆਂ ਵੇਵਸ ਨੇ ਇਹ ਕੀ ਕਰਦੀਆਂ ਨੇ, ਇੱਥੇ ਕੰਸਟਰਕਟਿਵ ਤੇ ਡਿਸਟਰਕਟਿਵ ਇੰਟਰਫੀਰੈਂਸ ਕਰਦੀਆਂ ਨੇ। ਕੰਸਟਰਕਟਿਵ ਐਂਡ ਡਿਸਟਰਕਟਿਵ ਇੰਟਰਫੀਰੈਂਸ ਕਰਨ ਦੇ ਨਾਲ ਸਾਡੇ ਕੋਲ ਇੱਕ ਰਿਜ਼ਲਟੈਂਟ ਵੇਵ ਬਣਦੀ ਆ, ਉਹ ਆ ਸੀ ਆ ਜਿਹੜੀ ਵੇਵ ਆ ਨਾ, ਇਹ ਰਿਜ਼ਲਟੈਂਟ ਵੇਵ ਆ, ਇਹ ਇਸ ਪੁਆਇੰਟ ਤੋਂ ਸ਼ੁਰੂ ਹੋਈ ਹੈ, ਇਸ ਪੁਆਇੰਟ ਤੇ ਖਤਮ ਹੋਈ, ਇਹਨੂੰ ਅਸੀਂ ਇੱਕ ਵੇਵ ਪੈਕੇਟ ਕਹਿੰਦੇ ਹਾਂ। ਠੀਕ ਹੈ, ਹੁਣ ਵੇਵ ਪੈਕੇਟ ਆ, ਇਹਦੀ ਪੋਜੀਸ਼ਨ ਦੇਖੋ ਤੁਸੀਂ, ਡੈਲਟਾ ਐਕਸ ਹੈ, ਆਹ ਪੁਆਇੰਟ ਤੋਂ ਸ਼ੁਰੂ ਹੋਈ, ਆਹ ਪੁਆਇੰਟ ਤੇ ਖਤਮ ਹੋ ਗਈ। ਹੁਣ ਥੋੜੀ ਜਿਹੀ ਪੋਜੀਸ਼ਨ ਸਰਟਨ ਹੋਣ ਲੱਗੀ, ਥੋੜੀ ਜਿਹੀ ਲੋਕਲਾਈਜ਼ਡ ਹੋ ਗਈ। ਠੀਕ ਹੈ, ਪਹਿਲਾਂ ਮਾਈਨਸ ਇਨਫਾਈਨਾਈਟ ਤੋਂ ਲੈ ਕੇ ਪਲੱਸ ਇਨਫਾਈਨਾਈਟ ਤੱਕ ਵੇਵ ਫੈਲੀ ਹੋਈ ਸੀ, ਲੇਕਿਨ ਹੁਣ ਲੋਕਲਾਈਜ਼ਡ ਹੋ ਗਈ ਥੋੜੇ ਜਿਹੇ ਏਰੀਆ 'ਚ। ਦੂਸਰੀ ਤਰਫ ਹੁਣ ਪਹਿਲਾਂ ਇੱਥੇ ਜਿਹੜਾ ਡਾਇਰੈਕਟ ਡੈਲਟਾ ਫੰਕਸ਼ਨ ਸੀ, ਇਹਦੇ 'ਚ ਕਿਤੇ ਵੇਵ ਦਿਖ ਨਹੀਂ ਰਹੀ ਸੀ, ਆਪਾਂ ਕੋਈ ਵੇਵ ਲੈਂਥ ਵਗੈਰਾ ਕੋਈ ਵੇਵ ਦੀ ਪ੍ਰੋਪਰਟੀ ਨਹੀਂ ਸੀ ਇਹਦੇ 'ਚ, ਪਾਰਟੀਕਲ ਦੀ ਪ੍ਰੋਪਰਟੀ ਹੈਗੀ ਸੀ। ਲੇਕਿਨ ਇਹਦੇ ਵਿੱਚ ਸਾਡੇ ਕੋਲੇ ਵੇਵ ਦੀ ਪ੍ਰੋਪਰਟੀ ਹੈਗੀ ਆ, ਦੇਖੋ ਵੇਵ ਲੈਂਥ, ਤਾਂ ਇਹਦੇ 'ਚ ਵੇਵ ਦੀ ਪ੍ਰੋਪਰਟੀ ਹੈਗੀ ਆ। ਦੂਸਰੀ ਗੱਲ, ਪਰ ਇਹ ਥੋੜਾ ਜਿਹਾ ਲੋਕਲਾਈਜ਼ਡ ਦਾ, ਤਾਂ ਆਪਾਂ ਮੰਨ ਲੈਂਦੇ ਹਾਂ ਇਸ ਪਾਰਟੀਕਲ ਦੀ ਵੇਵ ਪ੍ਰੋਪਰਟੀ। ਤਾਂ ਆਪਾਂ ਨਾ ਤਾਂ ਇਹ ਵੇਵ ਫੰਕਸ਼ਨ ਰੱਖਿਆ ਨਾ ਇਹ ਵੇਵ ਫੰਕਸ਼ਨ ਰੱਖਿਆ, ਆਪਾਂ ਪਾਰਟੀਕਲ ਦੇ ਡਿਊਲ ਨੇਚਰ ਨੂੰ, ਮੈਟਰ ਦੇ ਡਿਊਲ ਨੇਚਰ ਡਿਸਕ੍ਰਾਈਬ ਕਰਨ ਲਈ ਇੱਕ ਵੇਵ ਪੈਕੇਟ ਲਿਆ। ਇੱਕ ਵੇਵ ਪੈਕੇਟ ਹੀ ਡਿਸਕ੍ਰਾਈਬ ਕਰਦਾ ਮੈਟਰ ਦੇ ਡਿਊਲ ਨੇਚਰ। ਹੁਣ ਇਹਦੀ ਇੱਕ ਖਾਸੀਅਤ ਆ ਡਿਊਲ ਨੇਚਰ ਦੀ, ਉਹ ਕੀ ਹੈ, ਇਸ ਵੇਵ ਪੈਕੇਟ ਦੀ ਇੱਕ ਖਾਸੀਅਤ ਆ ਕਿ ਅਗਰ ਤੁਸੀਂ ਇੱਥੇ ਦੇਖੋ ਆ ਪੁਆਇੰਟ ਤੇ, ਜਦੋਂ ਸਾਡੇ ਕੋਲ ਸਿਰਫ ਇੱਕ ਪਲੇਨ ਵੇਵ ਸੀ, ਸਿਰਫ ਇੱਕ ਪਲੇਨ ਵੇਵ, ਆਹ ਵੇਵ ਫੰਕਸ਼ਨ ਨੂੰ ਜਦ ਡਰਾ ਕੀਤਾ ਸੀ ਤਾਂ ਮਾਈਨਸ ਇਨਫਾਈਨਾਈਟ ਤੋਂ ਲੈ ਕੇ ਪਲੱਸ ਇਨਫਾਈਨਾਈਟ ਤੱਕ ਫੈਲੀ ਹੋਈ। ਤਾਂ ਅਨਸਰਟਨਟੀ ਇਨ ਪੋਜੀਸ਼ਨ, uncertainty in position, ਕਿੰਨੀ ਸੀ ਸਾਡੇ ਕੋਲ, ਇਹ ਹੈਗੀ ਸੀ ਇਨਫਾਈਨਾਈਟ। ਅਨਸਰਟਨਟੀ ਇਨ ਪੋਜੀਸ਼ਨ ਹੈਗੀ ਸੀ ਸਾਡੇ ਕੋਲ ਇਨਫਾਈਨਾਈਟ, ਕਿਉਂਕਿ ਵੇਵ ਮਾਈਨਸ ਇਨਫਾਈਨਾਈਟ ਤੋਂ ਲੈ ਕੇ ਪਲੱਸ ਇਨਫਾਈਨਾਈਟ ਤੱਕ ਫੈਲੀ ਹੋਈ ਸੀ। दूसरी तरफ डायरेक्ट डेल्टा फंक्शन अनसर्टेनिटी कितनी सी 0 क्योंकि ये एक जगह ते पीक ले रहा सी। हुण एक चीज होर देखिए असीं, एक हुंदा मोमेंटम, अनसर्टेनिटी इन मोमेंटम अगर असीं देखिए दोनों केसां च, अपरले केस दे विच भी थल्ले वाले केस दे विच भी डेल्टा पी
ਇਹ ਕਿੰਨੀ ਹੋਊਗੀ? ਹੁਣ ਦੇਖੋ ਸਾਨੂੰ ਇੱਕ ਮੈਕਸ ਪਲੈਂਕ ਨੇ ਰਿਲੇਸ਼ਨ ਦਿੱਤਾ ਸੀ, ਉਹ ਰਿਲੇਸ਼ਨ ਕਿਹੜਾ ਸੀ ਸਾਡੇ ਕੋਲੇ? लैम्डा इज इक्वल टू एच बाय पी, या फिर हाँ सिर्फ ਇਹਨੂੰ ਹੀ ਲਓ। ਹੁਣ ਇਥੋਂ ਅਸੀਂ ਦੇਖਦੇ ਹਾਂ ਆ ਵੇਵ ਦੇ ਵਿੱਚ ਅਨਸਰਟਨਟੀ ਕਿੰਨੀ ਹੈ ਪੀ ਦੀ। ਇੱਥੇ ਤੁਸੀਂ ਚੈੱਕ ਕਰੋਗੇ ਸਿਰਫ ਇੱਕ ਵੇਵ ਹੀ ਹੈ, ਇਹ ਸਿਰਫ ਇੱਕ ਪਲੇਨ ਵੇਵ ਹੈ। ਜਦ ਇੱਕ ਪਲੇਨ ਵੇਵ ਆ ਇਹ ਤਾਂ ਇੱਕ ਲੈਮਡਾ ਹੋਊਗਾ ਸਾਡਾ, ਇੱਕੇ ਵੇਵ ਲੈਂਥ ਹੋਊਗੀ, ਇੱਕ ਵੇਵ ਦੀ ਇੱਕ ਵੇਵ ਲੈਂਥ ਹੋਊਗੀ। ਅਰੇ ਇੱਕ ਵੇਵ ਲੈਂਥ ਆ ਤਾਂ ਇਸ ਇਕੁਏਸ਼ਨ ਤੋਂ ਪਤਾ ਲੱਗਦਾ ਸਾਨੂੰ ਕਿ ਇੱਕੇ ਮੋਮੈਂਟਮ ਹੋਊਗਾ, ਠੀਕ ਹੈ। ਅਗਰ ਇੱਕ ਹੀ ਮੋਮੈਂਟਮ ਆਉਂਦਾ ਤਾਂ ਮੋਮੈਂਟਮ ਦੇ ਵਿੱਚ ਅਨਸਰਟਨਟੀ ਜ਼ੀਰੋ ਹੋਗੀ, ਮੋਮੈਂਟਮ ਦੀ ਇੱਕ ਹੀ ਵੈਲਿਊ ਹੋ क्योंकि एक ही वेव। दूसरी तरफ ਜਿਹੜਾ ਡਾਇਰੈਕਟ ਡੈਲਟਾ ਫੰਕਸ਼ਨ ਆ ਇਹਦੀ ਇੱਕ ਖਾਸੀਅਤ ਹੁੰਦੀ ਆ, ਉਹ ਖਾਸੀਅਤ ਕੀ ਆ ਕਿ ਇਹ ਬਣਦਾ ਕਿਵੇਂ ਆ। ਡਾਇਰੈਕਟ ਡੈਲਟਾ ਫੰਕਸ਼ਨ ਹੈ, ਜਦੋਂ ਅਸੀਂ ਦੇਖੀਏ ਇਹ ਇਸ ਪਲੇਨ ਵੇਵ ਤੇ ਬਣ ਜਾਊਗਾ, ਕਨਵਰਟ ਕਰ ਸਕਦੇ ਆ ਪਲੇਨ ਵੇਵ ਨੂੰ ਹੀ ਡਾਇਰੈਕਟ ਡੈਲਟਾ ਫੰਕਸ਼ਨ ਤੇ। ਅਸੀਂ ਫੋਰੀਅਰ ट्रांसफॉर्मेशन करके यदि अगर फूरियर ट्रांसफॉर्मेशन करिए इस प्लेन वेव की ਤਾਂ ਉਹ ਕੀ ਬਣ ਜੂਗੀ? ਡਾਇਰੈਕਟ ਡੈਲਟਾ ਫੰਕਸ਼ਨ। ਹੁਣ ਫੂਰੀਅਰ ਟ੍ਰਾਂਸਫਾਰਮੇਸ਼ਨ ਹੁੰਦੀ ਕੀ ਹੈ? ਫੂਰੀਅਰ ਟ੍ਰਾਂਸਫਾਰਮੇਸ਼ਨ ਦੇ ਵਿੱਚ ਅਸੀਂ ਕੁਝ ਨਹੀਂ ਕਰਦੇ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਵੇਵ ਪੈਕੇਟ ਕਿਵੇਂ ਬਣਿਆ। ਵੇਵ ਪੈਕੇਟ ਬਣਦਾ ਇਸ ਵੇਵ ਦੇ ਵਿੱਚ फाइनाइट वेव्स मिला के, फाइनाइट नंबर ऑफ वेव्स इस वेव ਦੇ ਵਿੱਚ ਮਿਲਾ ਕੇ। लेकिन फाइनाइट ਦੀ जगह अगर ਆਪਾਂ इनफाइनाइट नंबर ऑफ वेव्स मिला दीए डिफरेंट फ्रीक्वेंसीज ਦੀਆਂ, डिफरेंट एंप्लीट्यूड ਦੀਆਂ, ठीक है। फाइनाइट मिलाया ਸੀ जब ਆਪਾਂ फाइनाइट वेव्स ਮਿਲਾਈਆਂ ਸੀ ਤਾਂ ਇੰਨਾ ਵੇਵ ਪੈਕੇਟ ਬਣ ਗਿਆ। जब इनफाइनाइट वेव्स ਮਿਲਾਵਾਂਗੇ ਤਾਂ ਇਹ ਵੇਵ ਪੈਕੇਟ ਹੋਰ ਛੋਟਾ ਹੁੰਦਾ ਜਾਊਗਾ, छोटा ਹੁੰਦਾ ਇਹ ਇੱਕ ਪੀਕ ਬਣ ਜੂਗਾ, ਆ ਡਾਇਰੈਕਟ ਡੈਲਟਾ ਫੰਕਸ਼ਨ ਹੀ ਬਣ ਜੂਗਾ ਇਨਫਾਈਨਾਈਟ ਵੇਵਸ ਮਿਲਾ। ਜਿੰਨੀਆਂ ਵੇਵਸ ਮਿਲਾਉਂਦੇ ਜਾਵਾਂਗੇ ਉਨੀ ਇਹਦੀ ਜਿਹੜੀ ਵਿਡਥ ਹੈ ਡੈਲਟਾ ਐਕਸ ਆ ਉਹ ਛੋਟੀ ਹੁੰਦੀ ਜਾਂਦੀ ਹੈ, ਠੀਕ ਹੈ। ਇੱਕ ਪੁਆਇੰਟ ਤੇ ਆ ਕੇ ਇੰਨੀ ਹੋ ਜੂਗੀ ਅਗਰ ਇਨਫਾਈਨਾਈਟ ਮਿਲਾ ਲਾਂਗੇ ਤਾਂ ਡਾਇਰੈਕਟ ਡੈਲਟਾ ਫੰਕਸ਼ਨ ਇਨਫਾਈਨਾਈਟ ਨੰਬਰ ਆਫ ਵੇਵਸ ਤੋਂ ਹੀ ਮਿਲ ਕੇ ਬਣਿਆ। क्योंकि ये इनफाइनाइट नंबर ऑफ वेव्स तो मिलके ही बनया, तो इथे इनफाइनाइट नंबर ऑफ लैम्डा ने, अगर इनफाइनाइट नंबर ऑफ लैम्डा ने तो इनफाइनाइट नंबर ऑफ पी भी है ने, तो इथे पी दी अनसर्टेनिटी कितनी होगी? इनफाइनाइट पी च अनसर्टेनिटी इथे इनफाइनाइट होगी। बस ये दो चीजें ध्यान च देनियां। इथे x ਦੀ ਅਨਸਰਟਨਟੀ ਇਨਫਾਈਨਾਈਟ ਆ, इथे p ਦੀ ਅਨਸਰਟਨਟੀ ਇਨਫਾਈਨਾਈਟ ਆ। इथे x ਦੀ ਅਨਸਰਟਨਟੀ p ਦੀ ਅਨਸਰਟਨਟੀ 0 ਹੈ, इथे p ਦੀ ਅਨਸਰਟਨਟੀ ਇਨਫਾਈਨਾਈਟ। ਹੁਣ ਆਉਂਦੇ ਇਸ ਵੇਵ ਪੈਕੇਟ, ਇਸ ਵੇਵ ਪੈਕੇਟ ਦੀ ਪੋਜੀਸ਼ਨ ਇਸ ਪੁਆਇੰਟ ਤੋਂ ਇਸ ਪੁਆਇੰਟ ਤੱਕ ਆ, ਤਾਂ ਡੈਲਟਾ x ਵੀ ਕੀ ਆ? ਫਾਈਨਾਈਟ ਹੈ, ਕੁਝ ਅਨਸਰਟਨਟੀ ਹੈਗੀ ਆ, ਫਾਈਨਾਈਟ ਇਨਫਾਈਨਾਈਟ ਨਹੀਂ ਹੈ। ਇਹਦੇ ਚ ਆਪਾਂ ਨੂੰ वेव्स भी दिख रही हैं, कुछ फाइनाइट नंबर ऑफ वेव्स मिलाई हैं, तो फाइनाइट नंबर ऑफ लैम्डा हो गए, तो फाइनाइट नंबर ऑफ वैल्यूज ऑफ पी आ गई, एक वेव ਲਈ ਇੱਕ p, ਤਾਂ a डेल्टा p भी ਇੱਥੇ फाइनाइट हो, ਦੋਨੇ ਚੀਜ਼ਾਂ ਇਸ फाइनाइट ਨੇ, ਕੋਈ इनफाइनाइट ਨਹੀਂ ਜਾਂ ਵੇਵ ਪੈਕੇਟ ਲਈ। ਹੁਣ ਇਹਨਾਂ ਦਾ ਇਹਦਾ ਇੱਕ ਰਿਲੇਸ਼ਨ ਹੁੰਦਾ ਹੈ, ਰਿਲੇਸ਼ਨ ਕੀ ਆ? डेल्टा x into डेल्टा p ये हमेशा ग्रेटर दैन या इक्वल टू होगा h कट बाय 2 ਦੇ। ਇਸ ਰਿਲੇਸ਼ਨ ਨੂੰ ਕੀ ਕਹਿੰਦੇ ਆਪਾਂ, ਕੋਈ ਦੱਸ ਸਕਦਾ? Uncertainty principle. ਹਾਂ, ਇਹਨੂੰ ਕਹਿੰਦੇ ਨੇ ਹਾਈਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ। सर ये वेव पैकेट लिया है।
ਹਾਂਜੀ ਸਰ ਇਹ ਵੇਵ ਪੈਕੇਟ ਲਈ ਆਇਆ ਹੈ। ਹਾਂਜੀ ਇਸ ਪੈਕੇਟ ਲਈ ਇਹ ਇੱਕ ਜਨਰਲ ਫਾਰਮੂਲਾ ਸਿਰਫ ਇਹਦੇ ਲਈ ਨਹੀਂ, ਇਹਦੇ ਚ ਤੁਸੀਂ ਇਹ ਸਾਰਿਆਂ ਨੂੰ ਰਿਪਰੈਜ਼ੈਂਟ ਕਰੋ, ਇਹਨੂੰ ਵੀ ਇਹਨੂੰ ਵੀ ਇਹਨੂੰ ਵੀ, ਸਭ ਲਈ ਆ ਅਨਸਰਟਨਟੀ। ਇਹ ਫਾਰਮੂਲਾ ਦੱਸ ਕੀ ਰਿਹਾ, ਇਹ ਦੱਸ ਰਿਹਾ ਕਿ ਅਗਰ ਅਸੀਂ ਦੋਨਾਂ ਚੀਜ਼ਾਂ ਨੂੰ, ਪੋਜੀਸ਼ਨ ਨੂੰ ਤੇ ਮੋਮੈਂਟਮ ਨੂੰ ਇੱਕ ਸਾਥ ਇੱਕੇ ਵਾਰ ਚ ਐਕੂਰੇਟਲੀ ਮੈਜ਼ਰ ਨਹੀਂ ਕਰ ਸਕਦੇ, ਉਹਦੇ ਚ ਇੰਨੀ ਅਨਸਰਟਨਟੀ ਤਾਂ ਰਹੂਗੀ। ਹੁਣ ਤੁਸੀਂ ਇੱਥੇ ਆ ਜਾਓ ਆ ਪਲੇਨ ਵੇਵ ਤੇ, ਪਲੇਨ ਵੇਵ ਦੇ ਹਿਸਾਬ ਨਾਲ ਇਹਨੂੰ ਦੇਖ ਰਿਹਾ ਫਾਰਮੂਲੇ ਦਾ। ਪਲੇਨ ਵੇਵ ਚ ਆਪਾਂ ਕੀ ਕੀਤਾ, ਮੋਮੈਂਟਮ ਨੂੰ ਬਿਲਕੁਲ ਅਨਸਰਟਨਟੀ ਨੂੰ, ਮੋਮੈਂਟਮ ਇੱਥੇ ਜ਼ੀਰੋ ਆਤਾ, ਯਾਨੀ ਕਿ ਮੋਮੈਂਟਮ ਨੂੰ ਬਿਲਕੁਲ ਆਪਾਂ ਚਾਹੁੰਦੇ ਹਾਂ ਕਿ ਮੋਮੈਂਟਮ ਪਾਰਟੀਕਲ ਦਾ ਬਿਲਕੁਲ ਹੀ ਐਕੂਰੇਟਲੀ ਮਾਪ ਲਈ ਆਪਾਂ, ਉਹਦੇ ਚ ਕੋਈ ਅਨਸਰਟਨਟੀ ਨਾ ਹੈ। ਹੁਣ ਤਾਂ ਅਗਰ ਮੋਮੈਂਟਮ ਉਹਦਾ ਐਕੂਰੇਟਲੀ ਮਾਪਣਾ ਆਪਾਂ, ਤਾਂ ਉਹ ਇੱਕ ਪਲੇਨ ਵੇਵ ਬਣ ਜੂਗਾ, ਉਹਦੇ ਨਾਲ ਮੈਟਰ ਵੇਵ ਹੈ ਜਿਹੜੀ ਐਸੋਸੀਏਟਡ, ਉਹ ਪਲੇਨ ਵੇਵ ਬਣ ਜੂਗੀ। ਠੀਕ ਹੈ, ਕਿਉਂਕਿ ਪਲੇਨ ਵੇਵ ਬਣ ਜੂਗੀ ਤਾਂ ਉਹਦੇ ਚ ਡੈਲਟਾ ਐਕਸ ਜਿਹੜਾ ਹੈਗਾ ਉਹ ਇਨਫਾਈਨਾਈਟ ਹੋਊਗਾ। ਆਹ ਪਾਰਟ ਤਾਂ ਐਕੂਰੇਟਲੀ ਮਾਪ ਲਿਆ, ਲੇਕਿਨ ਆਹ ਡੈਲਟਾ ਐਕਸ ਕੀ ਹੋ ਜੂ, ਇਨਫਾਈਨਾਈਟ। ਤਾਂ ਜਿਹੜਾ ਇਹ ਦੋਨਾਂ ਦਾ ਪ੍ਰੋਡਕਟ ਹੋ ਜੂਗਾ ਉਹ ਫੇਰ ਵੱਧ ਜੂਗਾ ਇਹਦੇ ਤੋਂ h/2। ਠੀਕ ਹੈ, ਫਿਰ ਅਸੀਂ ਦੇਖ ਲੈਂਦੇ ਵੀ ਚੱਲ ਡੈਲਟਾ ਐਕਸ ਨੂੰ ਹੀ ਐਕੂਰੇਟਲੀ ਮਾਪ ਲੈਂਦੇ ਆਪਾਂ। ਆ ਦੂਸਰੇ ਕੇਸ ਚ ਫਿਰ ਡੈਲਟਾ ਫੰਕਸ਼ਨ ਲੈ ਲੈਂਦੇ ਆ, ਇਹਦੇ ਚ ਡੈਲਟਾ ਐਕਸ ਐਕੂਰੇਟ ਹੈ, ਤਾਂ ਡੈਲਟਾ ਐਕਸ ਐਕੂਰੇਟ ਮਾਪਣ ਦੀ ਕੋਸ਼ਿਸ਼ ਕੀਤੀ ਤਾਂ ਡੈਲਟਾ ਪੀ ਇਨਫਾਈਨਾਈਟ ਹੋ ਗਿਆ। ਇਹ ਫਿਰ ਇਹਨਾਂ ਦੋਨਾਂ ਦਾ ਪ੍ਰੋਡਕਟ ਇਹ ਤੋਂ ਜ਼ਿਆਦਾ ਹੁੰਦਾ। ਹੁਣ ਦੇਖੋ ਇੱਥੇ ਦੂਜੇ ਵੇਵ ਪੈਕੇਟ ਚ ਲੈ ਲੈਂਦੇ ਆਪਾਂ, ਵੇਵ ਪੈਕੇਟ ਦੇ ਵਿੱਚ ਆਪਾਂ ਕੀ ਕਰਦੇ ਹਾਂ ਵੀ ਥੋੜੀ ਜਿਹੀ ਅਨਸਰਟਨਟੀ ਏਜ ਵੀ ਆਪਾਂ ਰੱਖ ਲੈਂਦੇ ਹਾਂ, ਥੋੜੀ ਜਿਹੀ ਏਜ ਵੀ ਰੱਖ ਲੈਂਦੇ ਹਾਂ, ਪਰ ਦੋਨਾਂ ਦਾ ਜਦੋਂ ਪ੍ਰੋਡਕਟ ਕਰਦੇ ਆ ਉਹ ਫਿਰ ਪਰ ਹਮੇਸ਼ਾ h/2 ਤੋਂ ਜ਼ਿਆਦਾ ਹੀ ਹੋਊਗੀ ਅਨਸਰਟਨਟੀ। ਜ਼ਿਆਦਾ ਤੋਂ ਜ਼ਿਆਦਾ ਇੱਕ ਸਾਥ ਆਪਾਂ ਇੰਨੀ h/2 ਇੰਨੀ ਐਕੂਰੇਟਲੀ ਹੀ ਮਾਪ ਸਕਦੇ, ਜ਼ਿਆਦਾ ਤੋਂ ਜ਼ਿਆਦਾ ਇਕੁਅਲ ਹੋ ਜੂਗੀ, ਇਸ ਤੋਂ ਘੱਟ ਨਹੀਂ ਹੋ ਸਕਦੀ ਅਨਸਰਟਨਟੀ। ਹੁਣ ਇੱਕ ਇੱਕ ਸਿਸਟਮ ਦੇ ਲਈ ਵੇਵ ਫੰਕਸ਼ਨ ਨੂੰ ਅੱਛਾ ਇੱਕ ਕੁਐਸਚਨ ਆਉਂਦਾ ਇਸ ਤੋਂ ਪਹਿਲਾਂ, ਉਹ ਇੱਕ ਕੁਐਸਚਨ ਕੀ ਆ ਹਾਈਜ਼ਨਬਰਗ ਅਨਸਟੈਂਡਿੰਗ ਪ੍ਰਿੰਸੀਪਲ ਦੀ, ਕਿ ਅਸੀਂ ਕਿਸੇ ਪਾਰਟੀਕਲ ਦੀ ਪੋਜੀਸ਼ਨ ਤੇ ਕਿਸੇ ਪਾਰਟੀਕਲ ਦਾ ਮੋਮੈਂਟਮ ਐਕੂਰੇਟਲੀ ਮੈਜ਼ਰ ਕਿਉਂ ਨਹੀਂ ਕਰ ਸਕਦੇ। ਅਗਰ ਇਹ ਕੁਐਸਚਨ ਆ ਜਾਏ ਤਾਂ ਉੱਥੇ ਇਹਦੇ ਕਈ ਤਰ੍ਹਾਂ ਦੇ ਆਨਸਰ ਦਿੱਤੇ ਗਏ ਨੇ, ਤੁਹਾਨੂੰ YouTube ਤੇ ਵੀ ਮਿਲ ਜਾਣਗੇ, ਕਿਸੇ ਹੋਰ ਜਗ੍ਹਾ ਤੇ ਵੀ ਬੁੱਕਸ 'ਚ ਵੀ ਕੋਈ ਆਨਸਰ ਮਿਲ ਸਕਦਾ। ਤਾਂ ਉਹ ਯਾਦ ਰੱਖਣਾ ਕਿ ਇਹਦਾ ਸਹੀ ਆਨਸਰ ਇਹ ਆ ਕਿ ਬਿਕੋਜ਼ ਆਫ ਡਿਊਲ ਨੇਚਰ, ਡਿਊਲ ਨੇਚਰ ਦੇ ਕਰਕੇ ਹੀ ਅਸੀਂ ਐਕੂਰੇਟ ਪੋਜੀਸ਼ਨ ਤੇ ਮੋਮੈਂਟਮ ਇੱਕ ਸਾਥ ਨਹੀਂ ਮਾਪ ਸਕਦੇ ਕਿਸੇ ਮੈਟਰ ਦਾ। ਠੀਕ ਹੈ, ਇੱਕ ਹੋਰ ਕਾਰਨ ਦਿੱਤਾ ਜਾਂਦਾ ਇਹਦੇ ਵਿੱਚ, ਡਿਊਲ ਨੇਚਰ ਕਿਉਂ, ਕਿਉਂਕਿ ਹਰੇਕ ਪਾਰਟੀਕਲ ਦੇ ਨਾਲ ਐਸੋਸੀਏਟਡ ਇੱਕ ਵੇਵ ਪੈਕੇਟ ਹੋਊਗਾ, ਵੇਵ ਪੈਕੇਟ ਇੱਥੋਂ ਦੇ ਤੱਕ ਇੱਥੇ ਤੱਕ ਫੈਲਿਆ ਹੋਊਗਾ। ਆ ਜਿਹੜੀ ਸਾਰੀ ਚੀਜ਼ ਸਮਝਾਈ ਆ ਤੁਹਾਨੂੰ ਮੈਂ ਕਿ ਅਨਸਰਟਨਟੀ ਰਹੂਗੀ, ਉਹ ਇੱਕ ਚਾਂਸ ਅਸੀਂ x ਚ ਅਨਸਰਟਨਟੀ ਘਟਾਉਣੇ ਆ ਤਾਂ p ਹੋ ਜੂਗੀ, p ਚ ਘਟਾਉਣੇ ਤਾਂ x ਹੋ ਜੂਗੀ। ਇਹਦਾ ਕਾਰਨ ਕੀ ਹੈ, ਡਿਊਲ ਨੇਚਰ। ਇਹ ਸਾਰੀ ਚੀਜ਼ਾਂ ਇੱਥੇ ਦੇਖ ਲਈ, ਪਰ ਇੱਕ ਹੋਰ ਇਹਦਾ ਰੀਜ਼ਨ ਦਿੱਤਾ ਜਾਂਦਾ, ਉਹ ਰੀਜ਼ਨ ਕੀ ਹੈ, ਉਹ ਗਲਤ ਰੀਜ਼ਨ ਹੈ। ਉਹ ਰੀਜ਼ਨ ਇਹ ਹੈ ਕਿ ਮੰਨ ਲਓ ਅਸੀਂ ਇਲੈਕਟ੍ਰੋਨ ਨੂੰ ਦੇਖਣਾ ਆਪਣੀ ਅੱਖ ਨਾਲ, ਤਾਂ ਅਸੀਂ ਇਹ ਤੇ ਲਾਈਟ ਗਿਰਾਵਾਂਗੇ। ਲਾਈਟ ਕੀ ਹੁੰਦੀ ਆ, ਫੋਟੋਨ ਆਫ એનર્ਜੀ। ਇੱਕ ਫੋਟੋਨ ਆਊਗਾ, ਇਲੈਕਟ੍ਰੋਨ ਨਾਲ ਟਕਰਾਊਗਾ, ਫਿਰ ਉਹ ਫੋਟੋਨ ਟਕਰਾ ਕੇ ਸਾਡੀ ਇੱਥੋਂ ਜਾਣੀ ਵੀ ਮੰਨ ਲਓ ਸਨ ਤੋਂ ਆਇਆ ਉਹ, ਠੀਕ ਹੈ, ਸਾਡੀ ਅੱਖ ਤੱਕ ਟਕਰਾ ਕੇ ਪਹੁੰਚੂਗਾ, ਫਿਰ ਅਸੀਂ ਉਹਨੂੰ ਦੇਖਾਂਗੇ, ਫਿਰ ਸਾਨੂੰ ਦਿਖੂਗਾ ਇਲੈਕਟ੍ਰੋਨ। ਲੇਕਿਨ ਇਹ ਪ੍ਰੋਸੈਸ ਦੇ ਵਿੱਚ ਫੋਟੋਨ ਆਪਣਾ ਮੋਮੈਂਟਮ ਟ੍ਰਾਂਸਫਰ ਕਰ ਦੂਗਾ ਇਲੈਕਟ੍ਰੋਨ, ਕਿਉਂਕਿ ਫੋਟੋਨ ਆਫਟਰ ਆਲ ਇੱਕ ਪਾਰਟੀਕਲ ਹੈ, ਅਸੀਂ ਦੇਖ ਕੇ ਆਏ ਹਾਂ, ਉਹ ਆਪਣਾ ਮੋਮੈਂਟਮ ਟ੍ਰਾਂਸਫਰ ਕਰ ਦੂਗਾ ਇਲੈਕਟ੍ਰੋਨ ਨੂੰ।
ਤਾਂ ਜਦ ਤੱਕ ਸਾਡੇ ਤੱਕ ਫੋਟੋਨ ਪਹੁੰਚੂਗਾ ਉਦੋਂ ਤੱਕ ਉਹ ਆਪਣਾ ਮੋਮੈਂਟਮ ਟ੍ਰਾਂਸਫਰ ਕਰ ਚੁੱਕਿਆ ਹੋਊਗਾ। ਠੀਕ ਹੈ, ਇਸ ਲਈ ਇਹ ਕਿਹਾ ਜਾਂਦਾ ਹਮੇਸ਼ਾ ਕਿ ਅਸੀਂ ਇਲੈਕਟ੍ਰੋਨ ਦਾ ਐਗਜ਼ੈਕਟ ਮੋਮੈਂਟਮ ਨਹੀਂ ਮਾਪ ਸਕਦੇ ਜਾਂ ਉਹਦੀ ਪੋਜੀਸ਼ਨ ਵੀ ਨਹੀਂ ਮਾਪ ਸਕਦੇ, ਕਿਉਂਕਿ ਸਾਡੇ ਦੇਖਣ ਦਾ ਪ੍ਰੋਸੈਸ ਹੀ ਉਹਦੀ ਪੋਜੀਸ਼ਨ ਜਾਂ ਉਹਦਾ ਮੋਮੈਂਟਮ ਡਿਸਟਰਬ ਕਰ ਦਿੰਦਾ। ਇਹ ਚੀਜ਼ ਕਹੀ ਜਾਂਦੀ ਹੈ ਕਿ ਸਾਡਾ ਦੇਖਣ ਦਾ ਪ੍ਰੋਸੈਸ ਹੀ ਹੈ ਜਾਂ ਕਿ ਇਲੈਕਟ੍ਰੋਨ ਦਾ ਜਾਂ ਕਿਸੇ ਹੋਰ ਮਾਈਕਰੋਸਕੋਪਿਕ ਪਾਰਟੀਕਲ ਦਾ, ਬਹੁਤ ਛੋਟੇ ਪਾਰਟੀਕਲ ਦਾ ਮੋਮੈਂਟਮ ਜਾਂ ਪੋਜੀਸ਼ਨ ਚੇਂਜ ਕਰ ਦਿੰਦਾ ਸਾਡਾ ਦੇਖਣ ਦਾ ਪ੍ਰੋਸੈਸ। ਲੇਕਿਨ ਇਹ ਰੀਜ਼ਨ ਠੀਕ ਹੈ, ਇੱਕ ਹੱਦ ਤੱਕ ਠੀਕ ਆ, ਪਰ ਇਹ ਅਸਲੀ ਰੀਜ਼ਨ ਨਹੀਂ ਹੈ। ਇਹ ਸਾਡੀ ਤੁਸੀਂ ਕਹਿ ਲਿਓ ਵੀ ਇਹ ਸਾਡੀ ਗਲਤੀ ਹੈ ਇਹ ਵੀ ਅਸੀਂ ਕੋਈ ਇਹੋ ਜਿਹਾ ਮੈਥਡ ਖੋਜ ਨਹੀਂ ਸਕੇ ਕਿ ਇਲੈਕਟ੍ਰੋਨ ਦੀ ਪੋਜੀਸ਼ਨ ਤੇ ਮੋਮੈਂਟਮ ਬਿਨਾ ਡਿਸਟਰਬ ਕੀਤੇ ਮਾਪ ਸਕੇ। ਲੇਕਿਨ ਇੱਕ ਪੋਸਿਬਿਲਿਟੀ ਤਾਂ ਹੈਗੀ ਆ ਕਿ ਅਗਰ ਇਹੋ ਜਿਹਾ ਮੈਥਡ ਖੋਜ ਲਿਆ ਜਾਵੇ ਤਾਂ ਇਲੈਕਟ੍ਰੋਨ ਦਾ ਮੋਮੈਂਟਮ ਜਾਂ ਪੋਜੀਸ਼ਨ ਐਗਜ਼ੈਕਟ ਮਾਪੀ ਜਾ ਸਕਦੀ ਹੈ। ਅਗਰ ਉਹ ਮੈਥਡ ਹੋਵੇ, ਅਸੀਂ ਟੈਕਨੀਕ ਖੋਜ ਲਈਏ ਕਿ ਬਿਨਾ ਡਿਸਟਰਬ ਕੀਤੇ ਇਲੈਕਟ੍ਰੋਨ ਦਾ ਮੋਮੈਂਟਮ ਜਾਂ ਪੋਜੀਸ਼ਨ ਮਾਪੀ ਜਾ ਸਕੇ। ਇਸ ਇੱਕ ਵਾਰੀ ਕੁਐਸਚਨ ਰਿਪੀਟ ਕਰ ਦੋ। ਇਹਦਾ ਸਰ ਤੁਸੀਂ ਕੁਐਸਚਨ ਕੀ ਕਿਹਾ ਸੀ ਕਿ ਸਾਰੇ ਪਾਰਟੀਕਲ ਇਲੈਕਟ੍ਰੋਨ ਹੈ, ਮੰਨ ਕੋਈ ਵੀ ਪਾਰਟੀਕਲ ਹੈ ਇਲੈਕਟ੍ਰੋਨ ਜਾਂ ਕੋਈ ਵੀ ਛੋਟੇ ਤੋਂ ਛੋਟਾ ਪਾਰਟੀਕਲ, ਮਾਈਕਰੋਸਕੋਪਿਕ ਲੈਣਾ ਆਪਾਂ ਐਟੋਮਿਕ ਲੈਵਲ ਤੇ, ਐਟੋਮਿਕ ਲੈਵਲ ਤੇ ਹੀ ਮੈਟਰ ਵੇਵ ਆ ਜਿਹੜੀ ਡਿਊਲ ਨੇਚਰ ਜ਼ਿਆਦਾ ਨਜ਼ਰ ਚ ਆਉਂਦਾ ਆਪਾਂ ਨੂੰ, ਅਦਰਵਾਈਜ਼ ਨਹੀਂ ਕੋਈ ਇਫੈਕਟ ਹੁੰਦਾ ਡਿਊਲ ਨੇਚਰ। ਸਾਰੀਆਂ ਚੀਜ਼ਾਂ ਐਗਜ਼ੈਕਟ ਹੀ ਰਹਿੰਦੀਆਂ ਨੇ। ਐਟੋਮਿਕ ਲੈਵਲ ਤੇ ਜਾ ਕੇ ਸਾਰੀਆਂ ਚੀਜ਼ਾਂ ਅਪਰੋਕਸੀਮੇਟ ਹੋ ਜਾਂਦੀਆਂ ਨੇ, ਪੋਜੀਸ਼ਨ ਵੀ ਮੋਮੈਂਟਮ। ਤਾਂ ਇਲੈਕਟ੍ਰੋਨ ਦਾ ਮੋਮੈਂਟਮ ਅਸੀਂ ਮਾਪਣਾ, ਪੋਜੀਸ਼ਨ ਮਾਪਣੀ ਹੈ। ਇੱਕ ਕਾਰਨ ਦਿੱਤਾ ਜਾਂਦਾ ਕਿ ਇਲੈਕਟ੍ਰੋਨ ਦਾ ਪੋਜੀਸ਼ਨ ਤੇ ਮੋਮੈਂਟਮ ਤੁਸੀਂ ਐਗਜ਼ੈਕਟ ਨਹੀਂ ਮਾਪ ਸਕਦੇ ਇੱਕੋ ਸਾਥ। ਅਗਰ ਪੋਜੀਸ਼ਨ ਮਾਪੋਗੇ ਤਾਂ ਮੋਮੈਂਟਮ 'ਚ ਅਨਸਰਟਨਟੀ ਵੱਧ ਜੂਗੀ, ਅਗਰ ਮੋਮੈਂਟਮ ਮਾਪੋਗੇ ਤਾਂ ਪੋਜੀਸ਼ਨ 'ਚ ਅਨਸਰਟਨਟੀ ਵੱਧ ਜੂਗੀ। ਉਹਦਾ ਕਾਰਨ ਇਹ ਦਿੱਤਾ ਜਾਂਦਾ ਕਿ ਇੱਕ ਇਲੈਕਟ੍ਰੋਨ ਮੰਨ ਲਓ ਚੱਲ ਰਿਹਾ ਇੱਕ ਸਪੀਡ ਨਾਲ, ਵੀ ਸਪੀਡ ਨਾਲ ਜਾ ਰਿਹਾ, ਐਮ ਉਹਦਾ ਮਾਸ ਆ, ਪੀ ਉਹਦਾ ਮੋਮੈਂਟਮ। ਅਸੀਂ ਚਾਹੁੰਦੇ ਹਾਂ ਕਿ ਉਹਨੂੰ ਦੇਖੀਏ, ਪੋਜੀਸ਼ਨ ਐਗਜ਼ੈਕਟ ਆਪਾਂ ਮਾਪ ਲਈਏ, ਉਹ ਦੇਖ ਕੇ ਮਾਪਾਂਗੇ ਅਸੀਂ ਵੀ ਕਿੱਥੇ ਖੜਾ ਉਹ ਇਲੈਕਟ੍ਰੋਨ ਤੇ ਕਿੰਨੀ ਕੁ ਵੈਲੋਸਿਟੀ ਨਾਲ ਜਾ ਰਿਹਾ। ਤਾਂ ਅਸੀਂ ਮੰਨ ਲਓ ਸਾਨੂੰ ਤੋਂ ਲਾਈਟ ਆਈ ਆ, ਉਹ ਫੋਟੋਨ ਇਲੈਕਟ੍ਰੋਨ ਤੇ ਗਿਰਿਆ ਤੇ ਇਲੈਕਟ੍ਰੋਨ ਤੇ ਗਿਰ ਕੇ ਸਾਡੀ ਅੱਖਾਂ ਤੱਕ ਪਹੁੰਚੂਗਾ, ਤਾਂ ਅਸੀਂ ਉਹਨੂੰ ਦੇਖਾਂਗੇ। ਇਹ ਪ੍ਰੋਸੈਸ ਆ ਦੇਖਣ ਦਾ ਇਲੈਕਟ੍ਰੋਨ ਨੂੰ। ਹੁਣ ਇਸ ਦੇਖਣ ਦੇ ਪ੍ਰੋਸੈਸ ਦੇ ਵਿੱਚ ਫੋਟੋਨ ਜਦ ਇਲੈਕਟ੍ਰੋਨ ਨਾਲ ਟਕਰਾਊਗਾ ਤਾਂ ਆਪਣਾ ਮੋਮੈਂਟਮ ਟ੍ਰਾਂਸਫਰ ਕਰ ਦੂਗਾ। ਹੁਣ ਇਹ ਮੋਮੈਂਟਮ ਟ੍ਰਾਂਸਫਰ ਹੋ ਚੁੱਕਿਆ। ਅਸੀਂ ਜਿਹੜਾ ਹੁਣ ਫੋਟੋਨ ਨੂੰ ਦੇਖਾਂਗੇ ਉਹਨੂੰ ਫੋਟੋਨ ਦਾ ਮੋਮੈਂਟਮ ਮਿਲ ਚੁੱਕਿਆ, ਤਾਂ ਉਹ ਇਲੈਕਟ੍ਰੋਨ ਦਾ ਜਿਹੜਾ ਮੋਮੈਂਟਮ ਹੋਊਗਾ ਹੁਣ ਉਹ ਅਸਲੀ ਮੋਮੈਂਟਮ ਨਹੀਂ ਹੋਊਗਾ ਜਿਹੜਾ ਪਹਿਲਾਂ ਸੀ, ਨਾ ਉਹਦੀ ਵੈਲੋਸਿਟੀ ਅਸਲੀ ਹੋਊਗੀ ਜਿਹੜੀ ਪਹਿਲਾਂ ਸੀ, ਉਹ ਇਨਕਰੀਜ਼ ਹੋ ਚੁੱਕੀ ਹੋ ਕੁਝ। ਤਾਂ ਮੈਂ ਇਹ ਕਹਿ ਰਿਹਾ ਸੀ ਕਿ ਇਹ ਸਾਡਾ ਫਾਲਟ ਹੈ, ਸਾਡਾ ਦੇਖਣ ਦਾ ਜਿਹੜਾ ਢੰਗ ਹੈ ਉਹਦਾ ਫਾਲਟ ਹੈ, ਇਲੈਕਟ੍ਰੋਨ ਦਾ ਕਸੂਰ ਨਹੀਂ ਹੈਗਾ ਇਸ ਮੈਥਡ ਦੇ ਵਿੱਚ। ਲੇਕਿਨ ਅਗਰ ਅਸੀਂ ਕਦੇ ਇਹੋ ਜਿਹਾ ਮੈਥਡ ਖੋਜ ਲਈਏ ਕਿ ਅਸੀਂ ਡਿਸਟਰਬ ਨਾ ਕਰੀਏ ਇਹਨੂੰ ਬਿਲਕੁਲ ਵੀ ਇਲੈਕਟ੍ਰੋਨ ਨੂੰ, ਤਾਂ ਇਟ ਮੀਨਸ ਅਸੀਂ ਉਹਦੀ ਪੋਜੀਸ਼ਨ ਤੇ ਮੋਮੈਂਟਮ ਐਗਜ਼ੈਕਟ ਮਾਪ ਲਾਂਗੇ। ਇਹ ਜਿਹੜਾ ਰੀਜ਼ਨ ਦਿੱਤਾ ਜਾਂਦਾ ਇਹਦੇ ਹਿਸਾਬ ਨਾਲ ਨਹੀਂ, ਅਸੀਂ ਕਦੇ ਨਹੀਂ ਮਾਪ ਸਕਦੇ, ਫਿਰ ਵੀ ਨਹੀਂ ਮਾਪ ਸਕਦੇ, ਚਾਹੇ ਅਸੀਂ ਇਹਦੀ ਪੋਜੀਸ਼ਨ ਡਿਸਟਰਬ ਕਰੀਏ ਚਾਹੇ ਨਾ ਕਰੀਏ, ਚਾਹੇ ਅਸੀਂ ਇਹਨੂੰ ਦੇਖੀਏ ਚਾਹੇ ਨਾ ਦੇਖੀਏ। ਅਸੀਂ ਇਹਦਾ ਮੋਮੈਂਟਮ ਤੇ ਪੋਜੀਸ਼ਨ ਕਦੇ ਨਹੀਂ ਐਗਜ਼ੈਕਟ ਮਾਪ ਸਕਦੇ। ਇਹ ਇਨ ਪ੍ਰਿੰਸੀਪਲ ਕੁਝ ਗੱਲਾਂ ਗਲਤ ਹੁੰਦੀਆਂ, ਇਹ ਇਨ ਪ੍ਰਿੰਸੀਪਲ ਗਲਤ ਹੈ। ਇਹ ਸਾਡੀ ਗਲਤੀ ਨਹੀਂ ਹੈਗੀ, ਇਹ ਪੋਜੀਸ਼ਨ, ਇਹ ਇਲੈਕਟ੍ਰੋਨ ਦਾ ਨੇਚਰ ਹੈ, ਡਿਊਲ ਨੇਚਰ ਦੀ ਇਹ ਖਾਸੀਅਤ ਹੁੰਦੀ ਹੈ ਕਿ ਨਾ ਤਾਂ ਉਹਦੀ ਐਗਜ਼ੈਕਟ ਪੋਜੀਸ਼ਨ ਹੁੰਦੀ ਹੈ ਡਿਊਲ ਨੇਚਰ ਦੀ, ਨਾ ਉਹਦਾ ਐਗਜ਼ੈਕਟ ਮੋਮੈਂਟਮ ਹੁੰਦਾ। ਦੋਨੇ ਚੀਜ਼ਾਂ ਐਗਜ਼ੈਕਟ ਨਹੀਂ ਹੋ ਸਕਦੀਆਂ ਇੱਕ ਸਾਥ। ਇੱਕ ਚੀਜ਼ ਐਗਜ਼ੈਕਟ ਹੋ ਸਕਦੀ ਹੈ ਇੱਕ ਟਾਈਮ 'ਚ, ਤਾਂ ਦੂਜੇ 'ਚ ਅਨਸਰਟਨਟੀ ਇਨਫਾਈਨਾਈਟ ਹੋਈ। ਇਹਦੇ ਪਿੱਛੇ ਦਾ ਰੀਜ਼ਨ ਹੈ ਡਿਊਲ ਨੇਚਰ, ਆਹ ਰੀਜ਼ਨ ਨਹੀਂ ਹੈਗਾ ਦੇਖਣ ਦਾ ਪ੍ਰੋਸੈਸ। ਇਹ ਕਈ ਜਗ੍ਹਾ ਤੇ ਦਿੱਤਾ ਹੋਇਆ
reason behind uncertainty principle, Heisenberg uncertainty principle is dual nature of matter. ਇਸ ਤੋਂ ਬਾਅਦ ਅਸੀਂ ਹੁਣ ਸਾਨੂੰ ਇੱਕ ਵੇਵ ਪੈਕੇਟ ਮਿਲ ਗਿਆ ਜਿਹੜਾ ਡਿਸਕ੍ਰਾਈਬ ਕਰ ਸਕਦਾ ਹੈ ਕਿਸੇ ਮੈਟਰ ਵੇਵ ਨੂੰ ਤੇ ਡਿਊਲ ਨੇਚਰ ਨੂੰ, ਬੇਸਿਕਲੀ ਦੋਨਾਂ ਨੂੰ, ਪਾਰਟੀਕਲ ਨੇਚਰ ਨੂੰ ਤੇ ਵੇਵ ਨੇਚਰ ਨੂੰ। ਹੁਣ ਇਹ ਵੇਵ ਪੈਕੇਟ ਲਈ ਦਾ ਜਿਹੜਾ ਵੇਵ ਫੰਕਸ਼ਨ ਆ ਉਹ ਅਸੀਂ ਡਰਾਈਵ ਕਿਤੋਂ ਕਰਦੇ ਆ? ਇਹ ਅਸੀਂ ਡਰਾਈਵ ਕਰਦੇ ਆ ਹਾਈਜ਼ਨਬਰਗ ਸਕ੍ਰੋਡਿੰਗਰ ਵੇਵ ਇਕੁਏਸ਼ਨ ਤੋਂ, ਜਿਹੜੀ ਹੁਣ ਲਿਖੀ ਸੀ ਆਪਾਂ ਆ ਇਕੁਏਸ਼ਨ -h² by 2m curly square by curly x square psi x plus vx psi x is equal to e psi x। ਇਸ ਡਿਫਰੈਂਸ਼ੀਅਲ ਇਕੁਏਸ਼ਨ ਤੋਂ ਅਸੀਂ ਕੱਢਦੇ ਹਾਂ ਵੇਵ ਫੰਕਸ਼ਨ ਉਸ ਪਾਰਟੀਕਲ ਦਾ। ਇਹ ਇਕੁਏਸ਼ਨ ਸਾਨੂੰ ਸਕ੍ਰੋਡਿੰਗਰ ਨੇ ਦਿੱਤੀ। ਹੁਣ ਜਿਹੜੀਆਂ ਡਿਫਰੈਂਸ਼ੀਅਲ ਇਕੁਏਸ਼ਨਸ ਹੁੰਦੀਆਂ ਨੇ ਉਹ ਜ਼ਿਆਦਾ ਜਨਰਲ ਇਕੁਏਸ਼ਨਸ ਹੁੰਦੀਆਂ ਨੇ, ਇਸ ਲਈ ਇਹਨਾਂ ਦਾ ਹਮੇਸ਼ਾ ਯੂਜ਼ ਕੀਤਾ ਜਾਂਦਾ। ਅਦਰਵਾਈਜ਼ ਅਗਰ ਅਸੀਂ ਇੱਕ ਸਿਸਟਮ ਲਈ ਵੇਵ ਫੰਕਸ਼ਨ ਲਿਖਣਾ ਹੁੰਦਾ, ਕੋਈ ਪਾਰਟੀਕਲ ਆ, ਮੰਨ ਲਓ ਫ੍ਰੀ ਪਾਰਟੀਕਲ ਹੈ, ਫ੍ਰੀਲੀ ਘੁੰਮ ਰਿਹਾ ਇੱਕ ਪਾਰਟੀਕਲ ਹੈ, ਮੰਨ ਲਓ ਉਹ ਬਾਕਸ ਦੇ ਵਿੱਚ ਕੈਦ ਹੈ, potential box ਦੇ ਵਿੱਚ, ਇਧਰ ਵੀ potential ਇਨਫਾਈਨਾਈਟ ਹੈ, ਇਧਰ potential 0 ਹੈ, ਇਧਰ ਵੀ potential ਇਨਫਾਈਨਾਈਟ ਹੈ। ਇੱਕ ਪਾਰਟੀਕਲ ਆ, ਮੰਨ ਲਓ ਉਹ ਸਟੈਪ ਪੋਟੈਂਸ਼ੀਅਲ ਚ ਹੈ, ਕੈਦ ਨਹੀਂ ਹੈਗਾ, ਉਹ ਸਟੈਪ ਪੋਟੈਂਸ਼ੀਅਲ ਦੇ ਇਧਰਲੇ ਪਾਸੇ ਹੈ। ਆ ਪੋਟੈਂਸ਼ੀਅਲ ਇੱਥੋਂ ਤੋਂ ਇੱਥੇ ਤੱਕ v, ਇੱਥੇ ਪੋਟੈਂਸ਼ੀਅਲ ਹੈ 0, ਪਾਰਟੀਕਲ ਆ ਖੜਾ। ਤਾਂ ਇਹ ਮੰਨ ਲਓ ਤਿੰਨ ਤਰ੍ਹਾਂ ਦੇ ਸਾਡੇ ਕੋਲੇ ਸਿਸਟਮ ਨੇ। ਇੱਕ ਸਿਸਟਮ ਹੋਰ ਲੈ ਲੈਂਦੇ ਆਪਾਂ, ਆ ਸਿੰਪਲ ਹਾਰਮੋਨਿਕ ਆਸੀਲੇਟਰ ਦਾ ਸਿਸਟਮ। ਆ ਪੋਟੈਂਸ਼ੀਅਲ ਹੈ, ਪੋਟੈਂਸ਼ੀਅਲ ਇੱਥੇ ਸਿੰਪਲ ਹਾਰਮੋਨਿਕ ਚ ਕੀ ਹੁੰਦਾ 1/2 m omega square x square, ਇਹ ਹੁੰਦਾ ਪੋਟੈਂਸ਼ੀਅਲ। ਸਰ ਆਪਾਂ ਹੁਣ ਕੀ ਐਕਸਪਲੇਨ ਕਰਨ ਜਾ ਰਹੇ, ਥੋੜਾ ਇੱਕ ਵਾਰੀ ਥੋੜਾ ਹੈਡਿੰਗ ਜਿਹਾ ਦੱਸੋ। ਇਹਦੇ ਚ ਮੈਂ ਇਹ ਦੱਸ ਰਿਹਾ ਸਿੰਪਲੀ, ਅਜੇ ਮੈਂ ਇਹ ਸ਼ੁਰੂਆਤ ਹੀ ਕਰ ਰਿਹਾ ਕਿ ਸਕ੍ਰੋਡਿੰਗਰ ਵੇਵ ਇਕੁਏਸ਼ਨ ਹੀ ਕਿਉਂ ਯੂਜ਼ ਕੀਤੀ ਜਾਂਦੀ ਹੈ, ਡਿਫਰੈਂਸ਼ੀਅਲ ਇਕੁਏਸ਼ਨ ਹੀ ਕਿਉਂ ਯੂਜ਼ ਕੀਤੀ ਜਾਂਦੀ ਹੈ। ਆਪਾਂ ਸਿੱਧੇ ਵੇਵ ਫੰਕਸ਼ਨ ਕਿਉਂ ਨਹੀਂ ਲਿਖ ਸਕਦੇ? ਹੁਣ ਇੱਥੇ ਕੀ ਕਰਾਂਗੇ ਆਪਾਂ, ਸਕ੍ਰੋਡਿੰਗਰ ਵੇਵ ਇਕੁਏਸ਼ਨ ਚ ਨਾ ਕਿਸੇ ਸਿਸਟਮ ਦਾ ਪੋਟੈਂਸ਼ੀਅਲ ਪੁੱਟ ਕਰਾਂਗੇ। ਦੇਖੋ ਅਲੱਗ-ਅਲੱਗ ਸਿਸਟਮ ਇੱਥੇ ਆਉਣਗੇ। ਅਗਰ ਫ੍ਰੀ ਪਾਰਟੀਕਲ ਹੈ, ਇੱਥੇ ਪੋਟੈਂਸ਼ੀਅਲ ਕੀ ਆ 0 ਆ, ਤਾਂ ਮੈਂ ਇਹ ਵੇਵ ਇਕੁਏਸ਼ਨ ਦੇ ਵਿੱਚ ਦੇਖੋ ਆ ਪੋਟੈਂਸ਼ੀਅਲ ਆ ਗਿਆ ਨਾ, ਆ ਪੋਟੈਂਸ਼ੀਅਲ ਦੀ ਵੈਲਿਊ ਇੱਥੇ 0 ਪੁੱਟ ਕਰੂੰਗਾ। 0 ਪੁੱਟ ਕਰਕੇ ਆ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲੂਸ਼ਨ ਕੱਢੂਗਾ। ਡਿਫਰੈਂਸ਼ੀਅਲ ਇਕੁਏਸ਼ਨ ਦੇ ਜਿਹੜੇ ਸੋਲੂਸ਼ਨ ਹੋਣਗੇ ਉੱਥੋਂ ਆਪਾਂ ਨੂੰ ਕੀ ਨਿਕਲ ਜੂਗਾ, ਵੇਵ ਫੰਕਸ਼ਨ ਨਿਕਲ ਜੂਗਾ, ਕੁਝ ਵੇਵ ਫੰਕਸ਼ਨ ਆਊਗਾ। ਇੱਥੇ ਪੋਟੈਂਸ਼ੀਅਲ ਦੀ ਵੈਲਿਊ ਪੁੱਟ ਕਰ, ਠੀਕ ਹੈ। ਇਸ ਸਿਸਟਮ ਲਈ ਅਲੱਗ ਹੋਊਗਾ ਪੋਟੈਂਸ਼ੀਅਲ, ਇੱਥੇ ਅਲੱਗ ਪੋਟੈਂਸ਼ੀਅਲ ਹੈ, ਉਹ ਇੱਥੇ ਪੁੱਟ ਕਰਾਂਗੇ ਆਪਾਂ। ਉਹਦੇ ਲਈ ਫਿਰ ਇੱਥੇ ਵੇਵ ਫੰਕਸ਼ਨ ਆਉਣਗੇ। ਆਹ ਪੋਟੈਂਸ਼ੀਅਲ ਸਿਸਟਮ ਅਲੱਗ ਹੈ, ਇੱਥੇ v ਆ ਪੋਟੈਂਸ਼ੀਅਲ ਸਿਸਟਮ, ਉੱਥੇ ਆਪਾਂ ਪੁੱਟ ਕਰਾਂਗੇ, ਉਹਦੇ ਲਈ ਵੇਵ ਫੰਕਸ਼ਨ ਅਲੱਗ ਆਊਗਾ। ਤਾਂ ਇੱਕ ਜਨਰਲ ਇਕੁਏਸ਼ਨ ਬਣ ਗਈ ਸਕ੍ਰੋਡਿੰਗਰ ਵੇਵ ਇਕੁਏਸ਼ਨ। ਤੇ ਤੁਸੀਂ ਅਲੱਗ-ਅਲੱਗ ਸਿਸਟਮ ਦਾ ਇੱਥੇ ਪੋਟੈਂਸ਼ੀਅਲ ਪੁੱਟ ਕਰੋ, ਉਹ ਪੁੱਟ ਕਰਕੇ ਸਾਡੇ ਕੋਲੇ ਵੇਵ ਫੰਕਸ਼ਨ ਆ ਜਾਊਗਾ। ਇਹ ਵੇਵ ਫੰਕਸ਼ਨ ਕਿਹਨੂੰ ਰਿਪਰੈਜ਼ੈਂਟ ਕਰੂਗਾ? ਡਿਊਲ ਨੇਚਰ ਨੂੰ, ਉਸ ਪਾਰਟੀਕਲ ਦੇ, ਉਸ ਪਾਰਟੀਕਲ ਨੂੰ ਵੀ ਰਿਪਰੈਜ਼ੈਂਟ ਕਰੂਗਾ, ਉਹਦੇ ਨਾਲ ਐਸੋਸੀਏਟਡ ਮੈਟਰ ਦੇ ਰਿਪਰੈਜ਼ੈਂਟ ਕਰੂਗਾ। ਨੋਟ ਕੀ ਕਰਨੀ ਹੈ? ਪਹਿਲੀ ਚੀਜ਼ ਤਾਂ ਤੁਸੀਂ ਇਹ ਨੋਟ ਕਰਨੀ ਹੈ, ਜਿਹੜੀ ਤੁਸੀਂ ਯਾਦ ਰੱਖਣੀ ਹੈ, ਸਕ੍ਰੋਡਿੰਗਰ ਵੇਵ ਇਕੁਏਸ਼ਨ ਯਾਦ ਰੱਖਣੀ ਹੈ ਪਹਿਲੀ। ਦੂਜੀ ਕੁਝ ਆਪਰੇਟਰ ਯਾਦ ਰੱਖਣੇ ਨੇ, ਕਿਨੈਟਿਕ એનર્ਜੀ ਆਪਰੇਟਰ, ਪੋਟੈਂਸ਼ੀਅਲ એનર્ਜੀ, ਇਹ ਆਪਰੇਟਰ ਯਾਦ ਰੱਖਣੇ ਨੇ। ਇੱਕ ਮੋਮੈਂਟਮ ਆਪਰੇਟਰ ਵੀ ਯਾਦ ਰੱਖਣਾ, ਇਹ ਹੁੰਦਾ -iota h² ਕਰਲੀ ਸਕੁਅਰ ਬਾਈ ਕਰਲੀ x²। ਇਹ ਆਪਰੇਟਰ ਯਾਦ ਰੱਖਣੇ ਨੇ।
ਇਹ ਡਿਫਰੈਂਸ਼ੀਅਲ ਇਕੁਏਸ਼ਨ ਯਾਦ ਰੱਖਣੀ ਹੈ। ਇਹਦਾ ਹੁਣ ਅੱਗੇ ਆ ਕੇ ਯੂਜ਼ ਕਰਾਂਗੇ ਆਪਾਂ ਜਦ ਕਿਸੇ ਪੋਟੈਂਸ਼ੀਅਲ ਸਿਸਟਮ ਦੇ ਲਈ, ਪੋਟੈਂਸ਼ੀਅਲ ਵੈਲ ਦੇ ਲਈ ਇਹਨੂੰ ਸੋਲਵ ਕਰਾਂਗੇ, ਉੱਥੇ ਯੂਜ਼ ਹੋਊਗਾ। ਹੁਣ ਆਪਾਂ ਇੱਕ ਚੀਜ਼ ਦੇਖ ਲਈ ਇੱਥੇ कि ऑपरेटर्स की होंगे। सर मोमेंटम ऑपरेटर में माइनस आयोटा आएगा या सिर्फ आयोटा आएगा? माइनस आयोटा आएगा। पोटेंशियल ऑपरेटर ਦੇ ਵਿੱਚ माइनस आयोटा h कट माइनस आयोटा h कट है ਇੱਥੇ h कट स्क्वायर नहीं हैगा, करली बाय करली x करली स्क्वायर भी नहीं हैगा। आहा पोटेंशियल ऑपरेटर सर हम अगर मतलब किसी काइनेटिक एनर्जी ऑपरेटर में कन्वर्ट करें तो हम यही लिखेंगे ना p²/2m। हाँ बिल्कुल, काइनेटिक एनर्जी की होती है p²/2m। ਇਹਦਾ ਜਦ ਸਕੁਅਰ ਕਰਾਂਗੇ ਕੀ ਹੋਊਗਾ, ਮਾਈਨਸ x ਕਟ ਸਕੁਅਰ करली स्क्वायर बाय करली x स्क्वायर बाय 2m। ठीक है सर। काइनेटिक एनर्जी ऑपरेट आ गया इसमें। ਇਹ ਤਾਂ ਜਨਰਲ ਇੰਟਰੋਡਕਸ਼ਨ ਹੀ ਚੱਲ ਰਹੀ ਹੈ ਸਾਰੀ ਚੀਜ਼ਾਂ ਦੀ ਕਿਵੇਂ ਹੈ, ਤਾਂ ਕਿ ਤੁਹਾਨੂੰ ਜਦੋਂ ਮੈਂ ਟਰਮਸ ਯੂਜ਼ ਕਰਾਂ, ਅਗਰ ਮੈਂ ਮੰਨ ਲਓ ਉੱਥੇ ਬੋਲਿਆ ਕਰਾਂ ਕਿ ਆਪਰੇਟਰ ਇਹ ਆਪਰੇਟ ਕੀਤਾ ਇੱਥੇ ਇਹ ਕਰਕੇ ਆ ਚੀਜ਼ ਆ ਗਈ, ਤਾਂ ਤੁਹਾਨੂੰ ਘੱਟੋ ਘੱਟ ਸਮਝ ਆਵੇ ਚੀਜ਼ਾਂ ਵੀ ਆਪਰੇਟਰ ਹੁੰਦਾ ਕੀ ਹੈ, ਵੇਵ ਫੰਕਸ਼ਨ ਹੁੰਦਾ ਕੀ ਹੈ, ਸਕੋਰਡਿੰਗਰ ਇਕੁਏਸ਼ਨ ਹੁੰਦੀ ਕੀ ਹੈ, ਆਈ ਕਿੱਥੋਂ ਕਿਹੜੀ ਚੀਜ਼। ਹੁਣ ਆਪਾਂ ਆਪਰੇਟਰ ਦੇਖਦੇ ਹਾਂ ਵੀ ਆਪਰੇਟਰ ਕੀ ਹੁੰਦਾ ਹੈ। ऑपरेटर्स देखो ਜਿਹੜੀ ਆਪਣੀ ਕਲਾਸੀਕਲ ਮਕੈਨਿਕਸ ਆ, ਉਹ ਕਲਾਸੀਕਲ ਡੋਮੇਨ ਦੇ ਵਿੱਚ ਕੰਮ ਕਰਦੀ ਹੈ। ਉਹ ਚੀਜ਼ਾਂ ਜਿਨ੍ਹਾਂ ਦਾ ਮਾਸ ਬਹੁਤ ਜ਼ਿਆਦਾ, ਜਦ ਮਾਸ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਵੇਵ ਨੇਚਰ ਇੰਨਾ ਡਿਸਟਰਬ ਨਹੀਂ ਕਰਦਾ ਚੀਜ਼ਾਂ ਨੂੰ, ਉੱਥੇ ਚੀਜ਼ਾਂ ਸਰਟਨ ਹੋ ਜਾਂਦੀਆਂ ਨੇ, ਐਗਜ਼ੈਕਟ ਚੀਜ਼ਾਂ ਮਾਪ ਸਕਦੇ ਆਪਾਂ। ਜਿਵੇਂ ਅੱਜ ਤੱਕ ਆਪਾਂ ਕਿਸੇ ਪਾਰਟੀਕਲ ਦੀ, ਕਲਾਸੀਕਲ ਪਾਰਟੀਕਲ ਦੀ એનર્ਜੀ ਐਗਜ਼ੈਕਟ ਮਾਪਦੇ ਆਏ ਆ, ਮੋਮੈਂਟਮ ਐਗਜ਼ੈਕਟ ਮਾਪਦੇ ਆਏ ਆ, ਵੈਲੋਸਿਟੀ ਆਪਾਂ ਐਗਜ਼ੈਕਟ ਮਾਪ ਲੈਂਦੇ ਆ, ਸਪੀਡੋਮੀਟਰ ਲੱਗੇ ਹੁੰਦੇ ਨੇ, ਇੱਥੇ ਚੰਡੀਗੜ੍ਹ 'ਚ ਚਲਾਣਾ ਹੋ ਜਾਂਦਾ ਅਗਰ 60 ਦੀ ਸਪੀਡ ਤੋਂ ਜ਼ਿਆਦਾ ਜਾਵੇ ਕੋਈ ਗੱਡੀ, ਤਾਂ ਚੀਜ਼ਾਂ ਆਪਾਂ ਐਗਜ਼ੈਕਟ ਮਾਪ ਲੈਂਦੇ ਆ ਇੱਥੇ। ਠੀਕ ਹੈ, ਸਪੀਡ ਅਗਰ ਐਗਜ਼ੈਕਟ ਮਾਪ ਲਈ, ਮਾਸ ਸਾਨੂੰ ਪਤਾ ਗੱਡੀ ਦਾ, ਤਾਂ ਅਸੀਂ ਉਹਦਾ ਮੋਮੈਂਟਮ ਮਾਪ ਲਿਆ, ਉਹਦੀ ਪੋਜੀਸ਼ਨ ਮਾਪ ਲਈ, ਤਾਂ ਸਾਰੀਆਂ ਚੀਜ਼ਾਂ ਕਲਾਸੀਕਲ ਵਰਲਡ ਦੇ ਵਿੱਚ ਐਗਜ਼ੈਕਟ ਚੱਲਦੀਆਂ ਨੇ। ਠੀਕ ਹੈ, ਅਗਰ ਮੋਮੈਂਟਮ ਆਪਣਾ, ਤਾਂ ਸਾਡੇ ਕੋਲ ਫਾਰਮੂਲਾ ਸਿੰਪਲੀ ਆਹ ਫਾਰਮੂਲਾ ਸਾਡੇ ਕੋਲ ਮੋਮੈਂਟਮ, m ਦੀ ਵੈਲਿਊ ਭਰਾਂਗੇ, ਮਾਸ ਦੀ ਵੈਲਿਊ ਭਰਾਂਗੇ, ਵੈਲੋਸਿਟੀ ਭਰਾਂਗੇ, ਇੱਥੇ ਸਾਡੇ ਕੋਲ ਮੋਮੈਂਟਮ ਆ ਜਾਊਗਾ। ਕਾਈਨੈਟਿਕ એનર્ਜੀ ਮਾਪਣੀ ਹੈ ਅਸੀਂ, ਤਾਂ ਉਹ ਵੀ ਮਾਪ ਸਕਦੇ ਹਾਂ। ਉਹ ਸਾਡੇ ਕੋਲ ਕੀ ਹੁੰਦੀ ਹੈ, ਹਾਫ mv²। ਦੋ ਚੀਜ਼ਾਂ ਚਾਹੀਦੀਆਂ ਸਾਨੂੰ, ਇਹ ਤੋਂ ਕਾਈਨੈਟਿਕ એનર્ਜੀ ਆ ਜੂ ਸਾਡੇ ਕੋਲ। ਹੁਣ ਕਲਾਸੀਕਲ ਵਰਲਡ ਦੇ ਵਿੱਚ ਆਪਾਂ ਸਿੰਪਲੀ ਵੈਲਿਊਜ਼ ਪੁੱਟ ਕਰਕੇ ਕੁਆਂਟੀਟੀਜ਼ ਦੀਆਂ ਕੱਢ ਲੈਂਦੇ ਆ, ਕੋਈ ਕੁਆਂਟੀਟੀ ਨੂੰ ਮੈਜ਼ਰ ਕਰ ਲੈਂਦੇ ਆ, ਆਪਾਂ ਮੋਮੈਂਟਮ ਮੈਜ਼ਰ ਕਰ ਲਿਆ, ਬਾਕੀ ਚੀਜ਼ਾਂ ਮੈਜ਼ਰ ਕਰ ਲੈਂਦੇ ਆਪਾਂ। ਬਟ ਕੁਆਂਟਮ ਮਕੈਨਿਕਸ ਦੇ ਵਿੱਚ ਇਹ ਚੀਜ਼ ਨਹੀਂ। ਕੁਆਂਟਮ ਮਕੈਨਿਕਸ ਦੇ ਵਿੱਚ ਕਿਉਂਕਿ ਡਿਊਲ ਨੇਚਰ ਹੋ ਜਾਂਦਾ, ਤਾਂ ਸਾਰੀ ਚੀਜ਼ ਅਪਰੋਕਸੀਮੇਸ਼ਨ ਚ ਆ ਜਾਂਦੀ ਹੈ, ਪ੍ਰੋਬੇਬਿਲਿਟੀ ਹੋ ਜਾਂਦੀ ਹੈ ਸਾਰੀ, ਡਾਇਰੈਕਟਲੀ ਨਹੀਂ ਮਾਪ ਸਕਦੇ ਆਪਾਂ। ਹੁਣ ਇੱਥੇ ਹਰ ਕੁਆਂਟੀਟੀ ਮਾਪਣ ਲਈ ਇੱਥੇ ਇੱਕ ਆਪਰੇਟਰ ਬਣਿਆ, ਹਰ ਕੁਆਂਟੀਟੀ ਨੂੰ ਮੈਜ਼ਰ ਕਰਨ ਲਈ ਆਪਰੇਟਰ ਹੈ। ਅਗਰ ਅਸੀਂ ਪੋਜੀਸ਼ਨ ਮੈਜ਼ਰ ਕਰਨੀ ਹੈ ਤਾਂ ਉਹਦੇ ਲਈ ਪੋਜੀਸ਼ਨ ਆਪਰੇਟਰ, x ਦੇ ਉੱਪਰ ਕੈਪ ਲੱਗੂਗਾ, ਇਹ ਆ ਪੋਜੀਸ਼ਨ ਆਪਰੇਟਰ। ਅਗਰ ਮੋਮੈਂਟਮ ਮੈਜ਼ਰ ਕਰਨਾ ਤਾਂ p ਕੈਪ ਹੈ। ਅਗਰ ਕਾਈਨੈਟਿਕ એનર્ਜੀ ਮੈਜ਼ਰ ਕਰਨੀ ਹੈ ਕਿਸੇ ਪਾਰਟੀਕਲ ਦੀ, ਤਾਂ ਸਾਡੇ ਕੋਲ ਇੱਥੇ t ਆਪਰੇਟਰ ਆ। ਅਗਰ એનર્ਜੀ ਮਾਪਣੀ ਹੈ ਅਸੀਂ ਟੋਟਲ એનર્ਜੀ, ਤਾਂ h ਕੈਪ ਹੈ ਸਾਡੇ ਕੋਲ ਆਪਰੇਟਰ। ਤਾਂ ਹਰ ਚੀਜ਼ ਮੈਜ਼ਰ ਕਰਨ ਲਈ ਇੱਥੇ ਆਪਰੇਟਰਸ ਦਾ ਯੂਜ਼ ਹੁੰਦਾ। ਹੁਣ ਇਹ ਆਪਰੇਟਰ ਕਰਦੇ ਕੀ ਨੇ, ਇਹ ਇੱਕ ਮੈਥਮੈਟੀਕਲ ਰੂਲ ਹੁੰਦੇ ਨੇ, ਇਹ ਮੈਥਮੈਟੀਕਲ ਰੂਲ ਨੇ, ਇੱਕ ਮੈਥਮੈਟੀਕਲ ਫੰਕਸ਼ਨ ਹੀ ਨੇ ਇੱਕ ਤਰ੍ਹਾਂ ਦਾ ਇਹ ਆਪਰੇਟਰਸ।
ਜਿਵੇਂ ਕਿ ਇਹਨਾਂ ਦੇ ਡੈਫੀਨੇਸ਼ਨ ਤੋਂ ਹੀ ਪਤਾ ਲੱਗਦਾ, ਆਪਾਂ ਇਹਦੀ ਸ਼ਬਦ ਤੋਂ ਹੀ ਪਤਾ ਲੱਗਦਾ ਆਪਰੇਟਰਸ ਤੋਂ, ਇਹ ਆਪਰੇਟ ਹੁੰਦੇ ਕਾਹਦੇ ਤੇ? ਵੇਵ ਫੰਕਸ਼ਨ ਤੇ। ਆ ਜਿਹੜਾ ਵੇਵ ਫੰਕਸ਼ਨ ਆ ਸਾਡੇ ਕੋਲ, ਸਰ એનર્ਜੀ ਲਈ E ਨਹੀਂ ਹੋਊਗਾ, H ਤਾਂ ਹੈਮਿਲਟੋਨੀਅਨ ਨਹੀਂ ਸੀ। E ਨੂੰ એનર્ਜੀ, ਹਾਂ એનર્ਜੀ ਆਪਰੇਟਰ ਹੈ। H ਹੈ ਜਿਹੜਾ ਇੱਥੇ ਸਾਡੇ ਕੋਲ એનર્ਜੀ ਆਪਰੇਟਰ ਹੈ, ਹੈਮਿਲਟੋਨੀਅਨ ਆਪਰੇਟਰ, ਟੋਟਲ એનર્ਜੀ ਆਪਰੇਟਰ ਹੀ ਹੈ। E ਨੂੰ ਉੱਥੇ એનર્ਜੀ ਆਈਗਨ ਵੈਲਿਊਜ਼ ਦੇ ਤੌਰ ਤੇ ਆਪਾਂ ਯੂਜ਼ ਕਰਦੇ, એનર્ਜੀ ਆਈਗਨ ਵੈਲਿਊਜ਼। ਇੱਕ ਸਕੇਲਰ ਵੈਲਿਊਜ਼ ਦੇ ਤੌਰ ਤੇ ਉੱਥੇ ਯੂਜ਼ ਕੀਤਾ ਜਿਵੇਂ ਸਕੋਰਡਿੰਗਰ ਵੇਵ ਇਕੁਏਸ਼ਨ। ਦੇਖੋ ਆ ਲਿਖਿਆ ਸੀ ਨਾ, ਆ ਜਿਹੜਾ ਹੈਗਾ ਇੱਥੇ ਆਪਰੇਟਰ ਨਹੀਂ ਹੈਗਾ, ਗੱਲ ਯਾਦ ਰੱਖਣਾ, ਇਹ ਆਪਰੇਟਰ ਨਹੀਂ ਹੈਗਾ ਇੱਥੇ, ਇਹ એનર્ਜੀ ਆਈਗਨ ਵੈਲਿਊਜ਼ ਨੇ, ਇੱਕ ਸਕੇਲਰ ਵੈਲਿਊ એનર્ਜੀ, ਆਪਰੇਟਰ ਹੈ। जब हम कटांगे तो आप सॉल्व करेंगे स्कॉर्डिंगर इक्वेशन, उदों पता लगूगा। ਤਾਂ ਇਹ ਆਪਰੇਟਰਸ ਨੂੰ ਆਪਰੇਟ ਕੀਤਾ ਜਾਂਦਾ ਕਿਹਦੇ ਤੇ? ਵੇਵ ਫੰਕਸ਼ਨ ਤੇ ਆਪਰੇਟ ਹੁੰਦੇ। ਜਿਵੇਂ ਇੱਥੇ x ਆਪਰੇਟਰ ਆ, ਉਹ ਵੇਵ ਫੰਕਸ਼ਨ ਤੇ ਆਪਰੇਟ ਹੋਊਗਾ। ਸਾਨੂੰ ਇੱਥੇ ਸਾਡੇ ਕੋਲ ਇੱਕ ਸਕੇਲਰ ਵੈਲਿਊ ਆ ਜੂਗੀ ਪੋਜੀਸ਼ਨ ਦੀ, ਜਿਹਨੂੰ ਲੈਮਡਾ ਕਹਾਂਗੇ ਆਪਾਂ, ਜਿਹਨੂੰ ਆਈਗਨ ਵੈਲਿਊ ਕਹਿੰਦੇ ਨੇ, ਇੱਕ ਵੈਲਿਊ ਆ ਜੂਗੀ ਤੇ ਆਪਰੇਟਰ ਦੁਬਾਰਾ ਸੌਰੀ ਵੇਵ ਫੰਕਸ਼ਨ ਆ ਜੂਗਾ, ਐ ਆਪਰੇਟ ਹੋਊਗਾ ਸਾਡੇ ਕੋਲ। ਮੰਨ ਲਓ ਅਸੀਂ ਕੀ ਮੋਮੈਂਟਮ ਲਿਖਿਆ ਸਰ? ਸਰ ਕੀ ਲਿਖਿਆ ਸਰ ਜਿਹੜਾ ਹੁਣੇ ਲਿਖਿਆ ਹੈ? ਪੋਜੀਸ਼ਨ ਵੈਕਟਰ ਸਾਈ vector position operator into wave function of a particle is equal to, ਇੱਥੇ ਸਾਡੇ ਕੋਲ lambda ਫਿਰ wave function। ਯੈਸ ਸਰ। ਦੁਬਾਰਾ ਅਗਰ ਮੋਮੈਂਟਮ ਆਪਰੇਟਰ ਮਾਪਣਾ ਸੀ ਤਾਂ ਮੋਮੈਂਟਮ ਆਪਰੇਟਰ ਮੋਮੈਂਟਮ ਮਾਪਣਾ ਕਿਸੇ ਚੀਜ਼ ਦਾ, ਮੋਮੈਂਟਮ ਆਪਰੇਟਰ ਆਪਰੇਟ ਕਰਾਂਗੇ ਕਿਸੇ ਵੇਵ ਫੰਕਸ਼ਨ ਤੇ, ਤੇ ਉਹਦਾ ਸਾਡੇ ਕੋਲੇ ਮੋਮੈਂਟਮ ਦੀ ਵੈਲਿਊ ਆ ਜੂਗੀ ਜਾਨੀ ਕਿ ਲੈਮਡਾ, ਤੇ ਦੁਬਾਰਾ ਤੋਂ ਵੇਵ ਫੰਕਸ਼ਨ ਆ, ਐਵੇਂ ਆਪਰੇਟ ਕਰਾਂਗੇ ਅਸੀਂ ਮੋਮੈਂਟਮ ਆਪਰੇਟਰ ਨੂੰ ਤੇ ਮੋਮੈਂਟਮ ਮਾਪਾਂਗੇ। ਕਿਨੈਟਿਕ એનર્ਜੀ ਮਾਪਣੀ ਆ, ਕਿਨੈਟਿਕ એનર્ਜੀ ਆਪਰੇਟਰ ਮਾਪ ਇੱਥੇ ਆਪਰੇਟ ਕਰਦਾ, ਇੱਥੇ ਆ ਜੂਗਾ ਲੈਮਡਾ ਵੇਵਲੈਂਥ ਹੀ ਹੈ। ਨਹੀਂ, ਲੈਮਡਾ ਇੱਥੇ ਯਾਦ ਰੱਖਣਾ, ਲੈਮਡਾ ਵੇਵਲੈਂਥ ਨਹੀਂ ਹੈਗਾ, ਹੋਰ ਲੈਮਡਾ ਇੱਥੇ ਵੇਵਲੈਂਥ है। ਲੈਮਡਾ ਹੈਗਾ ਮੈਜ਼ਰਮੈਂਟ, ਇਹਨੂੰ ਲਿਖਿਓ ਤੁਸੀਂ ਮੈਜ਼ਰਮੈਂਟ। ਇਹ ਡਿਪੈਂਡ ਕਰਦਾ ਮੈਜ਼ਰਮੈਂਟ ਕਿਹਦੀ ਆ, ਜਿਹੜਾ ਆਪਰੇਟਰ ਅਸੀਂ ਆਪਰੇਟ ਕਰ ਰਹੇ ਹਾਂ ਉਹਦੀ ਮੈਜ਼ਰਮੈਂਟ ਆ। ਦੇਖੋ ਇਸ ਕੇਸ ਦੇ ਵਿੱਚ ਮੈਜ਼ਰਮੈਂਟ ਹੈਗੀ ਆ ਮੋਮੈਂਟਮ ਦੀ, ਇਸ ਕੇਸ ਦੇ ਵਿੱਚ ਲੈਮਡਾ ਇਜ਼ ਏ ਮੈਜ਼ਰਮੈਂਟ ਆਫ p, ਇਸ ਕੇਸ ਦੇ ਵਿੱਚ ਮੈਜ਼ਰਮੈਂਟ ਆ t ਦੀ, ਇਸ ਕੇਸ ਦੇ ਵਿੱਚ ਮੈਜ਼ਰਮੈਂਟ ਆ x ਦੀ। ਇਹੀ ਮੈਜ਼ਰਮੈਂਟ ਦਾ ਮਾਪਣਾ ਚਾਹੁੰਦੇ ਆ, ਇਹੀ ਮੈਜ਼ਰਮੈਂਟ ਆਪਾਂ ਕਲਾਸੀਕਲ ਮਕੈਨਿਕਸ ਚ ਡਾਇਰੈਕਟਲੀ ਮਾਪ ਲੈਂਦੇ ਆ। ਜਿਵੇਂ ਮੋਮੈਂਟਮ ਆਪਣਾ ਤਾਂ ਇੱਥੇ ਮਾਸ ਪੁੱਟ ਕਰਦਾ, ਇੱਥੇ ਵੈਲੋਸਿਟੀ ਪੁੱਟ ਕਰਦਾ, ਤਾਂ ਮੋਮੈਂਟਮ ਦੀ ਵੈਲਿਊ ਆ ਗਈ ਨਾ, ਵੈਲਿਊ ਹੀ ਮੈਜ਼ਰਮੈਂਟ ਆ, ਇੱਥੇ ਉਹ ਵੈਲਿਊ ਹੀ ਲੈਮਡਾ ਹੈ ਜਿਹੜੀ ਚਾਹੁੰਦੇ ਆਪਾਂ ਆ ਲੈਣ, ਇਹੀ ਮੈਜ਼ਰਮੈਂਟ। ਇੱਕ ਕਨਸੈਪਟ ਹੋ ਸਕਦਾ ਹੈ ਇੱਥੇ, ਉਹ ਕੀ ਆ, ਆਪਰੇਟਰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਉਣਗੇ। ਮਿਕਸਡ ਸਟੇਟਸ ਐਂਡ ਪਿਓਰ ਸਟੇਟਸ ਤੋਂ। ਮਿਕਸਡ ਸਟੇਟਸ ਕੀ ਹੁੰਦੀਆਂ ਨੇ, ਪਿਓਰ ਸਟੇਟਸ ਕੀ ਹੁੰਦੀਆਂ ਨੇ? ਦੇਖੋ ਕੋਈ ਸਾਈ ਵੇਵ ਫੰਕਸ਼ਨ ਆ, ਸਾਈ ਵੇਵ ਫੰਕਸ਼ਨ ਆ, ਉਹਨੂੰ ਮੈਂ ਐਵੇਂ ਲਿਖ ਸਕਦਾ C1 ਸਾਈ x, ਸਾਈ 1x, C2 ਸਾਈ 2x plus C3 साई 3x and so on, Cn
ਸਾਈ ਐਨ ਐਵੇਂ ਲੀਨੀਅਰ ਕੰਬੀਨੇਸ਼ਨ ਦੇ ਰੂਪ ਚ ਲਿਖ ਸਕਦਾ ਹਾਂ। ਇੱਥੇ ਸਾਡੇ ਕੋਲੇ ਦੇਖੋ ਆਪਾਂ ਇੱਕ ਚੀਜ਼ ਨਹੀਂ ਲਿਖਦੇ ਹੁੰਦੇ, ਅਗਰ ਕਿਸੇ ਪਾਰਟੀਕਲ ਦੀ ਪੋਜੀਸ਼ਨ ਅਸੀਂ ਆਪਣੀ ਇੱਥੇ ਲਿਖਣੀ ਹੈ ਪੋਜੀਸ਼ਨ ਵੈਕਟਰ ਇਸ ਦਾ, ਅਗਰ ਇਹ ਹੈਗਾ ਸਾਡੇ ਕੋਲ ਜੇ ਕੈਪ, ਇਹ ਹੈਗਾ ਆਈ ਕੈਪ, ਤਾਂ ਇਹਦੀ ਆਪਾਂ ਪੋਜੀਸ਼ਨ ਵੈਕਟਰ ਕੀ ਲਿਖਣਾ ਜੀ, ਉਹਨੂੰ ਆਪਾਂ ਕਿਵੇਂ ਲਿਖਾਂਗੇ, x i ਕੈਪ ਪਲੱਸ y j ਕੈਪ, ਐਵੇਂ ਲਿਖਾਂਗੇ। ਆਹੀ ਹੈ ਪੋਜੀਸ਼ਨ ਵੈਕਟਰ ਕਿਸੇ ਪਾਰਟੀਕਲ ਦਾ, ਮੰਨ ਲਓ ਇੱਥੇ ਹੈ ਸਰ। ਉਵੇਂ ਹੀ ਹਾਂਜੀ ਉਵੇਂ ਹੀ ਅਸੀਂ ਇੱਥੇ ਆਹ ਚੀਜ਼ ਲਿਖੀ ਹੈ, ਜਿਵੇਂ ਆਹ ਲੀਨੀਅਰ ਕੰਬੀਨੇਸ਼ਨ ਲਿਖਿਆ ਨਾ, ਉਵੇਂ ਆਹ ਲਿਖਿਆ। ਦੇਖੋ ਇੱਥੇ ਕਿਹੜੀ ਕਿਹੜੀ ਚੀਜ਼ ਹੈ, ਇੱਥੇ ਇੱਕ ਸਕੇਲਰ ਵੈਲਿਊ ਆ x ਕੀ ਹੁੰਦੀ ਹੈ, ਇੱਕ ਸਕੇਲਰ। ਆ ਕੀ ਹੈ ਇੱਥੇ i ਕੈਪ ਕੀ ਹੈ ਸਾਡੇ ਕੋਲ, ਯੂਨਿਟ ਵੈਕਟਰ, ਠੀਕ ਹੈ। i j ਕੀ ਨੇ ਸਾਡੇ ਕੋਲ ਯੂਨਿਟ ਵੈਕਟਰ, x ਤੇ y ਕੀ ਨੇ ਸਕੇਲਰ ਵੈਲਿਊਜ਼। ਉਵੇਂ ਦੇਖੋ ਆ ਦੇਖੋ ਇਹ ਵੀ ਸੇਮ ਚੀਜ਼ਾਂ ਨੇ, ਆ ਜਿਹੜੇ ਹੈਗੇ ਨੇ ਨਾ ਸਾਡੇ ਕੋਲ psi1 psi2 psi3, ਆਹਾ ਇਹ ਹੈਗੇ ਨੇ ਸਾਡੇ ਕੋਲ ਇੱਥੇ ਵੇਵ ਵੈਕਟਰ, ਵੇਵ ਫੰਕਸ਼ਨ ਵੀ ਕਹਿੰਦੇ ਨੇ, ਵੇਵ ਵੈਕਟਰ ਵੀ ਨੇ, ਇਹ ਹੈਗੇ ਨੇ ਵੇਵ ਵੈਕਟਰ। ਆ c1 ਕੀ ਹੈ ਸਾਡੇ ਕੋਲ, ਕੋਫੀਸ਼ੀਐਂਟ ਆਫ ਵੇਵ ਵੈਕਟਰ ਜਾਂ ਫਿਰ ਸਕੇਲਰ ਵੈਲਿਊ ਜਾਂ ਫਿਰ ਕੋਫੀਸ਼ੀਐਂਟ, ਠੀਕ ਹੈ। ਆ ਅਸੀਂ 2 ਡਾਇਮੈਂਸ਼ਨਲ ਸਪੇਸ ਲਈ ਸੀ, ਇੱਥੇ 3 ਡਾਇਮੈਂਸ਼ਨਲ ਵੀ ਲੈ ਸਕਦੇ ਆ, z k ਕੈਪ ਵੀ ਕਰ ਸਕਦੇ ਆ ਇੱਥੇ ਆਪਾਂ, ਠੀਕ ਹੈ। ਇੱਥੇ ਮੈਂ n ਨੰਬਰ ਆਫ ਵੇਰੀਏਬਲਸ ਲੈ ਲਏ, ਇੱਥੇ n ਨੰਬਰ, ਤਾਂ n ਤੱਕ ਪਹੁੰਚ ਗਿਆ ਮੈਂ, ਯਾਨੀ ਕਿ ਇਹ ਕਿਹੜੀ ਸਪੇਸ ਆ, n ਡਾਇਮੈਂਸ਼ਨਲ। ਤਾਂ ਇਵੇਂ ਆਏ ਮੈਂ ਲਿਖਿਆ ਚੀਜ਼, ਇੱਥੇ ਅਸੀਂ ਦੁਬਾਰਾ ਹੋਣੇ ਆ ਵਾਪਸ, ਪਹਿਲਾਂ ਆਪਾਂ ਮਿਕਸ ਸਟੇਟ ਦੇ ਸੀ, c1 psi1 plus c2 psi2 plus c3 psi3 up to cn psi। ਦੇਖੋ ਆਪਾਂ ਵੇਵ ਪੈਕੇਟ ਲਿਆ ਸੀ ਇੱਥੇ, ਇਹ ਵੇਵ ਪੈਕੇਟ ਦੇ ਵਿੱਚ ਡੈਲਟਾ x ਦੀ ਅਨਸਰਟਨਟੀ ਇਨ ਪੋਜੀਸ਼ਨ, ਇਹ ਵੇਵ ਪੈਕੇਟ ਦੇ ਵਿੱਚ ਪਾਰਟੀਕਲ ਕਿਤੇ ਵੀ ਹੋ ਸਕਦਾ, ਇੱਥੇ ਵੀ ਹੋ ਸਕਦਾ, ਇੱਥੇ ਵੀ ਹੋ ਸਕਦਾ, ਇੱਥੇ ਇੱਥੇ ਕਿਤੇ ਵੀ ਹੋ ਸਕਦਾ, ਅਸੀਂ ਦੱਸ ਨਹੀਂ ਸਕਦੇ ਵੇਵ ਪੈਕੇਟ ਦੇ ਵਿੱਚ ਪਾਰਟੀਕਲ ਕਿੱਥੇ ਆ, ਠੀਕ ਹੈ। ਇਹ ਵੇਵ ਪੈਕੇਟ ਨੂੰ ਰਿਪਰੈਜ਼ੈਂਟ ਕਰਦਾ ਆਹਾ ਵੇਵ ਫੰਕਸ਼ਨ, ਇਹਨੂੰ ਕਹਿੰਦੇ ਨੇ ਮਿਕਸਡ ਸਟੇਟ। ਇਹ ਵੇਵ ਪੈਕੇਟ, ਹੁਣ ਇਹਨੂੰ ਤੁਸੀਂ ਸਮਝਣਾ ਕਿਵੇਂ, ਤੁਸੀਂ ਦੇਖੋ ਕਿ ਮੰਨ ਲਓ ਮੈਂ ਇੱਥੇ ਹੀ ਖੜਾ, ਤੁਸੀਂ ਤੁਹਾਡੀਆਂ ਅੱਖਾਂ ਮੀਚੀਆਂ ਹੋਈਆਂ ਨੇ, ਅੱਖਾਂ ਬੰਦ ਨੇ ਤੁਹਾਡੀਆਂ, ਗੇਟ ਬੰਦ ਹੈ ਇੱਥੇ, ਤੁਹਾਨੂੰ ਇੱਕ ਚੀਜ਼ ਪਤਾ ਹੋਊਗਾ ਵੀ ਸਾਰੇ ਇੱਥੇ ਹੀ ਨੇ, ਕਿਤੇ ਰੂਮਸ ਦੇ ਵਿੱਚ ਹੋਣਗੇ, ਰੂਮ ਤੋਂ ਬਾਹਰ ਤਾਂ ਜਾ ਨਹੀਂ ਸਕਦੇ ਕਿਉਂਕਿ ਗੇਟ ਉਹਨੂੰ ਲੌਕ ਹੈ, ਠੀਕ ਹੈ। ਲੇਕਿਨ ਤੁਹਾਡੀਆਂ ਅੱਖਾਂ ਮੀਚੀਆਂ, ਤੁਹਾਨੂੰ ਮੇਰੀ ਪੋਜੀਸ਼ਨ ਨਹੀਂ ਪਤਾ ਹੋ, ਲੇਕਿਨ ਤੁਸੀਂ ਪੋਜੀਸ਼ਨ ਦੀ ਇੱਕ ਅਪਰੋਕਸੀਮੇਟ ਦੱਸ ਸਕਦੇ ਹੋ ਵੀ ਪ੍ਰੋਬੇਬਿਲਿਟੀ ਇਹੀ ਆ ਵੀ ਇਸੇ ਕਮਰੇ 'ਚ ਹੋਣਗੇ, ਕਿਤੇ ਹੋ ਸਕਦੇ ਨੇ। ਤੇ ਤੁਸੀਂ ਇਹ ਗੱਲ ਵੀ ਦੱਸ ਸਕਦੇ ਹੋ ਕਿਉਂਕਿ ਇਸ ਟਾਈਮ ਲੈਕਚਰ ਚੱਲ ਰਿਹਾ, ਤਾਂ ਉਹ ਬੋਰਡ ਦੇ ਕੋਲੇ ਜ਼ਿਆਦਾ ਸੰਭਾਵਨਾ ਖੜੇ ਹੋਣ ਦੀ ਉਹਨਾਂ ਦੀ, ਬੋਰਡ ਦੇ ਸਾਹਮਣੇ, ਠੀਕ ਹੈ। ਤਾਂ ਇਹੀ ਚੀਜ਼ ਆ, ਜਿਸ ਟਾਈਮ ਤੁਹਾਡੀਆਂ ਅੱਖਾਂ ਮੀਚੀਆਂ ਹੋਈਆਂ ਨੇ, ਉਸ ਟਾਈਮ ਤੁਸੀਂ ਮੈਨੂੰ ਦੇਖਿਆ ਨੇ, ਤੁਹਾਨੂੰ ਚੀਜ਼ਾਂ ਪਤਾ ਨਹੀਂ, ਉਸ ਟਾਈਮ ਮੰਨ ਲਓ ਕਿ ਮੈਨੂੰ ਇਹ ਵੇਵ ਪੈਕੇਟ ਰਿਪਰੈਜ਼ੈਂਟ ਕਰ ਰਹੇ, ਉਸ ਟਾਈਮ ਮੈਨੂੰ ਇਹ ਵੇਵ ਪੈਕੇਟ ਰਿਪਰੈਜ਼ੈਂਟ ਕਰ ਰਹੇ। ਹੁਣ ਇੱਥੇ ਅਲੱਗ-ਅਲੱਗ ਸੰਭਾਵਨਾਵਾਂ ਨੇ, ਦੇਖੋ ਆਹ ਪੋਜੀਸ਼ਨ ਆ ਜਿਹੜੀ ਆ ਐਂਡ ਤੇ, ਇਹਦੀ ਸੰਭਾਵਨਾ ਇੱਥੇ ਹੋਣ ਦੀ ਮੇਰੀ ਘੱਟ ਹੈ। ਆਹ ਸੈਂਟਰ ਮੰਨ ਲਓ ਇਹ ਬੋਰਡ ਹੈ, ਇੱਥੇ ਦੇਖੋ ਆਹ ਐਂਪਲੀਟਿਊਡ ਵੇਵ ਦਾ ਕਿੰਨਾ ਜ਼ਿਆਦਾ ਹੈ, ਐਂਪਲੀਟਿਊਡ ਜ਼ਿਆਦਾ, ਤਾਂ ਇੱਥੇ ਹੋਣ ਦੀ ਸੰਭਾਵਨਾ ਮੇਰੀ ਜ਼ਿਆਦਾ ਬੋਰਡ ਦੇ ਕੋਲ, ਬਿਲਕੁਲ ਉਹ ਪਰਲੇ ਪਾਸੇ ਕੋਨੇ ਦੇ ਕਮਰੇ ਦੇ ਵਿੱਚ ਹੋਣ ਦੀ ਮੇਰੀ ਸੰਭਾਵਨਾ ਹੋਰ ਘੱਟ ਆ। ਇਸ ਤੋਂ ਬਾਹਰ, ਕਮਰੇ ਤੋਂ ਬਾਹਰ ਹੋਣ ਦੀ ਸੰਭਾਵਨਾ ਤਾਂ ਵੈਸੇ ਹੀ ਜ਼ੀਰੋ ਆ, ਕਿਉਂਕਿ ਲੌਕ ਲੱਗਿਆ ਹੋਇਆ, ਜਾ ਹੀ ਨਹੀਂ ਸਕਦਾ ਮੈਂ ਬਾਹਰ।
ਠੀਕ ਹੈ। ਤਾਂ ਐਸਾ ਥੋੜੀਆਂ ਅੱਖਾਂ ਮੀਚੀਆਂ ਹੋਈਆਂ ਨੇ, ਤੁਸੀਂ ਸਿਰਫ ਸੰਭਾਵਨਾਵਾਂ ਨੂੰ ਦੇਖ ਰਹੇ ਹੋ ਵੇਵ ਪੈਕਟ। ਹੁਣ ਤੁਸੀਂ ਕੀ ਕੀਤਾ, ਅੱਖਾਂ ਖੋਲੀਆਂ ਆਪਣੀਆਂ, ਜੈਸਾ ਅੱਖਾਂ ਮਨ ਸੀ ਤਾਂ ਮੈਨੂੰ ਵੇਵ ਪੈਕਟ ਰਿਪਰੈਜ਼ੈਂਟ ਕਰ ਰਿਹਾ ਸੀ, ਇਹ ਮੈਨੂੰ ਮਿਕਸਡ ਸਟੇਟ ਰਿਪਰੈਜ਼ੈਂਟ ਕਰ ਰਹੀ ਸੀ। ਆਹ ਉਹਦੇ ਚ ਆਹ ਜਿਹੜੀ ਕੱਲੀ ਕੱਲੀ ਚੀਜ਼ ਹੈ, ਦੇਖੋ C1 Psi1, C2 Psi2, C3 Psi3। ਆ C1 Psi1 ਕੀ ਹੈ, ਮੰਨ ਲਓ ਇੱਥੇ ਹੋਣ ਦੀ ਸੰਭਾਵਨਾ ਮੇਰੀ, ਇੱਥੇ ਅਗਰ ਮੈਂ ਇੱਥੇ ਖੜਾ ਤਾਂ ਮੈਨੂੰ C1 Psi1 ਰਿਪਰੈਜ਼ੈਂਟ ਕਰਦਾ, ਮੇਰੇ ਨਾਲ ਐਸੋਸੀਏਟਡ ਜਿਹੜੀ ਵੇਵ ਆ ਉਹਦਾ ਵੇਵ ਫੰਕਸ਼ਨ ਹੋਊਗਾ C1 Psi1। ਠੀਕ ਹੈ, ਇੱਥੇ ਅਗਰ ਖੜਾ ਤਾਂ ਉਹਦਾ ਮੇਰਾ ਵੇਵ ਫੰਕਸ਼ਨ ਹੋਊਗਾ, ਆ ਕੋਐਫੀਸ਼ੀਐਂਟ ਨਹੀਂ ਲੈਂਦੇ ਇਹਦੇ ਨਾਲ, Psi2। ਅਗਰ ਇੱਥੇ ਖੜਾ ਤਾਂ ਮੈਨੂੰ ਰਿਪਰੈਜ਼ੈਂਟ ਕਰੂਗਾ Psi3, ਇੱਥੇ ਖੜਾ ਤਾਂ Psi4, ਇੱਥੇ ਖੜਾ Psi5, ਐਸੇ ਹੀ Psin। ਠੀਕ ਹੈ, ਅਲੱਗ-ਅਲੱਗ ਪੋਜੀਸ਼ਨ ਤੇ ਮੇਰਾ ਵੇਵ ਫੰਕਸ਼ਨ। ਹੁਣ ਇਹ ਸਾਰੇ ਇਕੱਠੇ ਨੇ, ਜਿਸ ਟਾਈਮ ਵੇਵ ਪੈਕੇਟ ਆ ਨਾ, ਇਹ ਸਾਰੇ ਇਕੱਠੇ ਨੇ ਇੱਕ ਸਾਥ, ਸਾਰਿਆਂ ਦੀ ਸੰਭਾਵਨਾ ਕਿਤੇ ਵੀ ਹੋ ਸਕਦਾ, ਤਾਂ ਮੈਨੂੰ ਇਹ ਸਾਰਿਆਂ ਨੂੰ ਇਕੱਠਾ ਕਰਕੇ ਆ ਮਿਕਸਡ ਵੇਵ ਬਣਦੀ ਹੈ ਮੇਰੀ ਉਸ ਟਾਈਮ, ਜਿਸ ਟਾਈਮ ਅੱਖਾਂ ਮੀਚੀਆਂ ਨੇ ਤੁਹਾਡੀਆਂ। ਪਰ ਹੁਣ ਤੁਸੀਂ ਅੱਖਾਂ ਖੋਲੋਗੇ, ਖੋਲ ਕੇ ਮੈਨੂੰ ਦੇਖੋਗੇ ਤੁਸੀਂ, ਤਾਂ ਤੁਸੀਂ ਮੇਰੇ ਤੇ ਕੀ ਕਰ ਰਹੇ ਹੋ, ਇੱਕ ਪੋਜੀਸ਼ਨ ਆਪਰੇਟਰ ਅਪਲਾਈ ਕਰ ਰਹੇ ਹੋ। ਜਿਹੜੀ ਮੇਰੀ ਮਿਕਸ ਸਟੇਟ ਤੇ ਤੁਸੀਂ ਇੱਕ ਪੋਜੀਸ਼ਨ ਆਪਰੇਟਰ ਅਪਲਾਈ ਕਰ ਰਹੇ ਹੋ, ਤੁਸੀਂ ਮੇਰੀ ਪੋਜੀਸ਼ਨ ਦੇਖਣਾ ਚਾਹੁੰਦੇ ਹੋ ਮੈਂ ਖੜਾ ਕਿੱਥੇ। ਤਾਂ ਜਿਵੇਂ ਤੁਸੀਂ ਮੇਰੀ ਪੋਜੀਸ਼ਨ ਦੇਖੋਗੇ, ਤੁਹਾਨੂੰ ਮੈਂ ਇੱਕੇ ਪੁਆਇੰਟ ਤੇ ਮਿਲੂੰਗਾ। ਇਹ ਤਾਂ ਨਹੀਂ ਹੋਣਾ ਮੈਂ ਕਮਰੇ 'ਚ ਫੈਲਿਆ ਹੋਊਗਾ ਲਾਈਟ ਦੇ ਵਾਂਗੂ, ਮੈਂ ਕਮਰੇ 'ਚ ਕਿਤੇ ਇੱਕ ਪੁਆਇੰਟ ਤੇ ਖੜਾ ਹੋਊਗਾ। ਤਾਂ ਮੰਨ ਲਓ ਮੈਂ ਬੋਰਡ ਕੋਲ ਹੀ ਖੜਾ, ਤਾਂ ਬੋਰਡ ਕੋਲੇ ਮੈਂ ਕਿਸੇ ਇੱਕ ਪੋਜੀਸ਼ਨ ਤੇ ਖੜਾ ਹੋਊਗਾ ਨਾ, ਆ ਜਿਹੜੀ ਮਿਕਸਡ ਸਟੇਟ ਹੈ ਇਹ ਕੋਲੈਪਸ ਹੋ ਜੂਗੀ। ਠੀਕ ਹੈ, ਪਹਿਲਾਂ ਮੇਰੀ ਸਾਰੇ ਕਿਤੇ ਹੋਣ ਦੀ ਸੰਭਾਵਨਾ ਸੀ, ਹੁਣ ਮੇਰੀ ਕਿਤੇ ਇੱਕ ਜਗ੍ਹਾ ਹੋਣ ਦੀ ਸੰਭਾਵਨਾ। ਇਹ ਮਿਕਸਡ ਸਟੇਟ ਤੇ ਜਿਵੇਂ ਹੀ ਆਪਰੇਟਰ ਪੋਜੀਸ਼ਨ ਆਪਰੇਟਰ ਅਪਲਾਈ ਕੀਤਾ, ਇਹ ਮਿਕਸਡ ਸਟੇਟ ਕੋਲੈਪਸ ਹੋ ਗਈ। ਕਿਹਦੇ ਚ? ਪਿਓਰ ਸਟੇਟਸ ਦੇ ਵਿੱਚ। ਆ ਇਡਲੀਆਂ ਪਿਓਰ ਸਟੇਟ ਨੂੰ, ਇਹਨਾਂ ਚੋਂ ਇੱਕ ਦੇ ਵਿੱਚ, ਕਿਸੇ ਇੱਕ ਦੇ ਵਿੱਚ ਕੋਲੈਪਸ ਹੋ ਗਈ। ਮੰਨ ਲਓ ਇਹ ਆਪਾਂ Psi4 ਲਈ ਸੀ, Psi4 ਦੇ ਵਿੱਚ ਕੋਲੈਪਸ ਹੋ ਗਈ, ਤੇ ਇੱਥੇ ਸਾਡੇ ਕੋਲੇ ਕੀ ਆ ਗਿਆ, ਲੈਮਡਾ। ਲੈਮਡਾ ਦੇ ਪੈਰ ਚ ਇੱਕ ਮੈਜ਼ਰਮੈਂਟ ਆ ਗਈ ਮੇਰੇ ਕੋਲ, ਮੈਂ ਇੱਕ ਜਗ੍ਹਾ ਹੀ ਮਿਲਿਆ। ਅੱਛਾ, ਮੰਨ ਲਓ ਤੁਸੀਂ ਅੱਖਾਂ ਦੁਬਾਰਾ ਬੰਦ ਕਰ ਲਈਆਂ ਕਿਸੇ ਦੂਸਰੇ ਟਾਈਮ, ਤਾਂ ਮੰਨ ਲਓ ਕਿ ਮੈਂ ਹੋਰ ਖੜਾ, ਤੁਸੀਂ ਪੋਜੀਸ਼ਨ ਆਪਰੇਟਰ ਅਪਲਾਈ ਕੀਤਾ, ਫਿਰ ਦੁਬਾਰਾ ਮੇਰੇ ਤੇ, ਤਾਂ ਮੈਂ ਤੁਹਾਨੂੰ ਕਿਸੇ ਹੋਰ ਪੋਜੀਸ਼ਨ ਤੇ ਮਿਲਿਆ ਇਸ ਵਾਰ। ਮੰਨ ਲਓ Psi3 ਪੋਜੀਸ਼ਨ ਤੇ ਸੀ, ਤਾਂ ਲੈਮਡਾ 3 ਹੈ ਨਾਲ। ਲੈਮਡਾ 3 ਕੀ ਹੈ? ਮੇਰੀ origin ਤੋਂ ਦੂਰੀ, ਜਿਹੜੀ ਪੋਜੀਸ਼ਨ ਆ ਮੇਰੀ ਉਹ ਆ ਲੈਮਡਾ। ਆ ਵੀ ਮੇਰੀ ਲੈਮਡਾ 4 ਕੀ ਆ, ਮੇਰੀ origin ਤੋਂ ਦੂਰੀ। ਠੀਕ ਹੈ, ਤਾਂ ਆਪਰੇਟਰਸ ਦਾ ਮਤਲਬ ਇਹ ਹੁੰਦਾ, ਤੇ ਮਿਕਸ ਸਟੇਟ ਦਾ ਤੇ ਪਿਓਰ ਸਟੇਟ ਦਾ ਮਤਲਬ ਇਹ ਹੁੰਦਾ। ਪਿਓਰ ਸਟੇਟ ਹੁੰਦਾ ਐਗਜ਼ੈਕਟ ਸਟੇਟ ਕਿਸੇ ਵੀ ਚੀਜ਼ ਦੀ, ਮਿਕਸ ਸਟੇਟ ਹੁੰਦਾ ਬਹੁਤ ਸਾਰੀਆਂ ਪਿਓਰ ਸਟੇਟਸ ਤੋਂ ਮਿਲ ਕੇ ਬਣਦੀ ਹੈ, ਜਿਹੜੀ ਬਹੁਤ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਨੇ ਇਹਦੇ ਚ। ਤਾਂ ਇੱਥੇ ਕੀ ਯਾਦ ਰੱਖਣਾ, ਤੁਸੀਂ ਦੋ ਇਕੁਏਸ਼ਨਾਂ ਯਾਦ ਰੱਖਣੀਆਂ ਨੇ। ਇਹ ਸਾਰਾ ਕੁਝ ਕਿਉਂ ਸਮਝਾਇਆ ਤੁਹਾਨੂੰ ਦੋ ਇਕੁਏਸ਼ਨਾਂ ਲਈ। ਪਹਿਲੀ ਇਕੁਏਸ਼ਨ ਕੀ ਹੈ? ਪਹਿਲੀ ਇਕੁਏਸ਼ਨ ਹੈਗੀ ਆ x psi x is equal to lambda 1 psi 1x, या फिर x psi x is equal to lambda psi 2 x, या फिर x जनरलाइज करना है ਇਹਨੂੰ ਤਾਂ lambda n psi n x। ਇੱਕ ਤਾਂ ਇਹ ਇਕੁਏਸ਼ਨ ਦੀ, ਇੱਕ ਇਕੁਏਸ਼ਨ ਹੋਰ ਹੈ, ਉਹ ਕਿਹੜੀ ਹੈ? x psi 1x is equal to lambda 1 psi 1x, x psi 2x is equal to lambda 2 psi 2x। ਇੱਕ ਇਕੁਏਸ਼ਨ ਇਹ ਹੈ, ਇਹਨੂੰ ਜਨਰਲਾਈਜ਼ ਕਰਕੇ ਲਿਖਦਾ ਮੈਂ, x psi nx is equal to lambda n psi nx। ਇਹਨਾਂ ਦੋਨਾਂ ਇਕੁਏਸ਼ਨ ਦੇ ਵਿੱਚ ਕੋਈ ਡਿਫਰੈਂਸ ਦਿਖ ਰਿਹਾ ਤੁਹਾਨੂੰ? ਸਰ ਉਹਦਾ ਉੱਪਰ ਇੱਕ psi x ਦੇ ਮਤਲਬ ਕਿ ਆਪਰੇਟ ਹੋ ਰਿਹਾ ਵੇਵ ਫੰਕਸ਼ਨ, ਇਹ ਉਹਦੇ ਜਿਹੜੇ ਕੰਪੋਨੈਂਟ ਸੀ ਜਿੱਦਾਂ ਜਿੱਦਾਂ ਮਿਲ ਕੇ ਬਣੇ ਸੀ ਇਕੱਲੇ ਇਕੱਲੇ ਦੇ ਆਪਰੇਟ ਹੋ ਰਹੇ ਆ। ਹਾਂ,
ਦੇਖੋ ਇਹਨੂੰ ਤੁਸੀਂ ਇਹਨੂੰ ਮੈਂ ਤੁਹਾਨੂੰ ਕਿਹਾ ਸੀ ਇਹ ਹੁੰਦੀ ਆ ਸਾਈ ਐਕਸ ਕੀ ਹੈ ਇੱਥੇ ਮਿਕਸਡ ਸਟੇਟ ਸਾਈ 1 ਸਾਈ 2 ਸਾਈ 3 ਇਹ ਕੀ ਨੇ ਪਿਓਰ ਸਟੇਟਸ ਇੱਥੇ ਵੀ ਫੰਕਸ਼ਨ ਇੱਥੇ ਜਿਹੜਾ ਆਪਰੇਟਰ ਆ ਆਪਰੇਟ ਹੋ ਰਿਹਾ ਮਿਕਸਡ ਸਟੇਟ ਤੇ ਇੱਥੇ ਵੀ ਦੇਖੋ ਮਿਕਸਡ ਸਟੇਟ ਤੇ ਸਾਈ ਨਾਲ ਕੁਝ ਨਹੀਂ ਲੱਗਿਆ 1 2 3 ਕੁਝ ਨਹੀਂ ਲੱਗਿਆ ਮਿਕਸਡ ਸਟੇਟ ਤੇ ਆਪਰੇਟ ਹੋ ਰਿਹਾ ਇੱਥੇ ਕਾਹਦੇ ਤੇ ਆਪਰੇਟ ਹੋ ਰਿਹਾ ਪਿਓਰ ਸਟੇਟਸ ਠੀਕ ਹੈ ਤਾਂ ਇਹ ਚੀਜ਼ ਇਹ ਇਕੁਏਸ਼ਨਸ ਕੁਝ ਹੋਰ ਦੱਸਦੀਆਂ ਨੇ ਇਹ ਇਕੁਏਸ਼ਨਸ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਇਕੁਏਸ਼ਨਸ ਕੀ ਦੱਸ ਰਹੀਆਂ ਨੇ ਇਹ ਇਕੁਏਸ਼ਨ ਜਿਹੜੀ ਪੁੱਲੀਆਂ ਨੇ ਇਹ ਤਾਂ ਉਹੀ ਚੀਜ਼ ਦੱਸ ਰਹੀਆਂ ਜਿਹੜੀ ਤੁਹਾਨੂੰ ਹੁਣ ਦੱਸ ਕੇ ਹਟਿਆ ਕਿ ਇੱਕ ਮਿਕਸਡ ਸਟੇਟ ਤੇ ਅਸੀਂ ਕੋਈ ਆਪਰੇਟਰ ਆਪਰੇਟ ਕਰਾਇਆ ਐਕਸ ਆਪਰੇਟਰ ਦਾ ਪੋਜੀਸ਼ਨ ਆਪਰੇਟਰ ਲੇਕਿਨ ਕੋਈ ਹੋਰ ਆਪਰੇਟਰ ਨਹੀਂ ਤੁਸੀਂ ਲੈ ਸਕਦੇ ਮੋਮੈਂਟਮ ਆਪਰੇਟਰ ਮੈਥਮੈਟਿਕਲ ਕੋਈ ਵੀ ਲੈ ਸਕਦੇ ਕਿ ਮਿਕਸਡ ਸਟੇਟ ਤੇ ਆਪਰੇਟ ਕਰਵਾਇਆ ਇਹ ਮਿਕਸਡ ਸਟੇਟ ਕੋਲੈਪਸ ਹੋ ਗਈ ਇਹਦੇ ਚ ਪਿਓਰ ਸਟੇਟ ਦੇ ਵਿੱਚ ਕਿਉਂਕਿ ਇਹ ਇਹਨਾਂ ਤੋਂ ਮਿਲ ਕੇ ਬਣੀ ਸੀ ਠੀਕ ਹੈ ਮੈਨੂੰ ਸਾਨੂੰ ਇੱਕ ਪੋਜੀਸ਼ਨ ਮਿਲ ਗਈ ਤੇ ਨਾਲ ਦੀ ਨਾਲ ਮੰਨ ਲਓ ਮੈਂ ਇੱਥੇ ਖੜਾ ਮਿਲਾ ਤੁਹਾਨੂੰ ਪਹਿਲਾਂ ਮੈਂ ਵੇਵ ਪੈਕੇਟ ਸੀ ਹੁਣ ਮੇਰੀ ਇੱਕ ਪੋਜੀਸ਼ਨ ਆ ਗਈ ਮੈਂ ਤੁਹਾਨੂੰ ਇੱਥੇ ਖੜਾ ਮਿਲ ਗਿਆ ਠੀਕ ਹੈ ਇਸ ਪੁਆਇੰਟ ਤੇ ਤਾਂ ਇੱਥੇ ਖੜਾ ਇੱਥੋਂ ਦੀ ਮੈਂ origin ਤੋਂ ਮੰਨ ਲਓ ਇਹ origin ਹੈ ਇੱਥੋਂ ਇਹਦੀ ਦੂਰੀ ਮਾਪਾ ਤਾਂ ਉਹ ਦੂਰੀ ਕਿੰਨੀ ਹੋਊਗੀ λ1 ਤੇ ਇੱਥੇ ਖੜਾ ਤਾਂ ਮੇਰੇ ਨਾਲ ਇੱਕ ਵੇਵ ਪੈਕੇਟ ਤਾਂ ਹੋਊਗਾ ਨਾ ਸੋ ਮੈਨੂੰ ਇੱਕ ਮੇਰੇ ਨਾਲ ਵੇਵ ਤਾਂ ਹੋਊਗੀ ਇੱਕ ਉਹ ਜਿਹੜੀ ਵੇਵ ਫੰਕਸ਼ਨ ਆ ਜਿਹੜਾ ਮੈਨੂੰ ਇੱਥੇ ਖੜੇ ਹੋਣ ਦਾ ਮੈਨੂੰ ਰਿਪਰੈਜ਼ੈਂਟ ਕਰੂਗਾ ਉਹ ਕੀ ਆ ਸਾਈ ਠੀਕ ਹੈ ਮੰਨ ਲਓ ਇੱਥੇ ਖੜੇ ਹੋਣ ਦੀ ਦੂਰੀ ਸੀ ਮੇਰੀ λ2 ਤਾਂ ਵੇਵ ਫੰਕਸ਼ਨ ਕੀ ਸੀ ਸਾਈ 2 ਅਗਰ ਇੱਥੇ ਸੀ λ3 ਤਾਂ ਇੱਥੇ ਕੀ ਸੀ ਸਾਈ 3 ਠੀਕ ਹੈ ਇਹ ਕੰਬੀਨੇਸ਼ਨ ਚ ਚੱਲਦਾ ਹੈ ਯਾਦ ਰੱਖਣਾ ਹਮੇਸ਼ਾ ਅਗਰ ਇੱਥੇ λ1 ਆਊਗਾ ਤਾਂ ਇੱਥੇ ਸਾਈ 1 ਆਊਗਾ ਇੱਥੇ λ2 ਆਊਗਾ ਇੱਥੇ ਸਾਈ 2 ਆਊਗਾ ਇਹ ਕੰਬੀਨੇਸ਼ਨ ਆ ਦੋਨਾਂ ਦਾ ਇਹ ਹਮੇਸ਼ਾ ਯਾਦ ਰੱਖਣਾ ਇਹ ਜੋਟੇ ਚ ਚੱਲਦੇ ਨੇ ਤਾਂ ਇਹ ਇਕੁਏਸ਼ਨ ਦਾ ਇਹਨੂੰ ਰਿਪਰੈਜ਼ੈਂਟ ਕਰ ਆ ਕੀ ਚੀਜ਼ ਆ ਇਹਨੂੰ ਕਹਿੰਦੇ ਨੇ ਆਈਗਨ ਵੈਲਿਊ ਇਕੁਏਸ਼ਨ ਆਈਗਨ ਵੈਲਿਊ ਇਕੁਏਸ਼ਨ x psi n x is equal to lambda n psi n ਇਹਨੂੰ ਜਨਰਲਾਈਜ਼ ਕਰਕੇ ਦੇਖ ਲਿਖਦਾ ਮੈਂ ਇਹ ਹੈਗੀ ਆ ਸਾਡੇ ਕੋਲੇ x ਨਹੀਂ ਲੈਂਦੇ ਮੰਨ ਲਓ ਇੱਥੇ ਕੋਈ ਜਨਰਲਾਈਜ਼ਡ ਆਪਰੇਟਰ ਲੈ ਲੈਂਦੇ ਆ a ਕੈਪ ਲੈ ਲੈ ਇਹਨੂੰ ਕਹਿੰਦੇ ਨੇ ਆਈਗਨ ਵੈਲਿਊ ਇਕੁਏਸ਼ਨ ਆਈਗਨ ਵੈਲਿਊ ਇਕੁਏਸ਼ਨ ਠੀਕ ਹੈ ਮੰਨ ਲਓ ਮੈਂ ਤੁਹਾਨੂੰ ਵੇਵ ਫੰਕਸ਼ਨ ਦਿੰਦਾ ਹੈ ਵੇਵ ਫੰਕਸ਼ਨ ਦੇਤਾ ਤੁਹਾਨੂੰ psi n देता मैं a e की पावर a उल्टा kx ये देता ऑपरेटर देता ये ऑपरेटर ਤੁਹਾਨੂੰ ਮੈਂ देता इस बार कि ਇਹ ਹੈਗਾ मोमेंटम मोमेंटम ऑपरेटर ਕੀ ਹੁੰਦਾ माइनस a उल्टा h कट कर ली y कर ली x ठीक है ਹੁਣ ਤੁਸੀਂ ਕੀ ਕਰਨਾ ਆ ਇਕੁਏਸ਼ਨ ਦੇ ਹਿਸਾਬ ਨਾਲ ਇਹਨੂੰ ਆਪਰੇਟ ਕਰਨਾ ਦੇਖੋ मोमेंटम ऑपरेटर ਇੱਧਰ ਆ ਆਪਰੇਟਰ ਸੀ ਇੱਥੇ ਮੋਮੈਂਟਮ ਆਪਰੇਟਰ ਰੱਖਿਆ ਸੀ ਨਾਲ ਸਾਈ ਆਊਗਾ ਸਾਈ n x ਇੱਥੇ ਕੀ ਆਊਗਾ ਲੈਮਡਾ n ਆ ਜਾਊਗਾ ਸਾਈ n ਆ ਚੀਜ਼ ਆਊਗੀ ਆ ਇਕੁਏਸ਼ਨ ਠੀਕ ਹੈ ਮੋਮੈਂਟਮ ਆਪਰੇਟਰ ਆਪਰੇਟ ਕਰਦੇ ਹਾਂ ਅਸੀਂ ਇੱਥੇ ਕੀ ਲਿਖਿਆ ਮੋਮੈਂਟਮ ਆਪਰੇਟਰ ਦੀ ਵੈਲਿਊ -a ਉਲਟਾ h ਕਟ ਕਰ ਲਈ y ਕਰ ਲਈ x ਆ ਕੀ ਲਿਖਿਆ ਇੱਥੇ ਇਸ ਦਾ ਮਾਈਕ ਆ ਲਿਖਤਾ ਸੀ ਵੇਵ ਫੰਕਸ਼ਨ ਇੱਥੇ ਹੁਣ ਅਸੀਂ ਆਪਰੇਟ ਕਰਵਾਤਾ ਇਹਨੂੰ ਇਹਦੇ ਤੇ ਕੀ ਆ ਗਿਆ ਸਾਡੇ ਕੋਲੇ -a ਉਲਟਾ h ਕਟ ਇਹ ਕੀ ਹੈ ਇੱਥੇ ਕਾਂਸਟੈਂਟ ਹੈ ਇਹ ਬਾਹਰ ਆ ਜਾਊਗਾ ਇਹ ਇੱਥੇ ਬਾਹਰ ਆ ਜਾਊਗਾ ਤੇ e ਦੀ ਪਾਵਰ ਉਲਟਾ ਕੀ x ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ ਦੱਸ ਸਕਦਾ ਕੋਈ ऑल्टा के सर ਉਲਟਾ k e ਦੀ ਪਾਵਰ ਉਲਟਾ ਕੀ ਹੈ ਤਾਂ ਇਹਨੂੰ ਮੈਂ ਇੱਥੇ ਕੀ ਲਿਖ ਸਕਦਾ
ਆਪਾਂ p ਆਪਰੇਟਰ ਨੂੰ ਆਪਰੇਟ ਕੀਤਾ ਸੀ sin x ਤੇ, ਕੀ ਆਇਆ ਸਾਡੇ ਕੋਲੇ ਮਾਈਨਸ ਇਓਟਾ ਸਕੇਅਰ, ਆ ਦੇਖੋ ਆ ਇਓਟਾ ਪਿਆ ਮਾਈਨਸ ਇਓਟਾ ਸਕੇਅਰ, ਹਾਂ ਮਾਈਨਸ ਇਓਟਾ ਸਕੇਅਰ, ਫਿਰ h ਕੱਟ a e ਦੀ ਪਾਵਰ ਇਓਟਾ dx, ਇਹ ਆਇਆ ਸਾਡੇ ਕੋਲ ਆਪਰੇਟ ਕਰਕੇ। ਹੁਣ ਦੇਖੋ ਆਹ ਚੀਜ਼ ਕੀ ਆ, ਇਹ ਕੀ ਦਿਖ ਰਹੀ ਹੈ, ਇਹ ਦਾ ਵੇਵ ਫੰਕਸ਼ਨ ਹੈ ਜਿਹੜਾ ਲੈ ਕੇ ਚੱਲੇ ਸੀ ਆਪਾਂ, K भी आएगा, K ਹਾਂਜੀ ਹਾਂ K भी आएगा सर एक। ਹਾਂ ਕੇ ਵੀ ਆਊਗਾ, ਠੀਕ ਹੈ h ਕੱਟ ਠੀਕ। ਜਿਹੜਾ ਆ ਵੇਵ ਫੰਕਸ਼ਨ ਦਾ ਨਾਲ ਬਚਿਆ, ਆ ਚੀਜ਼ ਬਚੀ ਆ, ਇਹ ਇਹੀ ਸਾਈਨ ਤਾਂ ਹੈਗਾ ਜਿਹੜਾ ਲੈ ਕੇ ਚੱਲੇ ਸੀ, ਤਾਂ ਇੱਥੇ ਸਾਈਨ ਪੁੱਟ ਕਰ ਦਾਂਗੇ ਅਸੀਂ ਮਾਈਨਸ, ਹਾਂ ਇਓਟਾ ਸਕੇਅਰ ਦਾ ਕੀ ਬਣ ਗਿਆ -1, ਇਹ ਹੋ ਜਾਊਗਾ ਪਲੱਸ, ਤਾਂ h ਕੱਟ ਕੇ ਹੀ ਆਇਆ, ਇੱਥੇ ਕੀ ਪੁੱਟ ਕਰ ਦਾਂਗੇ ਸਾਈਨ, sin x p ਆਪਰੇਟ। ਹੁਣ ਦੇਖੋ ਇਹ ਉਹੀ ਇਕੁਏਸ਼ਨ ਹੈ, ਆ ਦੇਖੋ ਇਹਦੇ ਨਾਲ ਮੈਚ ਨਹੀਂ ਕਰਦੀ ਇਹ ਇਕੁਏਸ਼ਨ, ਇਹਦੇ ਨਾਲ ਆ ਚੀਜ਼ ਨਾਲ। सर लास्ट वाली इक्वेशन दोबारा देखियो तो क्लियर नहीं हो रहा, दोबारा लिखियो एक बार। नहीं सर इधर समझ नहीं आ रहा, राइट हैंड साइड पे इस इक्वेशन से राइट हैंड साइड पे माइनस एच कट के लिखे है। ਇੱਥੇ ਲਿਖਿਆ ਮੈਂ p ਆਪਰੇਟਰ sin x is equal to h cut k sin x, ਇਹ ਲਿਖਿਆ, ਇਹ ਆ ਗਿਆ ਸਾਡੇ ਕੋਲ। ਹੁਣ ਦੇਖੋ ਅਸੀਂ ਆ ਇਕੁਏਸ਼ਨ ਨਾਲ ਸੇਮ ਹੈ, ਇਹ ਡਿਟੋ ਆ, ਦੇਖੋ ਇੱਥੇ ਵੀ sin ਵੇਵ ਫੰਕਸ਼ਨ ਆ, ਇੱਥੇ ਵੀ sin ਆ, ਦੋਨੇ ਥਾਵਾਂ ਤੇ, ਇੱਥੇ ਦੇਖੋ ਇੱਥੇ ਵੀ sin ਆ, ਇੱਥੇ ਵੀ sin ਆ, ਦੋਨੇ ਥਾਵਾਂ ਤੇ। ਇੱਥੇ ਦੇਖੋ ਇਹ ਜਨਰਲਾਈਜ਼ਡ ਆਪਰੇਟਰ ਲੈ ਲਿਆ ਸੀ, ਸਾਰੇ ਆਪਰੇਟਰਾਂ ਨੂੰ ਰਿਪਰੈਜ਼ੈਂਟ ਕਰਦਾ ਇਹ ਆਪਰੇਟਰ, ਦੇਖੋ ਇੱਥੇ ਇਹ p ਆਪਰੇਟਰ ਆ ਸਾਡਾ, ਇੱਧਰ ਵੀ ਜਾਂਦੀ ਆਪਰੇਟਰ ਹੈ, ਇੱਥੇ ਵੀ ਆਪਰੇਟਰ ਆ, ਠੀਕ ਹੈ। ਇੱਥੇ ਸਾਡੇ ਕੋਲੇ ਲੈਮਡਾ n ਆ, ਦੇਖੋ ਇੱਥੇ ਵੀ ਸਾਡੇ ਕੋਲੇ ਇੱਕ ਵੈਲਿਊ ਆਈ ਹੈ h ਕੱਟ k, ਇਹ ਯਾਨੀ ਕਿ ਕੀ ਆ ਸਾਡੇ ਕੋਲੇ ਲੈਮਡਾ n, ਠੀਕ ਹੈ। ਇਹਨੂੰ ਮੈਜ਼ਰਮੈਂਟ ਕਿਹਾ ਨਾ ਮੈਂ, ਇਹ ਕੀ ਹੈ ਇੱਥੇ ਲੈਮਡਾ n। ਦੇਖੋ ਸੇਮ ਇਕੁਏਸ਼ਨ ਬਣ ਰਹੀ ਹੈ ਜਿਹੜੀ ਇੱਥੇ, ਤਾਂ ਇਹ ਇਕੁਏਸ਼ਨ ਨੂੰ ਮੈਂ ਕੀ ਕਿਹਾ ਸੀ ਆਈਗਨ ਵੈਲਿਊ ਇਕੁਏਸ਼ਨ, ਤਾਂ ਇਹ ਕੀ ਬਣ ਰਹੀ ਹੈ ਸਾਡੇ ਕੋਲ ਆਈਗਨ ਵੈਲਿਊ ਇਕੁਏਸ਼ਨ, ਠੀਕ ਹੈ। ਆਈਗਨ ਵੈਲਿਊ ਇਕੁਏਸ਼ਨ ਨੋ ਯਾਦ ਰੱਖਣਾ ਹੈ। ਹੁਣ ਅਗਰ ਕੋਈ ਵੇਵ ਫੰਕਸ਼ਨ ਤੇ ਆਪਰੇਟਰ ਦਾ ਕੰਬੀਨੇਸ਼ਨ ਇਹ ਚੀਜ਼ ਬਣਾ ਲੈਂਦਾ ਹੈ, ਇਹ ਇਕੁਏਸ਼ਨ ਬਣਾ ਲੈਂਦਾ, ਤਾਂ ਅਸੀਂ h कट k ਦੇ ਨੀਚੇ ਕੀ ਲਿਖਿਆ ਹੈ ਸਰ? h कट k ਨੂੰ ਦੋਨਾਂ ਨੂੰ ਕੀ ਨਾਮ ਦਿੱਤਾ ਹੈ? ਲੈਮਡਾ n, ਹਾਂ ਉਹ ਮੈਜ਼ਰਮੈਂਟ ਹੈ ਨਾ, वैल्यू बोल देंगे। कंपेयर करता सर दोनों इक्वेशंस ਨੂੰ, मतलब ਉਹਨੇ ਇਕੁਏਸ਼ਨ ਕੰਪੇਅਰ ਕਰਦਾ, ठीक है सर। ਕੰਪੇਅਰ ਕੀਤਾ, ਉਹ ਕੁਝ ਨਹੀਂ ਕੀਤਾ, ਠੀਕ ਹੈ। ਇਹਨੂੰ ਕਹਿੰਦੇ ਆਈਗਨ ਵੈਲਿਊ ਇਕੁਏਸ਼ਨ। ਹੁਣ ਇਹਦੇ ਵਿੱਚ ਚੀਜ਼ਾਂ ਨੋਟ ਕਰੋ ਕੀ ਕੀ ਨੇ। p ਆ ਸਾਡੇ ਕੋਲੇ ਆਪਰੇਟਰ, ਸਾਈ n ਨੂੰ ਕੀ ਕਹਾਂਗੇ ਅਸੀਂ, ਅਗਰ ਇਹ ਇਕੁਏਸ਼ਨ ਬਣਦੀ ਆ, ਇਹ ਚੀਜ਼ ਸੈਟੀਸਫਾਈ ਹੁੰਦੀ ਆ ਕਿ ਕਿਸੇ ਵੇਵ ਫੰਕਸ਼ਨ ਤੇ ਅਸੀਂ p ਆਪਰੇਟਰ ਆਪਰੇਟ ਕਰੀਏ, ਸਾਡੇ ਕੋਲ ਇੱਕ ਵੈਲਿਊ ਆ ਜੇ ਬਾਹਰ ਕਾਮਨ, ਦੁਬਾਰਾ ਤੋਂ ਉਹੀ ਵੇਵ ਫੰਕਸ਼ਨ ਆ ਜੇ, ਦੁਬਾਰਾ ਤੋਂ ਉਹੀ ਵੇਵ ਫੰਕਸ਼ਨ ਆ ਜੇ ਜਿਹੜਾ ਪਹਿਲਾਂ ਸੀ ਆਪਰੇਟ ਕੀਤੇ, ਦੁਬਾਰਾ ਉਹੀ ਆ ਜੇ, ਇਹ ਇਕੁਏਸ਼ਨ ਬਣ ਜੇ, ਤਾਂ ਉਹਨੂੰ ਕਹਾਂਗੇ ਅਸੀਂ ਇਹ ਵੇਵ ਫੰਕਸ਼ਨ ਨੂੰ ਆਈਗਨ ਫੰਕਸ਼ਨ, ਠੀਕ ਹੈ। ਉਹਦੇ ਨਾਲ ਜਿਹੜੀ ਸਾਹਮਣੇ ਚੀਜ਼ ਆਊਗੀ ਆਹ ਲੈਮਡਾ n, ਯਾਨੀ ਕਿ ਇਸ ਵਾਰ ਕੀ ਆਇਆ ਸੀ ਲੈਮਡਾ n ਸੀ ਨਾ, ਲੈਮਡਾ n ਕੀ ਹੈ h ਕੱਟ k, ਤਾਂ ਇਹ ਲੈਮਡਾ n ਨੂੰ ਕੀ ਕਹਾਂਗੇ ਅਸੀਂ, ਇਹਨੂੰ ਕਹਾਂਗੇ ਆਈਗਨ ਵੈਲਿਊ। ਮੈਜ਼ਰਮੈਂਟ ਇੱਕ ਜਨਰਲਾਈਜ਼ਡ ਵਰਡ ਹੁੰਦਾ, ਠੀਕ ਹੈ। ਲੈਮਡਾ ਨੂੰ ਮੈਂ ਪਹਿਲਾਂ ਕੀ ਕਹਿੰਦਾ ਸੀ ਮੈਜ਼ਰਮੈਂਟ, ਮੈਜ਼ਰਮੈਂਟ ਹੋ ਸਕਦਾ ਕੋਈ ਵੀ ਚੀਜ਼, ਕੋਈ ਵੀ ਮੈਜ਼ਰਮੈਂਟ ਹੋ ਸਕਦੀ ਹੈ, ਲੇਕਿਨ ਹਰ ਮੈਜ਼ਰਮੈਂਟ ਆਈਗਨ ਵੈਲਿਊ ਨਹੀਂ, ਹਰ ਮੈਜ਼ਰਮੈਂਟ ਆਈਗਨ ਵੈਲਿਊ, ਆਈਗਨ ਫੰਕਸ਼ਨ ਹੋ ਸਕਦੇ ਨੇ ਪਰ ਹਰ ਆਈਗਨ ਫੰਕਸ਼ਨ ਸੌਰੀ ਵੇਵ ਫੰਕਸ਼ਨ ਹੋ ਸਕਦੇ ਨੇ, ਲੇਕਿਨ ਹਰ ਵੇਵ ਫੰਕਸ਼ਨ ਆਈਗਨ ਫੰਕਸ਼ਨ ਨਹੀਂ ਹੁੰਦਾ।
ਆ ਮੈਂ ਐਵੇਂ ਸਾਈ ਲਿਖਤਾ, ਇਹ ਸਾਈ ਆਈਗਨ ਫੰਕਸ਼ਨ ਨਹੀਂ ਹੈਗਾ, ਸਾਨੂੰ ਚੈੱਕ ਕਰਨਾ ਹੋਊਗਾ ਕਿ ਆਈਗਨ ਫੰਕਸ਼ਨ ਹੈਗਾ ਜਾਂ ਨਹੀਂ ਹੈਗਾ। ਆ ਲੈਮਡਾ ਮੈਂ 1 ਲਿਖਤੀ, ਇਹ ਮੈਜ਼ਰਮੈਂਟ ਆ, ਪਰ ਇਹ ਆਈਗਨ ਵੈਲਿਊ ਹੈਗੀ ਆ ਜਾਂ ਨਹੀਂ ਹੈਗੀ ਇਹ ਚੈੱਕ ਕਰਨਾ ਪਊਗਾ। ਇਹ ਤੁਹਾਨੂੰ ਥੋੜਾ ਜਿਹਾ ਹੁਣ ਕਲੀਅਰ ਹੋਊਗਾ। ਦੇਖੋ ਤੁਹਾਨੂੰ ਮੈਂ ਇੱਕ ਵੇਵ ਫੰਕਸ਼ਨ ਦਿੰਦਾ ਹਾਂ, ਕਿਨੈਟਿਕ એનર્ਜੀ ਆਪਰੇਟਰ ਦੇਤਾ ਤੁਹਾਨੂੰ। ਇਹ ਕੀ ਹੁੰਦਾ, -h²/2m ਕਰਲੀ ਸਕੁਅਰ ਬਾਈ ਕਰਲੀ x। ਇਹ ਆਪਰੇਟਰ ਹੈ, ਤੁਹਾਨੂੰ ਮੈਂ ਵੇਵ ਫੰਕਸ਼ਨ ਦੇ ਰਿਹਾ sin, ਇਹ ਦੇ ਰਿਹਾ a sin kx। ਠੀਕ ਹੈ, ਮੈਨੂੰ ਆਪਰੇਟ ਕਰਵਾ ਕੇ ਦੱਸੋ ਇਹ ਆਈਗਨ ਵੈਲਿਊ ਬਣ ਆਹ ਇਕੁਏਸ਼ਨ ਬਣਦੀ ਹੈ ਜਾਂ ਨਹੀਂ ਬਣਦੀ। ਅਗਰ ਬਣਦੀ ਹੈ ਤਾਂ ਮੈਨੂੰ ਲੈਮਡਾ m ਦੀ ਵੈਲਿਊ ਦੱਸੋ, ਜਲਦੀ ਦੇਣਾ। ਜਿਵੇਂ ਮੈਂ ਕਰਾਇਆ ਸੀ ਆਪਰੇਟ, ਸਿੰਪਲੀ ਇਹਨੂੰ ਇਹ ਤੇ ਆਪਰੇਟ ਕਰਵਾ ਦੇਣਾ। ਡਿਫਰੈਂਸ਼ੀਅਲ ਆਪਰੇਟਰ ਆ, 2 ਵਾਰੀ ਹੋਊਗਾ ਡਿਫਰੈਂਸ਼ੀਏਸ਼ਨ। सर हाँ जी, इसमें ये पी है वो आइगन साई है वो आइगन फंक्शन है और इसकी आइगन वैल्यू भी एग्जिस्ट करे, आइगन इक्वेशन भी बन रही है। ठीक है, बाकी भी कर दो चेक। फिर मैं सॉल्व कर दूंगा ऐसे, आप मैच कर लेना। फिर किसी होर दा आ गया तो दस दो। आ गया स्टोरेज की वैल्यू तो आ गई और बन गया उसी फॉर्म में। ठीक है, मैं करता ਤੁਸੀਂ ਮੈਚ ਕਰੋ ਇਹਦੇ ਨਾਲ। ਦੇਖੋ ਆ ਇਕੁਏਸ਼ਨ ਸੀ ਨਾ, ਇਹਦੇ ਨਾਲ ਮੈਚ ਕਰਾਉਣਾ ਸੀ ਆਪਾਂ, ਹੁਣ ਦੇਖ ਰਹੇ ਹਾਂ। ਕਿਨੈਟਿਕ એનર્ਜੀ ਆਪਰੇਟਰ ਦਿੱਤਾ ਸਾਨੂੰ, ਵੇਵ ਫੰਕਸ਼ਨ ਕੀ ਆ sin, ਠੀਕ ਹੈ। ਕਿਨੈਟਿਕ એનર્ਜੀ ਆਪਰੇਟਰ ਦੀ ਵੈਲਿਊ ਪੁੱਟ ਕਰ ਲਾਂਗੇ ਅਸੀਂ -h²/2m ਕਰਲੀ ਸਕੁਅਰ ਬਾਈ ਕਰਲੀ x ਸਕੁਅਰ। ਵੇਵ ਫੰਕਸ਼ਨ ਦੀ ਵੈਲਿਊ ਪੁੱਟ ਕਰ ਲਾਂਗੇ ਇਧਰਲੇ ਪਾਸੇ। ਦੇਖੋ ਇਹ ਹੈਗਾ a sin kx -h²/2m, a ਬਾਹਰ ਆ ਗਿਆ ਕਾਂਸਟੈਂਟ ਹੈ। ਇਹਦਾ 2 ਵਾਰੀ ਡਿਫਰੈਂਸ਼ੀਏਸ਼ਨ, ਦੇਖੋ 2 ਵਾਰੀ ਕਰਨਾ। ਪਹਿਲੀ ਵਾਰ ਕੀ ਕਰਾਂਗੇ, ਸਾਈਨ ਦਾ ਕੀ ਬਣ ਜਾਊਗਾ cos माइनस cos नहीं सर कल्ला cos cos का जो माइनस से करा cos का करांगे तो वो तो माइनस से बनेगा। sin का डेरिवेटिव cos, cos का डेरिवेटिव माइनस sin। हाँ ठीक है, फिर एक माइनस आऊगा, अब प्लस हो जाऊगा। 2 बार डिफरेंशिएशन करांगे तो एक माइनस आऊगा जी सर। साइन का cos बनया, cos का sin बन गया, k आया 2 बार, k स्क्वायर आऊगा नाल sin की x आ गई बस।
हाँ जी सर। साइन के एक्स दोबारा तो आ गया टी ऑपरेटर। ठीक है, ਹੁਣ ਦੇਖੋ ਆ ਇੰਨੀ ਕੀ ਚੀਜ਼ ਨੂੰ ਹਮੇਸ਼ਾ ਦੇਖ ਲੈਣਾ ਵੀ ਕਿਉਂਕਿ ਆ ਇਧਰ ਵੇਵ ਫੰਕਸ਼ਨ ਬਣ ਰਿਹਾ ਹੈ ਜਾਂ ਨਹੀਂ ਬਣ ਰਿਹਾ ਹੈ, ਸਾਨੂੰ ਪਹਿਲਾਂ ਦੇਖ ਦਿੱਤਾ ਸੀ, ਚੈੱਕ ਕਰਨਾ ਹੈ ਕਿ ਬਣ ਰਿਹਾ ਹੈ ਕਿ ਨਹੀਂ ਬਣ ਰਿਹਾ। ਅਗਰ ਬਣ ਰਿਹਾ ਤਾਂ ਤੁਸੀਂ ਇੱਥੇ ਵੈਲਿਊ ਲਿਖਣੀ ਹੈ ਸਾਡੇ k ਸਕੁਅਰ h ਕੱਟ ਸਕੁਅਰ ਬਾਈ 2m ਇੱਥੇ sin x t sin x। ਦੇਖੋ ਆ ਇਕੁਏਸ਼ਨ ਨੂੰ ਹੁਣ ਬਸ ਮੈਚ ਕਰ ਲੈਣਾ, ਹੋਰ ਕੁਝ ਨਹੀਂ ਕਰਨਾ। ऑपरेटर हो गया, वेव फंक्शन हो गया, यही वेव फंक्शन दोबारा आ गया ਜਿਹੜਾ ਤੁਹਾਨੂੰ ਮੈਂ ਕਿਹਾ ਸੀ ਕਿ यही वेव फंक्शन दोबारा ਮੁੜ ਕੇ ਆਉਣਾ ਚਾਹੀਦਾ। ਠੀਕ ਹੈ, ਆਹ ਇਹਦੇ ਸਾਹਮਣੇ ਵਾਲੀ ਚੀਜ਼ ਹੋਊਗੀ ਲੈਮਡਾ ਹੈ, ਤਾਂ ਲੈਮਡਾ ਇਹਨਾਂ ਦੀ ਵੈਲਿਊ ਕੀ ਹੋਊਗੀ ਇੱਥੇ स्क्वायर ओवर 2n। ਯਾਨੀ ਕਿ ਇਹ ਆਈਗਨ ਵੈਲਿਊ ਇਕੁਏਸ਼ਨ ਬਣ ਰਹੀ ਹੈ। ਕਿਉਂਕਿ ਇਹ ਆਈਗਨ ਵੈਲਿਊ ਇਕੁਏਸ਼ਨ ਬਣ ਰਹੀ ਆ, ਇਸ ਲਈ ਇਸ ਵੇਵ ਫੰਕਸ਼ਨ ਨੂੰ ਦੇਖੋ, ਇਸ ਵੇਵ ਫੰਕਸ਼ਨ ਆਪਾਂ ਕਿਸੇ ਵੀ ਫੰਕਸ਼ਨ ਨੂੰ ਕਿਤੇ ਵੀ ਸਾਈ ਆ ਗਿਆ ਨਾ ਉਹਨੂੰ ਤੁਸੀਂ ਵੇਵ ਫੰਕਸ਼ਨ ਕਹਿ ਸਕਦੇ ਹੋ, ਲੇਕਿਨ ਹਰੇਕ ਵੇਵ ਫੰਕਸ਼ਨ ਨੂੰ ਤੁਸੀਂ ਆਈਗਨ ਫੰਕਸ਼ਨ ਨਹੀਂ ਕਹਿ ਸਕਦੇ। ਲੇਕਿਨ ਕਿਉਂਕਿ ਹੁਣ ਇਹ ਆਈਗਨ ਵੈਲਿਊ ਇਕੁਏਸ਼ਨ ਚ ਖਰਾ ਉਤਰ ਰਿਹਾ ਆਪਣੇ ਕੋਲੇ, ਸੈਟੀਸਫਾਈ ਕਰ ਰਿਹਾ ਇਹਨੂੰ, ਇਸ ਲਈ ਹੁਣ ਆਪਾਂ ਇਹਨੂੰ ਸਾਈ ਨੂੰ ਕਹਾਂਗੇ ਵੇਵ ਫੰਕਸ਼ਨ। ਸਾਈ ਇੱਥੇ ਕੀ ਆ, ਆਈਗਨ ਫੰਕਸ਼ਨ। ਆਈਗਨ ਫੰਕਸ਼ਨ ਇੱਥੇ ਆ ਕੀ ਆ, ਜਿਹੜੀ ਲੈਮਡਾ n ਆ, ਲੈਮਡਾ n ਇਜ਼ ਇਕੁਅਲ ਟੂ k ਸਕੁਅਰ h ਕੱਟ ਸਕੁਅਰ ਬਾਈ 2m। ਇਹ ਆਈਗਨ ਵੈਲਿਊ ਠੀਕ ਹੈ, ਇਹ ਆਈਗਨ ਵੈਲਿਊ ਆ। ਹੁਣ ਇਹਨੂੰ ਮੈਜ਼ਰਮੈਂਟ ਨੂੰ ਆਪਾਂ ਆਈਗਨ ਵੈਲਿਊ ਕਹਿ ਸਕਦੇ। ਇੱਕ ਚੀਜ਼ ਯਾਦ ਰੱਖਣੀ ਆ, ਇਸ ਆਈਗਨ ਵੈਲਿਊ ਦੀ ਖਾਸੀਅਤ ਹੁੰਦੀ ਹੈ ਇਹ ਹਮੇਸ਼ਾ ਸਕੇਲਰ ਹੁੰਦੀ ਹੈ। Always scalar. Lambda n should be always scalar value। ਇਹਦੇ ਚ ਕੀ ਇਨਕਲੂਡ ਹੁੰਦਾ ਸਕੇਲਰ ਚ, ਰੀਅਲ ਨੰਬਰ ਵੀ ਇਨਕਲੂਡ ਹੁੰਦਾ ਤੇ ਇਮੇਜਿਨਰੀ ਨੰਬਰ। ਪਰ x y z ਇਹ ਵੇਰੀਏਬਲ ਇਨਕਲੂਡ ਨਹੀਂ ਹੁੰਦੇ। ਯਾਨੀ ਕਿ ਸੁਣੋ ਕਿ ਜਦੋਂ ਤੁਸੀਂ ਕਾਮਨ ਕੱਢੋਗੇ ਨਾ, ਇੱਥੇ ਸਾਈ n ਦੀ ਵੈਲਿਊ ਪੁੱਟ ਕਰੋਗੇ, ਜਿਹੜਾ ਲੈਮਡਾ n ਆਊਗੀ ਜਿਵੇਂ ਆ ਆਇਆ ਸੀ ਆ k ਸਕੁਅਰ h ਕੱਟ ਸਕੁਅਰ ਬਾਈ 2m, ਇਹਦੇ ਵਿੱਚ ਕਿਤੇ ਇਓਟਾ ਤਾਂ ਆ ਸਕਦਾ ਹੈ, ਇਮੇਜਿਨਰੀ ਨੰਬਰ ਤਾਂ ਆ ਸਕਦਾ, ਇਓਟਾ ਆ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ। ਬਟ ਜਦ ਤੁਸੀਂ ਆ ਕਾਮਨ ਕੱਢ ਕੇ ਤੇ ਸਾਈ n ਦੀ ਵੈਲਿਊ ਪੁੱਟ ਕਰ ਦੋਗੇ ਤਾਂ ਇੱਥੇ x y z ਇਹ ਵੇਰੀਏਬਲ ਨਹੀਂ ਇੱਥੇ ਬਚਣੇ ਚਾਹੀਦੇ। ਜਿਵੇਂ ਕਿ ਇਹਦਾ ਕੁਐਸਚਨ ਕਰਦੇ ਆ, ਅਗਰ वेरिएबल बच गया ਤਾਂ ਉਹ ਆਈਗਨ ਵੈਲਿਊ ਇਕੁਏਸ਼ਨ ਨਹੀਂ ਬਣਨੀ। ਆਈਗਨ ਵੈਲਿਊ ਇਕੁਏਸ਼ਨ ਨਹੀਂ ਬਣਨੀ ਤਾਂ ਆਪਾਂ ਆਈਗਨ ਫੰਕਸ਼ਨ ਨਹੀਂ ਕਹਿ ਸਕਦੇ ਉਹਨੂੰ, ਆਈਗਨ ਵੈਲਿਊ। ਇਹਦਾ ਮੈਂ ਐਗਜ਼ਾਮਪਲ ਦੇਣਾ, ਜਿਵੇਂ ਕਿ ਸਾਈ n ਇਸ ਵਾਰ ਦਿੱਤਾ ਮੈਂ ਤੁਹਾਨੂੰ a e ਦੀ ਪਾਵਰ ਮਾਈਨਸ kx ਸਕੁਅਰ, ਇਹ ਦੇਤਾ kx ਸਕੁਅਰ, ਇਹ ਦੇਤਾ ਤੇ ਆਪਰੇਟਰ ਦੇਤਾ ਤੁਹਾਨੂੰ p मोमेंटम ऑपरेटर माइनस एओटा h कट कर ली बाय कर लिया। इनको ऑपरेट करवाओ बड़ा, ऑपरेट करवा के अपनो लैम्डा n दी वैल्यू दस सर x स्क्वायर है। हां जी x स्क्वायर है, ये जान के देता मैं x स्क्वायर है ते माइनस k x स्क्वायर। ਜੇ ਕੱਲਾ p ਲਿਖਿਆ ਹੈ ਕਿ ਨਾਲ ਵੀ ਕੁਝ ਹੈਗਾ ਸਰ, ਕਲੀਅਰ ਨਹੀਂ ਦਿਖ ਰਿਹਾ। नहीं p है कल्ला p ऑपरेटर जेड़ा पहला चलदा अपना इथे माइनस सर इसमें स्केलर के साथ वेरिएबल भी आएगा, x आ जाएगा, तो ये आइगन वैल्यू होगी या नहीं? मैं ਉਹੀ ਤਾਂ ਮੈਂ ਦੱਸਿਆ ਤੁਹਾਨੂੰ ਜਦ x ਆ ਗਿਆ ਨਾ ਨਾਲ ਕਾਮਨ ਕੱਟ ਕੇ सर उन्होंने आइगन नहीं होने। ये आइगन वैल्यू नहीं होगा, आइगन वैल्यू इक्वेशन सर ये बनेगी नहीं, फिर ये आइगन वैल्यू इक्वेशन नहीं बनेगी। हाँ बाकी भी ਕੱਢ ਕੇ ਦੇਖੋ, ਥੋੜਾ ਜਿਹਾ ਟਰਾਈ ਕਰੋ ਇਹ, ਫਿਰ ਮੈਂ ਕਰਦਾ ਸੋਲਵ, ਤੁਸੀਂ ਮੈਚ ਕਰ ਦਿਓ। ਇੱਕ ਦੋ ਬੰਦੇ ਹੋਰ ਕੱਢੋ। सर हो गया। हो गया, ठीक है।
-2a kx आ रहा है सर अगे फिर पर नहीं होनी। ठीक है, लैम्डा एन की वैल्यू की आ रही है जब आप पी ऑपरेटर साई एन से ऑपरेट ज्यादा इसे किया है -2a 2k kx। x, ठीक है, नाल साई एन, ठीक है, ये आ गया। प्लस नहीं हो जाएगा? माइनस क्यों आया सर? सो एक माइनस के भी तो होएगा। माइनस आई अटैच कर दिया आएगा सर साथ में। ठीक है, प्लस लिख देते हैं। सर ऊपर माइनस नहीं है माइनस बार भी तो है ना, माइनस आयोटा फिर पहला माइनस माइनस प्लस हो जाएगा प्लस फिर हो जाएगा। आइटा हाँ स्क्वायर -1 नहीं आएगी। के एक्स ए आया, आइटा भी आएगा नाल, आइटा भी आएगा सर नाल। एओटा भी आऊंगा, ठीक है, ये आ गया। सर नहीं एम नहीं आ रहा गा। करे नहीं देने आएगा सर इंदा ही। माइनस एओटा एच कट कर ली वाई कर ली एक्स, इथे ਦਿੱਤਾ ਸੀ ਮੈਂ ਤੁਹਾਨੂੰ ਇਹ ਦਿੱਤਾ ਸੀ ए ई रेस्ट टू पावर माइनस के एक्स स्क्वायर। सर माइनस आइटा भी थी सर नाल ए ई दी माइनस आइटा के एक्स स्क्वायर। कईयां ने एओटा लिख लिया, कईयां ने नहीं लिखा होगा, सर आयोटा नहीं हैगा सी। एओटा लिखा ही नहीं ਸੀ। चल अगर एओटा लिखा फिर तो आंसर सही होगा, थोड़ा अपने हिसाब ਨਾਲ सही अगर एओटा लिखा, पर मैं मान लो इथे एओटा लेके नहीं चलता ਤਾਂ ਇੱਥੇ ਕੀ ਆਊਗਾ, ਇਹ ਆ ਜਾਊਗਾ, ਇਹਦਾ ਅਸੀਂ ਡਿਫਰੈਂਸ਼ੀਏਸ਼ਨ ਕੀ ਕਰਾਂਗੇ, ਕਿ x² ਡਾਟ ਇੱਥੇ ਕੀ ਆ ਜਾਊਗਾ -2kx, ਇਧਰ ਆ ਗਿਆ ਕੀ ਬਣਿਆ 2 ਇਓਟਾ k h कट x k e ਦੀ ਪਾਵਰ -kx², ਆ ਚੀਜ਼ ਬਣ ਗਈ 2 ਇਓਟਾ k h कट x, ਆ ਕੀ ਆ ਸਾਈ ਹੈ, ਆਹੀ ਬਣਿਆ ਸਾਡੇ ਕੋਲ। अगर तुम इतने उल्टा लेके चल रहे हो तो सामने भी उल्टा भी होगा, फिर उल्टा स्क्वायर है, ठीक है उसी। पर अगर असं ये लेके चलते हैं तो आऊगा। हुण इस देखो x है साडे कोल, x इनक्लूड होगी, ये स्केलर नहीं होना यार वैल्यू रे, साई n दे नाल आ जिहड़ा सारा चक लेना, सारे दा सारा ਉਹਦੇ ਚ देख लेना x y z ਤਾਂ नहीं आ रहा, अगर नहीं आ रहा था तो ठीक है, अगर आ रहा था फिर प्रॉब्लम। हुणे आइगन वैल्यू इक्वेशन नहीं हैगी, क्योंकि आइगन वैल्यू इक्वेशन नहीं हैगी हुणे ये ਤਾਂ ਜਿਹੜਾ ਆਹ ਨਾ ਆ ਲੈਂਮਡਾ ਐਨ, ਇੱਥੇ ਇਹ ਲੈਂਮਡਾ ਐਨ ਆ ਜਿਹੜਾ, ਇਹ ਮੈਜ਼ਰਮੈਂਟ ਤਾਂ ਹੈਗਾ, ਮੈਜ਼ਰਮੈਂਟ ਤਾਂ ਹੈਗਾ, ਬਟ ਆਈਗਨ ਵੈਲਿਊ ਨਹੀਂ ਇਹਨੂੰ ਕਹਿਣਾ। ਦੂਸਰੀ ਗੱਲ ਆ ਜਿਹੜਾ ਸਾਈ ਐਨ ਆ, ਇਹਨੂੰ ਵੇਵ ਫੰਕਸ਼ਨ ਤਾਂ ਕਹਿ ਸਕਦੇ ਆ ਆਪਾਂ, ਲੇਕਿਨ ਇਹਨੂੰ ਆਈਗਨ ਫੰਕਸ਼ਨ ਨਹੀਂ ਕਹਿਣਾ। ਇਹ ਦੋਨੇ ਜਨਰਲਾਈਜ਼ਡ ਵਰਡ ਹੁੰਦੇ, ਇਹ ਤਾਂ ਯੂਜ਼ ਕਰ ਹੀ ਸਕਦੇ ਆ, लेकिन आइगन फंक्शन या आइगन वैल्यू ये चीज़ां इत्थे यूज नहीं कर। मींस कहन दा मतलब कि जदों अपने कोल स्केलर वैल्यू आ गई तो अपने कोल उदों आइगन वैल्यू ते आइगन फंक्शन आएंगे, पर जदों अपने कोल स्केलर वैल्यू नहीं आएगी उदों अपने कोल मेजरमेंट ते वेव फंक्शन दी टर्म्स आएगा। हाँ हाँ हाँ, वेव फंक्शन ते मेजरमेंट ਤਾਂ ਆਪਾਂ ਵੈਸੇ ਸਭ ਨੂੰ ਹੀ ਕਹਿ ਸਕਦੇ ਹਾਂ, ਕੋਈ ਰੌਲਾ ਨਹੀਂ ਹੈ, वर्ड ने जिवें ਆਪਾਂ ਕਹਿ ਦਿੰਦੇ ਆ ਨਾ ਕੋਈ ਚੀਜ਼ ਏਸੀ ਕਹਿ ਦਿੰਦੇ ਆ, ਮੰਨ ਲਾ ਏਸੀ ਹੈ ਆਪਣੇ ਕੋਲ, ਅਲੱਗ-ਅਲੱਗ ਕੰਪਨੀਆਂ ਨੇ, ਕੰਪਨੀਆਂ ਦਾ ਏਸੀ ਹੁੰਦਾ, ਠੀਕ ਹੈ, ਉਵੇਂ ਆ ਇਹ ਚੀਜ਼। ਏਸੀ ਤਾਂ ਸਾਰਿਆਂ ਲਈ ਆਪਾਂ ਕਹਿਤਾ ਕਲੈਕਟਿਵਲੀ, ਕਿਹੜੀ ਕੰਪਨੀ ਦਾ ਇਹ ਨਹੀਂ ਨਾ ਆਪਾਂ ਮੈਂਸ਼ਨ ਕੀਤਾ, ਇਹਦਾ ਆਈਗਨ ਫੰਕਸ਼ਨ ਆ ਉਹ ਚੀਜ਼ ਸਪੈਸੀਫਿਕ ਹੋ ਗਈ। ਇੱਕ ਹੋਰ ਚੀਜ਼ ਹੁੰਦੀ ਆ, ਇਹ ਤਾਂ ਸਕੇਲਰ ਵੈਲਿਊ ਦਾ ਦੱਸਿਆ, ਆ ਫੰਕਸ਼ਨ ਵੀ ਮੈਚ ਕਰਨਾ ਚਾਹੀਦਾ ਤੁਹਾਨੂੰ, ਸਾਈਡ ਤੇ ਸਾਈ ਐਨ ਦਾ ਸਾਈ ਐਨ ਦੇ ਹੁੰਦੇ, ਕਈ ਵਾਰ ਇਹ ਵੀ ਨਹੀਂ ਹੁੰਦਾ, ਇੱਕ ਮੈਂ ਤੁਹਾਨੂੰ ਫੰਕਸ਼ਨ ਦਿੰਦਾ, ਉਹ ਪ੍ਰੋਬਲਮ ਹੀ ਆ ਜਾਂਦੀ ਕਈ ਵਾਰ,
देखो साई एन अगर मैं तुम देता ये साइन के एक्स आई ਦਿੱਤਾ ਸੀ ਤੁਹਾਨੂੰ ਮੈਂ ਕਿ ਤੁਹਾਨੂੰ ਪੀ ਆਪਰੇਟਰ ਆਪਰੇਟ ਕਰਾਉਣ ਨੂੰ ਕਹਿਣਾ ਇੱਥੇ ਮਾਈਨਸ ਯੋਟਾ ਐਚ ਕੱਟ ਕਰਲੀ ਬਾਈ ਕਰ ਲਈ ਮੈਨੂੰ ਦੱਸਿਓ ਆਹ ਇਕੁਏਸ਼ਨ ਬਣੂਗੀ ਜਾਂ ਨਹੀਂ ਬਣੂਗੀ नहीं बनेगी सर, cos x आ जाएगा। cos x ਆ ਜਾਊਗਾ ਦਿਖ ਰਿਹਾ ਆਪਾਂ ਨੂੰ cos x ਆ ਜਾਊਗਾ ਹਨਾ ਜਦ ਆਪਰੇਟ ਕਰਾਂਗੇ ਇੱਥੇ ਇਹ ਆਪਰੇਟਰ ਆਪਰੇਟ ਕੀਤਾ ਸਾਈ n ਤੇ यानी कि माइनस एटा एच कट करली बाय करली एक्स के साइन के एक्स ए मूरे आ गया माइनस एटा एच कट नहीं एटा एच कट ए ਇਹਦਾ ਕੀਤਾ cos kx ਸਾਥ ਕੇ ਆ ਗਿਆ a ਨੂੰ ਮੂਰੇ ਲਿਆਇਆ ਆਪਾਂ ਹੁਣ ਆ ਜਿਹੜੀ ਚੀਜ਼ ਬਚੀ ਆ ਇਹਨੂੰ ਅਸੀਂ ਵੇਵ ਫੰਕਸ਼ਨ ਨਹੀਂ ਪੁੱਟ ਕਰ ਸਕਦੇ ਇਹ ਮੈਚ ਨਹੀਂ ਕਰਦਾ ਜਿਹੜਾ ਵੇਵ ਫੰਕਸ਼ਨ ਆਪਾਂ ਨੂੰ ਪਹਿਲਾਂ ਦਿੱਤਾ ਸੀ ਇਹ ਕੋਈ ਹੋਰ ਵੇਵ ਫੰਕਸ਼ਨ ਬਣ ਗਿਆ ਇੱਥੇ ਤਾਂ ਇਹ ਵੀ ਬਣੀ ਆਈਗਨ ਵੈਲਿਊ ਤਾਂ ਇੱਥੇ ਇਹਨੂੰ ਵੀ ਨਹੀਂ ਕਹਿ ਸਕਦੇ ਕਿ ਇਹ ਆਈਗਨ ਫੰਕਸ਼ਨ ਨੇ ਜਾਂ ਆਈਗਨ ਵੈਲਿਊ ਤਾਂ ਇਹ ਚੀਜ਼ਾਂ ਨੇ ਧਿਆਨ ਚ ਰੱਖਿਓ सर एक बार ये रिपीट कर दो, जिसमें x होगा उसको क्या कहेंगे? जिसमें जिसमें x वेरिएबल होगा या वेरिएबल होंगे x y z, तो उसको कहेंगे क्या? देखो ਇਹ ਆਈਗਨ ਵੈਲਿਊ ਇਕੁਏਸ਼ਨ ਇਹਦੇ ਵਿੱਚ ਲੈਮਡਾ ਹੋਣਾ ਚਾਹੀਦਾ ਸਕੇਲਰ दूसरी चीज ए वेव फंक्शन दोनों मैच करने चाहिए सेम होने चाहिए दोनों पास दो चीज़ां ने स्केलर ਦੇ ਵਿੱਚ ਰੀਅਲ ਫੰਕਸ਼ਨ ਦਾ ਚੱਲ ਜੂਗਾ ਇਮੇਜਿਨਰੀ ਵੀ ਚੱਲ ਜੂਗਾ x ਨਹੀਂ ਹੋਣਾ ਚਾਹੀਦਾ y ਨਹੀਂ ਹੋਣਾ ਚਾਹੀਦਾ z ਨਹੀਂ ਕੋਈ ਵੇਰੀਏਬਲ ਨਾ ਹੋ ਕੋਈ ਚੀਜ਼ ਵੇਰੀਏਬਲ ਨਾ ਹੋ अगर ਤਾਂ स्केलर आ ਤਾਂ ਸਾਈ n ਨੂੰ ਕਹਿ ਸਕਦੇ ਆ ਆਪਾਂ ਆਈਗਨ ਫੰਕਸ਼ਨ ਠੀਕ ਹੈ ਆਈਗਨ ਫੰਕਸ਼ਨ ਅੱਛਾ ਕੋਈ ਪੁੱਛ ਸਕਦਾ ਆਈਗਨ ਫੰਕਸ਼ਨ ਕਹਿ ਲਾਂਗੇ ਠੀਕ ਹੈ ਵੇਵ ਫੰਕਸ਼ਨ ਨਹੀਂ ਕਹਿ ਸਕਦੇ ਵੇਵ ਫੰਕਸ਼ਨ ਤਾਂ ਕਹੀ ਸਕਦੇ ਆ ਤਾਂ ਜਨਰਲਾਈਜ਼ਡ ਵਰਡ ਹੈ ਵੇਵ ਫੰਕਸ਼ਨ ਤਾਂ ਕਹੀ ਸਕਦੇ ਆ ਉਹ ਤਾਂ ਜਨਰਲਾਈਜ਼ਡ ਹੈ ਜਿਵੇਂ ਮੰਨ ਲਾ ਮੇਰੇ ਕੋਲ ਇੱਥੇ ਸੈਮਸੰਗ ਦਾ ਏਸੀ ਆ ਤਾਂ ਮੈਂ ਕੋਈ ਪੁੱਛ ਸਕਦਾ ਮੈਂ ਕਹਿ ਰਿਹਾ ਵੀ ਸੈਮਸੰਗ ਏਸੀ ਕੋਈ ਕਹਿ ਸਕਦਾ ਮੈਂ ਇਕੱਲਾ ਏਸੀ ਨਹੀਂ ਕਹਿ ਸਕਦਾ ਮੈਂ ਬਿਲਕੁਲ ਕਹਿ ਸਕਦਾ ਏਸੀ ਕਹਿ ਸਕਦਾ ਇਸ ਲਈ ਆਈਗਨ ਫੰਕਸ਼ਨ ਦਾ ਹੈਗਾ ਇਹ ਵੇਵ ਫੰਕਸ਼ਨ ਤਾਂ ਜਨਰਲਾਈਜ਼ਡ ਵਰਡ ਆ ਤਾਂ ਵਰਤ ਹੀ ਸਕਦੇ ਇਹਦੇ ਵਾਸਤੇ ਲੈਮਡਾ n ਜਦ ਇਹ ਆਈਗਨ ਵੈਲਿਊ ਇਕੁਏਸ਼ਨ ਹੈਗੀ ਆ ਸਕੇਲਰ ਵੈਲਿਊ ਆ ਰਹੀ ਤਾਂ ਆਈਗਨ ਵੈਲਿਊ ਕਹਿ ਸਕਦੇ ਆ ਪਰ ਆਪਾਂ ਮੈਜ਼ਰਮੈਂਟ ਨਹੀਂ ਵਰਤ ਸਕਦੇ ਮੈਜ਼ਰਮੈਂਟ ਵੀ ਵਰਤ ਸਕਦੇ ਉਹ ਤਾਂ ਜਨਰਲਾਈਜ਼ਡ ਵਰਡ ਹੈ मेजरमेंट का जनरल वर्ड पर हम देखो अगर वेरिएबल आ गया x y z आ गया इत्थे ਤਾਂ x y z ਦਾ ਜਿਹੜਾ ਉਹ ਇਹਨੂੰ ਆਈਗਨ ਵੈਲਿਊ ਇਕੁਏਸ਼ਨ ਨਹੀਂ ਬਣਨ ਦਊਗਾ ਠੀਕ ਹੈ ਤਾਂ ਹੁਣ ਅਸੀਂ ਜਿਹੜਾ ਹੁਣ ਆਹ ਚੀਜ਼ ਤਾਂ ਕੱਟ ਗਈ ਨਾ ਆਈਗਨ ਫੰਕਸ਼ਨ ਕੱਟ ਗਿਆ ਆਈਗਨ ਵੈਲਿਊ ਕੱਟ ਗਈ ਆ ਜਨਰਲਾਈਜ਼ਡ ਵਰਡ ਰਹਿ ਜਾਣਗੇ ਬਸ ਫਿਰ ਅਸੀਂ ਸਾਈ n ਨੂੰ ਸਿਰਫ ਕਹਿ ਸਕਦੇ ਹਾਂ ਵੇਵ लैम्डा n को कह सकते हैं सिर्फ मेजरमेंट अगर x y z वेरिएबल होंगे सिर्फ जनरलाइज्ड वर्ड यूज कर सकते हैं आप पर्टिकुलर वर्ड नहीं यूज कर सकते और समझ आ गया हाँ जी सर ठीक है क्वांटम मैकेनिक्स दसा की प्रॉब्लम होगी जैसे ਅਸੀਂ क्वांटम मैकेनिक्स ਅੱਗੇ ਪੜ੍ਹਦੇ ਹਾਂ ਤਾਂ ਸਾਨੂੰ ਟਰਮਸ ਦਾ ਪਤਾ ਨਹੀਂ ਹੁੰਦਾ अगर कहते हैं ਅਸੀਂ ਆ ਛੋਟੀ ਛੋਟੀ ਚੀਜ਼ਾਂ ਦਾ ਕਿ ਆਈਗਨ ਫੰਕਸ਼ਨ ਕਿਹਨੂੰ ਕਹੀਏ ਆਈਗਨ ਵੈਲਿਊ ਕਿਹਨੂੰ ਕਹੀਏ ਇਹ ਵੇਵ ਫੰਕਸ਼ਨ ਤੇ ਆਈਗਨ ਫੰਕਸ਼ਨ 'ਚ ਕੀ ਫਰਕ ਹੁੰਦਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹ ਤੁਸੀਂ ਇਹਦੇ ਸਿੱਖ ਲੀਆਂ ਹੋ ਅੱਗੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋ
क्योंकि इतने ਜਿਹੜੇ क्वेश्चन ਬਣਨੇ ਨੇ ਕੋਈ ਬਹੁਤ ਜ਼ਿਆਦਾ ਤੁਹਾਨੂੰ ਆਏ ਨਹੀਂ ਇਹ ਕੋਈ ਵੱਡੀਆਂ ਵੱਡੀਆਂ ਡੈਰੀਵੇਸ਼ਨ ਆ ਜਾਣਗੀਆਂ ਜਾਂ ਵੱਡੇ ਵੱਡੇ ਤੁਹਾਨੂੰ ਕੋਈ ਨਿਊਮੈਰੀਕਲ ਸੋਲਵ ਕਰਨੇ ਨੇ ਬਿਲਕੁਲ ਸਿੰਪਲ ਕੁਐਸਚਨ ਆਉਣਗੇ। ਜਿਵੇਂ ਅੱਜ ਕੀ ਸਿੱਖਿਆ ਤੁਸੀਂ? ਪਹਿਲੀ ਚੀਜ਼ ਸਿੱਖੀ ਮਿਕਸ ਸਟੇਟ, दूसरी चीज सीखी प्योर स्टेट। आ कंबीनेशन याद रखना ਜਾਂ ਵੀ ਇਹ ਚੀਜ਼ਾਂ ਤੇ ਦੋਨੇ ਆਉਣ ਧਿਆਨ ਚ ਤੁਹਾਡੇ ਐਂ ਲਿਖ ਲਿਆ ਕਰੋ ਯਾਦ ਕਰਨ ਲਈ C1 psi1 C2 psi2 up to Cn psi ਆ ਮਿਕਸ ਸਟੇਟ ਆ ਪਿਓਰ ਸਟੇਟ ਨੇ। ਮਿਕਸ ਸਟੇਟ ਪਿਓਰ ਸਟੇਟਸ ਤੋਂ ਮਿਲ ਕੇ ਬਣੀ ਹੁੰਦੀ ਹੈ। ਤੀਜੀ ਚੀਜ਼ ਕੀ ਸਿੱਖੀ ਅੱਜ ਆਪਾਂ? ਆਪਰੇਟਰ। ਚੌਥੀ ਚੀਜ਼ ਕੀ ਸਿੱਖੀ ਆਪਾਂ? ਆਈਗਨ ਫੰਕਸ਼ਨ। ਇਹਨੂੰ ਜਨਰਲਾਈਜ਼ਡ ਤੌਰ ਤੇ ਕੀ ਕਹਿੰਦੇ ਆਪਾਂ? ਵੇਵ ਫੰਕਸ਼ਨ। ਸਾਈ ਨਾਲ ਰਿਪਰੈਜ਼ੈਂਟ ਕਰ ਦਿੰਦੇ ਆ, ਸਾਈ ਨਾਲ ਵੀ ਰਿਪਰੈਜ਼ੈਂਟ ਕਰ ਦਿੰਦੇ ਆ, ਸਾਈ 1 2 3 ਇਹਨਾਂ ਚੀਜ਼ਾਂ ਨਾਲ ਵੀ ਰਿਪਰੈਜ਼ੈਂਟ ਕਰ ਦਿੰਦੇ ਆ। ਪਾਈ ਅਸੀਂ ਹੋਰ ਕੀ ਸਿੱਖਿਆ? ਆਈਗਨ ਵੈਲਿਊ ਕੀ ਹੁੰਦੀ ਹੈ, ਠੀਕ ਹੈ। ਇਹ ਹੁੰਦੀ ਹੈ ਕੀ ਹੁੰਦੀ ਹੈ? ਮੈਜ਼ਰਮੈਂਟ। ਇਹ ਪੰਜ ਚੀਜ਼ਾਂ ਅਸੀਂ ਸਿੱਖੀਆਂ। ਹੁਣ ਇਹੀ ਚੀਜ਼ਾਂ ਬੇਸ ਦੇ ਵਿੱਚ ਰਹਿਣਗੀਆਂ ਸਾਰੀ ਕੁਆਂਟਮ। ਹੁਣ ਇੱਕ ਚੀਜ਼ ਹੋਰ ਕਰਦੇ ਹਾਂ ਅੱਜ ਦੀ ਲਾਸਟ, ਉਹ ਕੀ ਹੈ? ਤੁਸੀਂ ਸੁਣਿਆ ਹੋਊਗਾ, ਪੜਿਆ ਵੀ ਹੋਊ। ਉਹ ਕੀ ਹੈ? ਪ੍ਰੋਬੇਬਿਲਿਟੀ ਐਂਡ ਇਹ ਟੌਪਿਕ ਆ ਪ੍ਰੋਬੇਬਿਲਿਟੀ ਡੈਂਸਿਟੀ। ਪ੍ਰੋਬੇਬਿਲਿਟੀ ਐਂਡ ਪ੍ਰੋਬੇਬਿਲਿਟੀ ਡੈਂਸਿਟੀ। ਦੇਖੋ ਜਿਹੜਾ ਸਾਈ ਹੈ ਨਾ ਇਹ ਕੀ ਹੈ ਸਾਡੇ ਕੋਲ? ਵੇਵ ਫੰਕਸ਼ਨ। ਜਨਰਲਾਈਜ਼ਡ ਵਰਡ ਹਰੇਕ ਲਈ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਸਾਊਂਡ ਵੇਵ ਲਈ ਸੀ ਜਿਆਦਾ। ਸਾਊਂਡ ਵੇਵ ਦੀ ਇਕੁਏਸ਼ਨ ਕੀ ਸੀ? y a sin kx। ਮੈਂ ਉੱਥੇ ਕਿਹਾ ਸੀ ਕਿ y ਕੀ ਆ? ਇਹ ਡਿਸਪਲੇਸਮੈਂਟ ਹੁੰਦੀ ਹੈ ਸਾਊਂਡ ਵੇਵ ਦੇ ਵਿੱਚ। ਤੇ ਪਾਰਟੀਕਲ ਆਪਣੀ ਮੇਨ ਪੋਜੀਸ਼ਨ ਦੇ ਆਲੇ ਦੁਆਲੇ ਘੁੰਮ ਰਹੇ ਨੇ, ਵਾਈਬ੍ਰੇਟ ਕਰਦੇ ਨੇ, ਤਾਂ ਉਹਨਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਵਾਰ-ਵਾਰ, ਡਿਸਪਲੇਸਮੈਂਟ ਕਰ ਰਹੇ, ਤਾਂ ਡਿਸਪਲੇਸਮੈਂਟ ਦਾ ਮੈਗਨੀਟਿਊਡ। ਦੂਸਰੀ ਚੀਜ਼ ਮੈਂ ਤੁਹਾਨੂੰ ਇਹ ਦੱਸੀ ਸੀ ਕਿ ਮੈਟਰ ਵੇਵ ਵੀ ਇੱਕ ਤਰ੍ਹਾਂ ਦੀ ਵੇਵ ਹੈ। ਤਾਂ ਮੈਟਰ ਵੇਵ ਦੇ ਹਾਂ ਇਹ ਤੁਹਾਨੂੰ ਸ਼ਾਇਦ ਦੱਸਿਆ ਨਹੀਂ। ਇੱਕ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਹੜੀ ਇਲੈਕਟ੍ਰੋਮੈਗਨੈਟਿਕ ਵੇਵ ਆ ਉਹਦੀ ਜੇ ਮੰਨ ਲਓ ਇਕੁਏਸ਼ਨ ਹੈਗੀ ਆ ਇਹ, ਮੰਨ ਲਓ ਇਹ ਇਕੁਏਸ਼ਨ, ਤਾਂ ਇੱਥੇ ਜਿਹੜੀ ਇੱਥੇ ਇਲੈਕਟ੍ਰੋਮੈਗਨੈਟਿਕ ਵੇਵ ਦੇ ਵਿੱਚ ਇਹ ਕੀ ਹੈ? ਇੱਥੇ fluctuations in electric field and magnetic field। ਠੀਕ ਹੈ, fluctuation in electric field and magnetic field। ਸਾਨੂੰ ਇਹ ਵੀ ਚੀਜ਼ ਪਤਾ ਵੀ ਜਿਹੜੀ ਲਾਈਟ ਆ ਉਹ ਕੀ ਆ? ਵੱਧ ਘੱਟ ਹੋਣਾ ਇਲੈਕਟ੍ਰਿਕ ਫੀਲਡ ਦਾ ਤੇ ਮੈਗਨੈਟਿਕ ਫੀਲਡ ਦਾ। ਸਾਨੂੰ ਸਾਊਂਡ ਵੇਵ ਦਾ ਵੀ ਪਤਾ ਵੀ ਉਹ ਵੱਧ ਘੱਟ ਹੋਣਾ ਇਹਦਾ ਡਿਸਪਲੇਸਮੈਂਟਸ ਦਾ, ਪਾਰਟੀਕਲ ਦੀ ਡਿਸਪਲੇਸਮੈਂਟ ਦਾ ਜਾਂ ਫਿਰ ਪ੍ਰੈਸ਼ਰ ਦਾ। ਸਾਨੂੰ ਜਿਹੜੀ ਮੈਟਰ ਵੇਵ ਆ, ਮੈਟਰ ਵੇਵ ਧਿਆਨ ਦਿਓ ਤੇ ਮੈਟਰ ਵੇਵ ਆ, ਇਹ ਮੈਟਰ ਵੇਵ ਚ ਕੀ ਵੱਧ ਘੱਟ ਹੋ ਰਿਹਾ? ਕਿਹੜੀ ਚੀਜ਼ ਆ ਜਿਹੜੀ ਮੈਟਰ ਵੇਵ ਚ ਵੱਧ ਘੱਟ ਰਹੀ ਹੈ? ਕਿਹਦਾ ਮੈਗਨੀਟਿਊਡ ਵੱਧ ਘੱਟ ਰਿਹਾ? ਸਾਇੰਟਿਸਟ ਲਈ ਇਹ ਬੜੀ ਖੋਜਣ ਵਾਲਾ ਵਿਸ਼ਾ ਅੱਜ ਵੀ ਹੈ। ਅੱਜ ਵੀ ਸਾਨੂੰ ਨਹੀਂ ਪਤਾ ਵੀ ਜਿਹੜਾ ਸਾਈ ਐਕਸ ਆ ਇਹ ਰਿਪਰੈਜ਼ੈਂਟ ਕਿਹਨੂੰ ਕਰ ਰਿਹਾ। ਮੈਨੂੰ ਪਤਾ ਇੱਥੇ ਵਾਈ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ, ਇਸ ਵੇਵ ਫੰਕਸ਼ਨ ਦੇ ਵਿੱਚ ਰਿਪਰੈਜ਼ੈਂਟ ਕਰ ਰਿਹਾ ਡਿਸਪਲੇਸਮੈਂਟ। ਮੈਨੂੰ ਪਤਾ ਵੀ ਇੱਥੇ ਈ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ, ਇਲੈਕਟ੍ਰਿਕ ਫੀਲਡ ਨੂੰ ਰਿਪਰੈਜ਼ੈਂਟ ਕਰ ਰਹੀ। ਠੀਕ ਹੈ, ਲੇਕਿਨ ਮੈਨੂੰ ਇੱਥੇ ਸਾਈ ਪਤਾ ਨਹੀਂ ਹੈ ਵੀ ਇਹ ਕਿਹਦਾ ਮੈਗਨੀਟਿਊਡ ਆ। बस होगी क्लास? नहीं सर, मैं अचानक से मतलब लेफ्ट कर दी सर।
कोई बता सकता है जो सन इलेक्ट्रोमैग्नेटिक वेव इक्वेशन की बताई थी वो क्या थी? ए ई की पावर माइनस आयोटा के एक्स माइनस के आगे क्या था? ओमेगा टी। ओके, थैंक यू। को सर ने इलेक्ट्रिक फील्ड कहा था ना? ई फ्लक्चुएशन नहीं था, फ्लक्चुएशन इन फ्लक्चुएशन इलेक्ट्रिक। तो था, हाँ जी, फ्लक्चुएशन इलेक्ट्रिक एंड मैग्नेटिक फील्ड, लेकिन सिंबल ई को सर ने कुछ कहा था ना, ऐसे क्या थोड़ी कहा था? फ्लक्चुएशन इन इलेक्ट्रिक एंड मैग्नेटिक फील्ड। ठीक है। जितेंद्र, आपने स्टार्टिंग से किया है, जो एटॉमिक एंड मॉलिक्यूलर स्ट्रक्चर है वो कंप्लीट है पार्ट इसमें, रिकॉर्डिंग में जो पढ़े हो? मुझे तो नहीं मिला उसमें कुछ ज्यादा। वो करवाया नहीं है उसमें, रिकॉर्डिंग में है नहीं। नहीं, मैंने भी लेट ही ज्वाइन किया है। और पंकुड़ी मैडम का कंप्लीट हो गया है, उनका पढ़ा अभी तो उनका पढ़ा है ना एक पोलराइजेशन वाला भी। हाँ जी, मैं पहले से ज्वाइन किया हुआ है। वो बता सकते हो कौन कौन सी यूनिट टोटली कंप्लीट करवाई गई हैं रिकॉर्डेड में, रिकॉर्ड जो हो चुकी हैं? सबसे पहले इन्होंने करवाया था हमें इलेक्ट्रिसिटी वाला, सा? इलेक्ट्रॉनिक्स। ठीक है, इलेक्ट्रिसिटी मैग्नेटिज्म मेरे ख्याल से आधा हो गया है, थर्मोडायनेमिक्स हो गया है, एटॉमिक फिजिक्स करवा दिया है अभी तक, हमने न्यूक्लियर हो गया कहाँ है। पे पढ़ा है वो? तो उसमें तो 4 ही वीडियोस और उसमें कोई भी टॉपिक कवर नहीं हो रहा। कहाँ पे है इनकी सारी ऐसा ही वीडियोस? है, मतलब कि ये प्रॉपर सीक्वेंस वाइज नहीं चला, जैसे केमिस्ट्री का चलता है ना, इसका वैसा सिस्टम नहीं है। कभी कोई टॉपिक उठा लिया, कभी कोई टॉपिक उठा लिया, बीच में से बहुत से टॉपिक रहते नहीं है। नहीं, हम यूनिट बात कवर है, अपनी यूनिट कवर है। बात ना नहीं, करें। यूनिट कंप्लीट नहीं है ना, यूनिट्स में रहता है बहुत कुछ अभी तो। हाँ, वही जैसे अब ये मैकेनिक्स का भी जो मैम पोलराइजेशन वाला करवा रहे थे वो भी पेंडिंग रह गया। पहले ऑप्टिक्स वो का स्पेशल थ्योरी वाला भी था, वो भी पेंडिंग रह गया। बस ऐसा ही है, उसका तो ऐसा ही चल रहा है। नहीं, हम बात ना करें सारे टीचर से कि हमें एटलीस्ट एक एक करके कंप्लीट करवा दो, ताकि हमें पता चल जाए कि हमारा कौन सा हो गया और कौन सा रह गया। कोई फायदा नहीं है। अच्छा, बाकी कंप्लीट है। न्यूक्लियर है वो न्यूक्लियर कंप्लीट हो गया? हाँ जी, सिर्फ हाँ जी, न्यूक्लियर कंप्लीट है। एक सिर्फ न्यूक्लियर है जो प्रॉपर कंप्लीट है। थर्मो कंप्लीट है जो आपने किए हैं पहले। उसमें रहता होगा थोड़ा बहुत, तो मैंने तो एग्जैक्ट टॉपिक देखे भी नहीं है, बट मैम के अकॉर्डिंग वो कंप्लीट है। अच्छा, सीएमपी करवा दी इन्होंने। मैंने फिजिक्स का कुछ कंफ्यूजिंग सा हुआ पड़ा, समझता नहीं आ रहा अभी, अभी क्या चल रहा है क्या नहीं। आप में से किसी का मेरिटोरियस का एग्जाम है? नहीं, किस मैंने तो नहीं फिल किया। मुझे नहीं थी फिजिक्स की तो। नहीं, मेरिटोरियस की तो थी फिजिक्स की। जनरल में नहीं थी, जनरल कैटेगरी में नहीं है। नहीं, हाँ मेरिटोरियस है। कैटेगरी की थी फिजिक्स की। हाँ जी, हाँ जी, लेक्चर में नहीं थी सच, मेरिटोरियस में थी। नहीं, मैंने नहीं फिल किया। आपने फिल किए? किया हुआ है। हाँ जी। पर बहुत दूर बना है, अमृतसर बना है, पता नहीं जाएंगे कैसे, सबसे पहले टेंशन ये होती है। अच्छा, सेंटर्स आ गए हैं, अमृतसर बना है। अमृतसर बना है, बहुत जाने ये का ही। लास्ट टाइम भी ऐसे ही किया था मेरा, शायद रफ्तारन आया था। मैंने लास्ट टाइम फिल किया था लेकिन मैं देने जा ही नहीं पाई फिर। दूर क्यों बनाते हैं, तो पूरा पटियाला खाली पड़ा है, वहां दे दो। अमृतसर कैसे जाएंगे, समझ ही नहीं आ रहा कुछ। बस इनका तो दिमाग खराब है, बठिंडा दे दो।
पहले तो टेंशन होती है जाएंगे कैसे, बस बुरा हाल है। ਹੈਲੋ एवरीवन, ਮੇਰੀ ਨਾ ਇਹਦੇ ਮੋਬਾਈਲ ਦੀ ਬੈਟਰੀ ਖਤਮ ਹੋ ਗਈ ਸੀ ਤਾਂ ਮੋਬਾਈਲ ਆਫ ਹੋ ਗਿਆ। सर बस कर दे लीव, वैसे हाँ भी जी, हाँ जी, 7 20 हो चुके हैं। हाँ ਸਰ जी, हाँ जी, ਸਰ ਕੁਛ ਨਾ ਪ੍ਰੋਬਲਮ ਆ ਰਹੀ ਹੈ, ਅਸੀਂ ਨਾ ਡਿਸਕਸ ਕਰ ਰਹੇ ਸੀਗੇ। हाँ जी, हाँ जी। ਸਰ ਸਾਡੇ ਨਾ ਕੋਈ ਵੀ ਚੈਪਟਰ ਕੰਪਲੀਟ ਨਹੀਂ ਹੈ, ਸਾਨੂੰ ਸਮਝ ਹੀ ਨਹੀਂ ਆ ਰਿਹਾ ਵੀ ਕਿਹੜਾ ਸਾਡਾ ਯੂਨਿਟ ਕੰਪਲੀਟ ਔਰ ਕਿਹੜਾ ਨਹੀਂ। ਸਰ ਪਲੀਜ਼ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸੋ। ਹਾਂਜੀ ਮੈਂ ਇਹਦੇ ਤੇ ਲੱਗਿਆ ਹੋਇਆ ਇਹ ਤੇ ਹੀ ਲੱਗਿਆ ਹੋਇਆ। ਮੈਂ ਤੁਹਾਡੀ 1-2 ਦਿਨ ਮੈਨੂੰ ਮੈਂ ਹਰ ਚੀਜ਼ ਪਤਾ ਕਰ ਰਿਹਾ ਵੀ ਕਿਹਦੇ ਟੀਚਰ ਦਾ ਕਿਹੜਾ ਟੌਪਿਕ ਕੰਪਲੀਟ ਹੋਇਆ ਕਿਹੜਾ ਨਹੀਂ ਹੋਇਆ, ਕਿਹਦੀ ਵੀਡੀਓਜ਼ ਪੂਰੀਆਂ ਅਪਲੋਡ ਹੋਈਆਂ ਕਿਹਦੀ ਨਹੀਂ ਹੋਈਆਂ, ਕਿਹਦੀ ਸਰ ਵੀਡੀਓਜ਼ ਮਿਸਿੰਗ ਨੇ। ਸਰ ਥੋੜਾ ਨਾ ਸਿਲੇਬਸ ਦੇ ਅਕੋਰਡਿੰਗ ਚੈੱਕ ਕਰ ਲੈਣਾ ਕਿ ਸਰ ਕਿਹੜੇ ਕਿਹੜੇ ਟੌਪਿਕਸ ਪੈਂਡਿੰਗ ਨੇ। ਹਾਂਜੀ ਹਾਂਜੀ ਸਰ ਐਕਚੁਅਲੀ ਅਸੀਂ ਲੇਟ ਜੁਆਇਨ ਕੀਤਾ ਤਾਂ ਸਾਨੂੰ ਨਾ ਪਤਾ ਹੀ ਨਹੀਂ ਚੱਲ ਰਿਹਾ ਸੀ ਕਿਹੜੀ ਵੀਡੀਓਜ਼ ਦੇਖੀ ਔਰ ਕਿਹੜੀ ਨਹੀਂ ਦੇਖੀ। ਠੀਕ ਹੈ ਸਰ ਮੈਂ ਵੀ ਲੱਗਿਆ ਹੋਇਆ ਤੇ ਰਮਨ ਮੈਮ ਵੀ ਅੱਜ ਕਰਨਗੇ ਇਹ ਤੇ ਕੰਮ, ਤੇ ਅਸੀਂ ਦੋਨੇ ਇਹਨੂੰ ਦੇਖ ਰਹੇ ਹਾਂ ਹੁਣ। ਇਹਨੂੰ ਬਸ ਇੱਕ ਅੱਧਾ ਦਿਨ ਸਾਨੂੰ ਹੋਰ ਦਿਓ, ਅਸੀਂ ਤੁਹਾਨੂੰ ਦੱਸ ਦਿਓ। ਓਕੇ ਹੈ ਸਰ। ਸਰ ਹੁਣ ਤੁਹਾਡੀ ਕਲਾਸ ਨੈਕਸਟ ਮੰਡੇ ਹੈ। ਹਾਂਜੀ ਕੱਲ ਤੋਂ ਫਿਰ ਚੜ੍ਹਦੀ ਕਲਾਸ ਹੋ ਗਈ ਹੈ। 5:30 सुबह मंडे मॉर्निंग का ही ऑफ होएगी ना रख सर। लेना, ट्यूसडे वेडनेसडे थर्सडे लगा लेना। ਹਾਂਜੀ मंडे का ऑफ रख लेना, ट्यूसडे वेडनेसडे थर्सडे ही लगा लेना। ठीक है चलो ठीक है। हाँ जी सर। सर लीव। हाँ जी कर दो। ठीक है सर, थैंक यू सर। ओके।